परमेश्वर का वचन देखिए अपना उत्पत्त ਉਹਦਾ 3 अध्याय पुराने नियम ਦੇ ਵਿੱਚ पहली किताब है उत्पत्त ਉਹਦਾ 3 अध्याय और ਆਪਾਂ ਪੜਾਂਗੇ ਉਹਦੇ 1 ਤੋਂ ਲੈ ਕੇ ਉਹਦੇ 15 तक जो भी पढ़े उच्ची आवाज ਵਿੱਚ पढ़े ताकि आवाज सब ਨੂੰ सुने। ਸੱਪ ਸਭ ਜੰਗਲੀ ਜਾਨਵਰਾਂ ਨਾਲੋਂ ਜਿਨ੍ਹਾਂ ਨੂੰ ਯਹੋਵਾ ਪਰਮੇਸ਼ਵਰ ਨੇ ਬਣਾਇਆ ਸੀ ਚਾਤਰ ਸੀ ਅਤੇ ਉਸਨੇ ਉਸ ਤੀਵੀ ਨੂੰ ਆਖਿਆ ਭਲਾ ਪਰਮੇਸ਼ਵਰ ਨੇ ਸੱਚਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ। ਤੀਵੀ ਨੇ ਸੱਪ ਨੂੰ ਆਖਿਆ ਕਿ ਬਾਗ ਦੇ ਬਿਰਛਾਂ ਦੇ ਫਲੋਂ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਬਿਰਛ ਬਾਗ ਦੇ ਵਿਚਕਾਰ ਹੈ ਉਸ ਦੇ ਫਲ ਤੋਂ ਪਰਮੇਸ਼ਵਰ ਨੇ ਆਖਿਆ ਤੁਸੀਂ ਨਾ ਖਾਓ, ਨਾ ਉਸ ਨੂੰ ਹੱਥ ਲਾਓ, ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ। ਪਰ ਸੱਪ ਨੇ ਤੀਵੀ ਨੂੰ ਆਖਿਆ ਕਿ ਤੁਸੀਂ ਕਦੀ ਨਾ ਮਰੋਗੇ, ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਤੋਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਵਰ ਵਾਂਗੂ ਭਲੇ ਬੁਰੇ ਦੀ ਸਿਆਣ ਵਾਲੇ ਹੋ ਜਾਓਗੇ। ਜਦ ਤੀਵੀ ਨੇ ਵੇਖਿਆ ਕਿ ਉਹ ਬਿਰਛ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭਾਉਂਦਾ ਹੈ ਅਤੇ ਉਹ ਬਿਰਛ ਬੁੱਧ ਦੇਣ ਲਈ ਲੋੜੀਦਾ ਹੈ, ਤਾਂ ਉਸ ਨੇ ਉਹਦੇ ਫਲ ਤੋਂ ਲਿਆ ਤੇ ਆਪ ਖਾਦਾ, ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਖਾਦਾ। ਤਦ ਦੋਹਾਂ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਹਨਾਂ ਨੇ ਜਾਣ ਲਿਆ ਭਾਈ ਅਸੀਂ ਨੰਗੇ ਹਾਂ। ਸੋ ਉਹਨਾਂ ਨੇ ਫਗੂੜੀ ਦੇ ਪੱਤੇ ਸਿਉਂ ਕੇ ਆਪਣੇ ਲਈ ਤਹਿਮਤ ਬਣਾਏ। ਤਾਂ ਉਹਨਾਂ ਨੇ ਯਹੋਵਾ ਪਰਮੇਸ਼ਵਰ ਦੀ ਆਵਾਜ਼ ਸੁਣੀ ਜਦ ਉਹ ਬਾਗ ਵਿੱਚ ਠੰਡੇ ਵੇਲੇ ਫਿਰਦਾ ਸੀ ਅਤੇ ਉਸ ਮਰਦ ਉਹਦੀ ਤੀਵੀ ਨੇ ਬਾਗ ਦੇ ਬਿਰਛਾਂ ਦੇ ਵਿਚਕਾਰ ਯਹੋਵਾ ਪਰਮੇਸ਼ਵਰ ਦੇ ਸਾਹਮਣੇ ਆਪਣੇ ਆਪ ਨੂੰ ਲੁਕਾਇਆ। ਤਦ ਯਹੋਵਾ ਪਰਮੇਸ਼ਵਰ ਨੇ ਆਦਮੀ ਨੂੰ ਪੁਕਾਰ ਕੇ ਆਖਿਆ ਕਿ ਤੂੰ ਕਿੱਥੇ ਹੈ? ਉਸਨੇ ਆਖਿਆ ਕਿ ਤੇਰੀ ਆਵਾਜ਼ ਬਾਗ ਵਿੱਚ ਸੁਣ ਕੇ ਮੈਂ ਡਰ ਗਿਆ, ਕਿਉਂ ਜੋ ਮੈਂ ਨੰਗਾ ਹਾਂ, ਸੋ ਮੈਂ ਆਪਣੇ ਆਪ ਨੂੰ ਲੁਕਾਇਆ। ਤਾਂ ਉਸਨੇ ਆਖਿਆ ਕਿਹਨੇ ਤੈਨੂੰ ਦੱਸਿਆ ਭਾਈ ਤੂੰ ਨੰਗਾ ਹੈ? ਜਿਸ ਬਿਰਛ ਤੋਂ ਮੈਂ ਤੈਨੂੰ ਹੁਕਮ ਦਿੱਤਾ ਕਿ ਉਸ ਤੋਂ ਨਾ ਖਾਈ, ਕੀ ਤੂੰ ਉਸ ਤੋਂ ਖਾਦਾ? ਫਿਰ ਆਦਮੀ ਨੇ ਆਖਿਆ ਕਿ ਜਿਸ ਤੀਵੀ ਨੂੰ ਤੂੰ ਮੈਨੂੰ ਦਿੱਤਾ ਸੀ ਉਸਨੇ ਉਸ ਬਿਰਛ ਤੋਂ ਮੈਨੂੰ ਦਿੱਤਾ ਤੇ ਮੈਂ ਖਾਦਾ। ਤਾਂ ਯਹੋਵਾ ਪਰਮੇਸ਼ਵਰ ਨੇ ਤੀਵੀ ਨੂੰ ਆਖਿਆ ਕਿ ਤੈਂ ਇਹ ਕੀ ਕੀਤਾ? ਤੀਵੀ ਨੇ ਆਖਿਆ ਕਿ ਸੱਪ ਨੇ ਮੈਨੂੰ ਭਰਮਾਇਆ ਤਾਂ ਮੈਂ ਖਾਦਾ। ਫਿਰ ਯਹੋਵਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ ਭਈ ਇਸ ਲਈ ਕਿ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸ਼ਰਾਪੀ ਹੈ। ਤੂੰ ਆਪਣੇ ਢਿੱਡ ਭਾਰ ਤੁਰੇਗਾ ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਗਾ। ਅਤੇ ਤੇਰੇ ਤੇ ਤੇਰੀ ਤੀਵੀ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ, ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹਦੀ ਅੱਡੀ ਨੂੰ ਡੰਗ ਮਾਰੇਗਾ। सारे बोलो हालेलुया हालेलुया। ये परमेश्वर का वचन है और परमेश्वर का वचन परमेश्वर के आत्मा द्वारा लिखाया गया और प्रभु यीशु मसीह ने कहा आकाश धरती टल जाएगा, मेरा वचन कदे नहीं टलेगा। सो सारे परमेश्वर के वचन बहुत ध्यान नाल सुनियो। और सब तो पहली गल कि जो अज वचन पढ़ रहे थे आप की पढ़ रहे थे कितना कित्थे तक? 1 ਤੋਂ 15 तक। ਤੇ ਬਾਈਬਲ ਤਾਂ ਸਾਰੇ ਲੈ ਕੇ ਆਉਨੇ ਹੋ, ਦਿਖਾਵੇ ਲਈ ਲੈ ਕੇ ਆਉਨੇ ਇੱਥੇ ਪੜ੍ਹਨ ਵਾਲੇ ਕਿੰਨੇ ਲੋਕ ਸੀਗੇ? 2 ਲੋਕ। ਔਰ ਦੋਨੋਂ ਕੌਣ? ਦੋਨੋਂ ਮੇਰੇ ਬੱਚੇ ਪੜ੍ਹ ਰਹੇ ਨੇ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ? ਬਾਈਬਲ ਸਾਰਿਆਂ ਦੇ ਕੋਲ ਹੈ ਕਿ ਹਰ ਐਤਵਾਰ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਕਿ ਇਹੀ ਬਾਈਬਲ ਪੜ੍ਹਨਾ। ਤੁਸੀਂ ਕਰਨ ਕੀ ਆਉਣੇ ਮੈਨੂੰ ਸਮਝ ਨਹੀਂ ਆਉਂਦੀ ਤੁਹਾਡੀ। ਇੱਥੇ ਥੋੜੀ ਬਹੁਤੀ ਸ਼ਰਮ ਕਰਿਆ ਕਰੋ ਕਿ ਜਦੋਂ ਬੱਚੇ ਪੜ੍ਹਦੇ ਨੇ ਚੈਪਟਰ ਲੰਬਾ ਗਾ ਤਾਂ ਸਾਰੇ ਮਿਲ ਕੇ ਪੜ੍ਹਿਆ ਕਰੋ, ਜਾਂ ਫਿਰ ਬਾਈਬਲ ਲਿਆਉਣੀ ਬੰਦ ਕਰ ਦਿਓ। ਜੇ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ ਹੀ ਨਹੀਂ ਹੈ, ਇੱਥੇ ਮੂੰਹ ਖੋਲਣਾ ਹੀ ਨਹੀਂ ਹੈ, ਤੇ ਤੁਹਾਨੂੰ ਆਉਣ ਦਾ ਫਾਇਦਾ ਵੀ ਕੀ ਹੈ? ਇੱਥੇ ਆਉਣੇ ਹੋ ਕਿਸੇ ਬੰਦਗੀ ਵਿੱਚ ਜਾ ਰਹੇ ਹਾਂ, ਲੇਕਿਨ ਬੰਦਗੀ ਵਿੱਚ ਜਾਣ ਵਾਲੇ ਤੁਹਾਡੇ ਲੱਛਣ ਦਿਖਦੇ ਹੀ ਨਹੀਂ। ਮੈਂ ਕਾਫੀ ਟਾਈਮ ਤੋਂ ਦੇਖਦਾਗਾ, ਇੱਕ ਹੈਪੀ ਹੈ ਇੱਕ ਸੈਂਟੀ, ਦੋਨੋਂ ਮੇਰੇ ਬੱਚੇ ਲਗਾਤਾਰ ਪੜ੍ਹਨਗੇ। ਇਹਨਾਂ ਕੱਲਿਆਂ ਨੇ ਸਵਰਗ ਜਾਣਾਗਾ, ਤੁਸੀਂ ਨਹੀਂ ਜਾਣਾ। ਗੱਲਾਂ ਕਰਨ ਦੇ ਲਈ ਦੇਖੋ ਸਾਰਿਆਂ ਦੇ ਮੂੰਹ ਖੁੱਲਦੇ ਨੇ, ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੋਵੇ ਸਾਰਿਆਂ ਦੇ ਮੂੰਹ ਖੁੱਲਦੇ ਨੇ, ਗੱਪਾਂ ਮਾਰਨੀਆਂ ਹੋਣ ਸਾਰਿਆਂ ਦੇ ਮੂੰਹ ਖੁੱਲਦੇ ਨੇ। ਫਿਰ ਕਹਿੰਦਾ ਮੇਰੀ ਸੁਣ, ਪਹਿਲਾਂ ਮੇਰੀ ਸੁਣ, ਪਹਿਲਾਂ ਮੇਰੀ ਸੁਣ। ਇਨਸਾਨ ਇਦਾਂ ਕਰਦਾ ਹੈਗਾ, ਲੇਕਿਨ ਬਾਈਬਲ ਪੜ੍ਹਨੀ ਹੋਵੇ ਤਾਂ ਫਿਰ ਇਨਸਾਨ ਦਾ ਮੂੰਹ ਨਹੀਂ ਖੁੱਲਦਾ। ਤੇ ਗੱਲਾਂ ਕਿਹੜੀਆਂ ਕਰਦੇ ਨੇ ਕਿ ਬਸ ਅਸੀਂ ਪਰਮੇਸ਼ਵਰ ਦੀ ਆਰਾਧਨਾ ਕਰਦੇ ਹਾਂ, ਅਸੀਂ ਪਰਮੇਸ਼ਵਰ ਦੀ ਮਹਿਮਾ ਕਰਦੇ ਹਾਂ, ਅਸੀਂ ਬੰਦਗੀ ਵਿੱਚ ਜਾਂਦੇ ਹਾਂ। ਤੇ ਜਾਂਦੇ ਵੀ ਕਿਵੇਂ ਆ? ਸਮੇਂ ਸਿਰ ਜਾਂਦੇ ਹਾਂ। ਤੇ ਕੀ ਫਾਇਦਾ ਤੁਹਾਨੂੰ ਇੱਥੇ ਬੰਦਗੀ ਵਿੱਚ ਆਉਣ ਦਾ? ਕਿੰਨੇ ਲੋਕ ਨੇ ਬਾਈਬਲ ਨਾਲ ਲੈ ਗਏ ਨੇ ਆਪਣਾ। ਇੱਕ ਹੱਥ ਨਾਲ ਚੰਗੀ ਤਰ੍ਹਾਂ ਚੱਕਿਆ ਕਰੋ ਉੱਪਰ, ਹਰ ਵਾਰ ਤੁਹਾਨੂੰ ਇੱਦਾਂ ਕਹਿਣਾ ਪੈਂਦਾ ਮੈਨੂੰ। ਪੜ੍ਹੇ ਲਿਖੇ ਕਿੰਨੇ ਹੋ? ਕਿਸੇ ਕੰਮ ਦੀ ਹੈਗੀ ਤੁਹਾਡੀ ਪੜ੍ਹਾਈ ਲਿਖਾਈ? ਕੀ ਫਾਇਦਾ ਬਾਈਬਲ ਲੈ ਕੇ ਆਉਂਦਾ ਤੁਹਾਨੂੰ ਚਰਚ ਵਿੱਚ?
ਬਾਈਬਲ ਕਿੰਨਾ ਦਾ ਮਿਲਦਾ ਤੁਹਾਨੂੰ ਪਤਾ? ਤੁਹਾਨੂੰ ਕਿੰਨੇ ਦਾ ਮਿਲਦਾ ਬਾਈਬਲ? ਨਹੀਂ ਹੈ ਬਾਈਬਲ ਜ਼ਿਆਦਾਤਰ ਫ੍ਰੀ ਮਿਲਦਾ ਗਾ ਇਸ ਚਰਚ ਦੇ ਵਿੱਚ। ਇਹ ਤਾਂ ਹੀ ਕਦਰ ਨਹੀਂ ਹੁੰਦੀ ਇਹਦੀ। ਬਾਜ਼ਾਰ ਵਿੱਚ ਕੋਈ ਬੁਰਸ਼ ਲੈ ਕੇ ਆਏ ਆਪਣੇ ਦੰਦਾਂ ਵਾਸਤੇ ਕਰਨ ਵਾਸਤੇ, ਉਹਨੂੰ ਡੇਲੀ ਯੂਜ਼ ਕਰਦੇ ਆ, 10 ਰੁਪਏ ਲੱਗੇ ਉਹਦੇ ਉੱਪਰ। ਤੇ ਬਾਈਬਲ ਜਿਹੜਾ ਤੁਹਾਨੂੰ ਜੀਵਨ ਦੇ ਸਕਦਾ ਗਾ, ਉਹਨੂੰ ਪੜ੍ਹਨ ਦੀ ਲੋੜ ਨਹੀਂ। ਬਸ 2 ਬੱਚੇ ਹੈਗੇ ਨਾ ਹੈਪੀ ਅਰਸੈਂਟੀ, ਉਹ ਪੜ੍ਹੀ ਜਾਣਗੇ। ਕਈ ਲੋਕ ਤਾਂ ਇੱਥੇ ਐਸੇ ਬੈਠੇ ਨੇ 500 ਰੁਪਏ ਦੀ ਬਾਈਬਲ ਉਹਨਾਂ ਕੋਲ ਹੈਗੀ ਜਾਂ ਨਹੀਂ ਹੈਗੀ, ਤੇ ਫਾਇਦਾ ਕੀ ਉਹਦਾ? ਇਹ ਦਿਖਾਉਣ ਵਾਸਤੇ ਲੈ ਕੇ ਆਏ ਹੋ? ਆ ਮੇਰੇ ਕੋਲ ਨਵੀਂ ਬਾਈਬਲ ਦੇਖ ਲਓ। ਲੇਕਿਨ ਮੈਂ ਇੱਕ ਗੱਲ ਦੇਖੋ, ਜਦ ਮੈਂ ਥੱਲੇ ਬੈਠਾ ਹੁੰਦਾਗਾ, ਕੋਈ ਪਰਮੇਸ਼ਰ ਦਾ 10 ਵਚਨ ਸਿਖਾਉਂਦਾਗਾ, ਮੈਂ ਵਚਨ ਖੁਦ ਪੜ੍ਹ ਦਾਂਗਾ। ਕੀ ਫਾਇਦਾ ਇਹ ਗੱਲ ਦਾ? ਅੱਗੇ ਨੂੰ ਇਹ ਗੱਲ ਹਮੇਸ਼ਾ ਆਪਣੇ ਦਿਲੋਂ ਦਿਮਾਗ ਵਿੱਚ ਬਿਠਾ ਕੇ ਰੱਖੋ ਕਿ ਜਦ ਵੀ ਵਚਨ ਪੜ੍ਹਨਾਗਾ, ਚਾਹੇ ਥੋੜਾਗਾ ਚਾਹੇ ਬਹੁਤਾਗਾ, ਲੇਕਿਨ ਇਹ ਹੋਵੇ ਕਿ ਬਸ ਮੈਂ ਪੜ੍ਹਨਾ ਹੀ ਪੜ੍ਹਨਾਗਾ। ਆਸ਼ੀਸ਼ ਲੈਣ ਵੇਲੇ ਪਰਮੇਸ਼ਰ ਸਭ ਤੋਂ ਅੱਗੇ, ਇਨਸਾਨ ਸਭ ਤੋਂ ਅੱਗੇ ਆਸ਼ੀਸ਼ ਲੈਣ ਵੇਲੇ, ਤੇ ਚੰਗਾਈ ਲੈਣ ਦੇ ਲਈ ਇਨਸਾਨ ਸਭ ਤੋਂ ਅੱਗੇ। ਹੋਰ ਕੁਝ ਖਾਣਾ ਹੋਵੇ, ਹੋਰ ਕੁਝ ਪੀਣਾ ਹੋਵੇ, ਇਨਸਾਨ ਸਭ ਤੋਂ ਅੱਗੇ, ਲੇਕਿਨ ਬਾਈਬਲ ਪੜ੍ਹਨ ਦੇ ਲਈ ਇਨਸਾਨ ਸਭ ਤੋਂ ਪਿੱਛੇ। ਇਸ ਤਰ੍ਹਾਂ ਨਾ ਕਰਿਆ ਕਰੋ। ਕਾਫੀ ਟਾਈਮ ਤੋਂ ਪਰਮੇਸ਼ਰ ਦੇ ਵਚਨਾਂ ਨੂੰ ਸਿੱਖ ਰਹੇ ਹੋ, ਕਾਫੀ ਟਾਈਮ ਤੋਂ ਪਰਮੇਸ਼ਰ ਦੇ ਵਚਨਾਂ ਨੂੰ ਸੁਣਦੇ ਵੀ ਹੋ, ਲੇਕਿਨ ਮੰਨਦੇ ਘੱਟ ਹੋ। ਅਗਰ ਮੰਨਦੇ ਘੱਟ ਹੋ ਤਾਂ ਇਹ ਨਾ ਸੋਚੋ ਕਿ ਸਵਰਗ ਵਿੱਚ ਚਲੇ ਜਾਓਗੇ, ਕਿਉਂਕਿ ਸੁਣਨ ਵਾਲੇ ਕਦੇ ਵੀ ਆਸ਼ੀਸ਼ਿਤ ਨਹੀਂ ਹੁੰਦੇ, ਔਰ ਸੁਣਨ ਵਾਲੇ ਕਦੇ ਵੀ ਲੋਕ ਸਵਰਗ ਵਿੱਚ ਨਹੀਂ ਜਾਣ ਵਾਲੇ। ਕਿਉਂਕਿ ਇਜ਼ਰਾਈਲ ਪਰਜਾ ਸੀ ਜੋ ਜਦ ਪਰਮੇਸ਼ਰ ਨੇ ਉਹਨਾਂ ਨੂੰ ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਬਾਹਰ ਕੱਢਿਆ ਸੀਗਾ, ਤਾਂ ਉਹਨਾਂ ਨੇ ਪਰਮੇਸ਼ਰ ਦੇ ਵਚਨ ਨੂੰ ਸੁਣਿਆ ਸੀਗਾ, ਲੇਕਿਨ ਜਿਸ ਤਰ੍ਹਾਂ ਸੁਣਨਾ ਚਾਹੀਦਾ ਸੀਗਾ ਉਸ ਤਰ੍ਹਾਂ ਉਹਨਾਂ ਨੇ ਸੁਣਿਆ ਹੀ ਨਹੀਂ। ਔਰ ਕੀ ਹੋ ਗਏ? ਉਹ ਸਾਰੇ ਦੇ ਸਾਰੇ ਨਾਸ ਹੋ ਗਏ, ਤੇ ਉਹਨਾਂ ਵਿੱਚ ਤੁਹਾਡੀ ਗਿਣਤੀ ਨਾ ਆ ਜਾਏ। ਇਸ ਲਈ ਪਰਮੇਸ਼ਰ ਦੇ ਵਚਨ ਨੂੰ ਪੜ੍ਹਿਆ ਵੀ ਕਰੋ, ਸੁਣਿਆ ਵੀ ਕਰੋ, ਔਰ ਸਮਝਿਆ ਵੀ ਕਰੋ। ਔਰ ਇੱਕ ਗੱਲ ਹੋਰ ਦੇਖਿਆ ਵੀ ਕਰੋ ਕਿ ਜੋ ਪਰਮੇਸ਼ਰ ਦਾ ਦਾਸ ਵਚਨ ਸਿਖਾਉਂਦਾਗਾ ਕਿ ਬਾਈਬਲ ਵਿੱਚ ਲਿਖਿਆਗਾ ਜਾਂ ਨਹੀਂ ਲਿਖਿਆਗਾ, ਕਿ ਇਸ ਤਰ੍ਹਾਂ ਪਰਮੇਸ਼ਰ ਦਾ ਦਾਸ ਵਚਨ ਸਿਖਾ ਰਿਹਾਗਾ ਜਾਂ ਇਹੀ ਗੱਲ ਬਾਈਬਲ ਦੇ ਵਿੱਚ ਲਿਖੀ ਹੋਈ ਹੈ। ਜਦ ਇਦਾਂ ਤੁਸੀਂ ਕਰੋਗੇ ਨਾ, ਤਾਂ ਤੁਹਾਨੂੰ ਇਹ ਵਚਨ ਜੋ ਨਾ ਇਹ ਤੁਹਾਡੇ ਹਜਮ ਹੋਣਾ ਸ਼ੁਰੂ ਹੋ ਜਾਏਗਾ, ਤੁਹਾਡਾ ਹਾਜ਼ਮਾ ਸੈੱਟ ਰਹੇਗਾ ਇਹਦੇ ਨਾਲ। ਨਹੀਂ ਤੇ ਕਈ ਲੋਕਾਂ ਦਾ ਜੋ ਪੇਟ ਹੈ ਨਾ ਵਚਨ ਸੁਣ ਕੇ ਉਹ ਕਬੂਲ ਨਹੀਂ ਕਰਦਾ। ਇਨਸਾਨ ਨੂੰ ਇਹ ਵਚਨ ਕਈ ਵਾਰ ਹਜਮ ਨਹੀਂ ਹੁੰਦਾ, ਇਸ ਲਈ ਇਨਸਾਨ ਕੀ ਹੈ, ਉਹ ਪਰਮੇਸ਼ਰ ਦੇ ਵਚਨ ਨੂੰ ਮੰਨਦਾ ਨਹੀਂ ਹੈ, ਉਹਦੀ ਅਧੀਨਤਾ ਵਿੱਚ ਨਹੀਂ ਆਉਂਦਾ, ਉਹਦੀ ਆਗਿਆਕਾਰੀ ਨਹੀਂ ਕਰਦਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਅੱਜ ਸਾਡੇ ਪਰਮੇਸ਼ਰ ਸਾਨੂੰ ਕੁਝ ਸਿਖਾਉਣ ਦੇ ਲਈ ਜਾ ਰਹੇ ਨੇ। ਜਿੰਨੇ ਮੁਰਦਾਂ ਨੂੰ ਬੋਲੋ ਹਾਲੇਲੂਇਆ। ਚਲੋ ਜਿੰਦਾ ਬੋਲੋ ਹਾਲੇਲੂਇਆ, ਮੁਰਦਾ ਬੋਲੋ ਹਾਲੇਲੂਇਆ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਸੁਣੋ, ਪਰਮੇਸ਼ਰ ਦਾ ਵਚਨ ਕੀ ਹੈ? ਉਹ ਸਾਮਰਥੀ ਹੈ। ਔਰ ਪਰਮੇਸ਼ਰ ਦਾ ਵਚਨ ਕੀ ਹੈ? ਉਹ ਮੁਰਦੇ ਵਿੱਚ ਜਾਨ ਪਾ ਦਿੰਦਾ ਹੈਗਾ। ਮੁਰਦੇ ਵਿੱਚ ਕੀ ਹੈ? ਪਰਮੇਸ਼ਰ ਉਹ ਜਾਨ ਪਾ ਦਿੰਦੇ ਨੇ। ਇਸ ਲਈ ਤਾਂ ਮੁਰਦੇ ਹਾਲੇਲੂਇਆ ਬੋਲਦੇ ਨੇ। ਬੋਲਦੇ ਨੇ ਜਾਂ ਨਹੀਂ ਬੋਲਦੇ? ਬੋਲਦੇ ਨੇ। ਸਾਡੇ ਪਰਮੇਸ਼ਰ ਕੀ ਨੇ? ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਨੇ। ਔਰ ਪਰਮੇਸ਼ਵਰ ਉਹ ਬਹੁਤ ਹੀ ਮਹਾਨ ਪਰਮੇਸ਼ਵਰ ਨੇ। ਔਰ ਆਪਾਂ ਨੇ ਵਚਨ ਦੇ ਵਿੱਚ ਕਈ ਵਾਰ ਪੜ੍ਹਿਆ ਵੀ ਹੈ ਕਿ ਸਾਡੇ ਪਰਮੇਸ਼ਵਰ ਨੇ ਆਕਾਸ਼ ਬਣਾਇਆ, ਸਾਡੇ ਪਰਮੇਸ਼ਵਰ ਨੇ ਇਸ ਧਰਤੀ ਨੂੰ ਬਣਾਇਆ, ਔਰ ਜੋ ਕੁਝ ਵੀ ਆਕਾਸ਼ ਦੇ ਵਿੱਚ ਹੈ, ਜੋ ਕੁਝ ਇਸ ਧਰਤੀ ਉੱਪਰ ਹੈ, ਉਹ ਸਭ ਕੁਝ ਸਾਡੇ ਬਣਾਉਣ ਵਾਲੇ ਪਰਮੇਸ਼ਵਰ ਨੇ। ਸਾਰੇ ਬੋਲੋ ਹਾਲੇਲੂਇਆ। ਉਹ ਪਰਮੇਸ਼ਵਰ ਨੇ ਬਣਾਇਆਗਾ। ਲੇਕਿਨ ਜੋ ਇਨਸਾਨ ਹੈ ਉਸ ਨੂੰ ਬਣਾਉਣ ਵਾਲੇ ਕੌਣ ਨੇ? ਹਾਲੇਲੂਇਆ। ਸਾਰੇ ਮੇਰੇ ਵੱਲ ਧਿਆਨ ਦਿਓ। ਇਨਸਾਨ ਨੂੰ ਬਣਾਉਣ ਵਾਲੇ ਕੌਣ ਨੇ? ਸ਼ੱਕ ਹੈ ਹਲੇ ਕਿਸੇ ਨੂੰ? ਇਨਸਾਨ ਨੂੰ ਕੌਣ ਹੈ ਬਣਾਉਣ ਵਾਲਾ? ਪਰਮੇਸ਼ਵਰ। ਔਰ ਪਰਮੇਸ਼ਵਰ ਨੇ ਇਨਸਾਨ ਨੂੰ ਬਣਾਇਆ ਕਿਵੇਂ? ਮਿੱਟੀ ਤੋਂ ਬਣਾਇਆ। ਹੁਣ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ ਕਿ ਪਰਮੇਸ਼ਵਰ ਨੇ ਜਦ ਆਦਮ ਨੂੰ ਬਣਾਇਆ ਸੀਗਾ ਨਾ ਮਿੱਟੀ ਦੇ ਵਿੱਚੋਂ, ਤਾਂ ਹੋਇਆ ਕਿ ਪਰਮੇਸ਼ਵਰ ਨੇ ਮਿੱਟੀ ਲਈ ਔਰ ਉਹਦਾ ਇੱਕ ਪੁਤਲਾ ਤਿਆਰ ਕੀਤਾ। ਔਰ ਪੁਤਲਾ ਕਿਹਦਾ ਸੀਗਾ? ਕੋਈ ਐਡਾ ਛੋਟਾ ਨਹੀਂ ਸੀਗਾ, ਕੋਈ 1 ਦਿਨ ਦਾ ਜਾਂ 2 ਦਿਨ ਦਾ ਪੁਤਲਾ ਨਹੀਂ ਸੀਗਾ। ਪਰਮੇਸ਼ਵਰ ਨੇ ਕੰਪਲੀਟ ਪੁਤਲਾ ਬਣਾਇਆ। ਔਰ ਬਾਈਬਲ ਦੇ ਵਿੱਚ ਲਿਖਿਆਗਾ ਕਿ ਜਦੋਂ ਪਰਮੇਸ਼ਵਰ ਨੇ ਪੁਤਲਾ ਬਣਾਇਆ ਸੀਗਾ, ਠੀਕ ਹੈ ਨਾ, ਉਹਦੇ ਵਿੱਚ ਪਰਮੇਸ਼ਵਰ ਨੇ ਜਾਨ ਨਹੀਂ ਪਾਈ ਸੀਗੀ।
ਉਹਦੇ ਹੱਥ ਵੀ ਸੀਗੇ, ਉਹਦੇ ਪੈਰ ਵੀ ਸੀਗੇ, ਉਹਦੀਆਂ ਅੱਖਾਂ ਵੀ ਸੀਗੀਆਂ, ਉਹਦੇ ਕੰਨ ਵੀ ਸੀ, ਉਹਦਾ ਮੂੰਹ ਵੀ ਸੀਗਾ। ਲੇਕਿਨ ਜੋ ਆਦਮ ਦਾ ਪੁਤਲਾ ਸੀਗਾ ਉਹ ਕੁਝ ਵੀ ਨਹੀਂ ਕਰਦਾ ਸੀਗਾ। ਉਹਦਾ ਕਾਰਨ ਕੀ? ਉਹਦਾ ਕਾਰਨ ਕੀ? ਕਿਉਂਕਿ ਪਰਮੇਸ਼ਵਰ ਨੇ ਉਹਦੇ ਵਿੱਚ ਆਤਮਾ ਨਹੀਂ ਪਾਈ ਸੀਗੀ। ਔਰ ਬਾਈਬਲ ਦੇ ਵਿੱਚ ਵਚਨ ਪੜ੍ਹੋ ਮੇਰੇ ਨਾਲ, ਯਾਕੂਬ ਉਹਦਾ 2 ਅਧਿਆਇ ਉਹਦਾ 26 ਵਚਨ। जिकर आत्मा बाजो शरीर मुर्दा है, तिकर ही अमला बाजो नेचा मुर्दा है। ਸਾਰੇ ਬੋਲੋ ਹਾਲੇਲੂਇਆ। ਜਿੰਦਾ ਹੋ ਗਏ। ਕੀ ਲਿਖਿਆ ਬਾਈਬਲ ਦੇ ਵਿੱਚ? ਆਤਮਾ ਤੋਂ ਬਿਨਾ ਕੀ ਹੈ? ਸਰੀਰ ਮੁਰਦਾ ਗਾ। ਆਤਮਾ ਤੋਂ ਬਿਨਾ ਕੀ ਹੈ? ਸਰੀਰ ਮੁਰਦਾ ਗਾ। ਹੁਣ ਤੁਸੀਂ ਲੋਕ ਜਿੰਦਾ ਹੋ ਜਾਂ ਮੁਰਦਾ ਹੋ? ਜਿੰਦਾ ਹੋ। ਤੇ ਜਿਹੜੇ ਜਿੰਦਾ ਨੇ ਬੋਲੋ ਹਾਲੇਲੂਇਆ। ਅੱਜ ਗੱਲ ਬਹੁਤ ਧਿਆਨ ਨਾਲ ਸੁਣਿਓ। ਅਗਰ ਤੁਸੀਂ ਅੱਜ ਦਾ ਵਚਨ ਸਮਝ ਗਏ ਨਾ, ਅੱਜ ਦਾ ਵਚਨ ਤੁਸੀਂ ਆਪਣੇ ਦਿਲ ਦੇ ਵਿੱਚ ਜਮ੍ਹਾਂ ਕਰ ਲਿਆ, ਤੇ ਸ਼ੈਤਾਨ ਤੁਹਾਡਾ ਕਦੇ ਵੀ ਨਾਸ ਨਹੀਂ ਕਰ ਸਕਦਾ। ਇੱਕ ਗੱਲ ਨੂੰ ਯਾਦ ਰੱਖਿਓ। ਲੇਕਿਨ ਸਮਝੇਗਾ ਕੌਣ? ਸਮਝੇਗਾ ਉਹੀ ਇਨਸਾਨ ਜਿਹੜਾ ਆਪਣਾ ਪੂਰਾ ਧਿਆਨ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪਰਮੇਸ਼ਵਰ ਦੇ ਵਚਨ ਉੱਪਰ ਬਣਾ ਕੇ ਰੱਖੇਗਾ। ਕੌਣ ਕੀ ਕਰ ਰਿਹਾ ਹੈਗਾ, ਕਿਵੇਂ ਕਰ ਰਿਹਾ ਹੈਗਾ, ਕਿਉਂ ਕਰ ਰਿਹਾ ਹੈਗਾ, ਉਹਦੇ ਵੱਲ ਧਿਆਨ ਨਾ ਦਿਓ। ਸਿਰਫ ਪਰਮੇਸ਼ਵਰ ਦੇ ਵਚਨ ਦੀ ओर ਧਿਆਨ ਦਿਓ। ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਆਤਮਾ ਤੋਂ ਬਿਨਾਂ ਕੀ ਹੈ? ਸਰੀਰ ਮੁਰਦਾ ਹੈਗਾ। ਹੁਣ ਜਦ ਪਰਮੇਸ਼ਵਰ ਨੇ ਇਨਸਾਨ ਦਾ ਪੁਤਲਾ ਬਣਾਇਆ ਸੀਗਾ, ਉਹਦੇ ਵਿੱਚ ਪਰਮੇਸ਼ਵਰ ਨੇ ਆਪਣਾ ਆਤਮਾ ਨਹੀਂ ਪਾਇਆ ਸੀਗਾ। ਇਹਦਾ ਮਤਲਬ ਉਹ ਸਰੀਰ ਕੀ ਸੀਗਾ? ਉਹਦਾ ਮੁਰਦਾ ਹੀ ਸੀਗਾ। ਲੇਕਿਨ ਜਦ ਪਰਮੇਸ਼ਵਰ ਨੇ ਉਸ ਪੁਤਲੇ ਵਿੱਚ ਫੂਕ ਮਾਰੀ, ਉਸ ਦੀਆਂ ਨਾਸਾਂ ਵਿੱਚ ਫੂਕ ਮਾਰੀ, ਤਾਂ ਕੀ ਹੋ ਗਿਆ? ਉਹਦੇ ਵਿੱਚ ਜਾਨ ਆ ਗਈ। ਉਹਦੇ ਵਿੱਚ ਪਰਮੇਸ਼ਵਰ ਨੇ ਆਪਣਾ ਆਤਮਾ ਪਾਤਾ। ਔਰ ਪਰਮੇਸ਼ਵਰ ਨੇ ਆਦਮ ਨੂੰ ਕੀ ਕਿਹਾ ਸੀਗਾ ਅਦਨ ਬਾਗ ਦੇ ਵਿੱਚ ਕਿ ਜਿੰਨੇ ਵੀ ਫਲ ਨੇ ਤੂੰ ਸਾਰੇ ਫਲ ਖਾਈ, ਲੇਕਿਨ ਜਿਹੜਾ ਦਰਖਤ ਹੈ ਭਲੇ ਤੇ ਬੁਰੇ ਦਾ, ਉਹਦਾ ਫਲ ਤੈਂ ਨਹੀਂ ਖਾਣਾ। ਜਿਸ ਦਿਨ ਤੂੰ ਖਾਏਗਾ ਉਸ ਦਿਨ ਕੀ ਹੋ ਜਾਏਗਾ? ਉਸ ਦਿਨ ਮਰ ਜਾਏਗਾ। ਹੁਣ ਸਾਰੇ ਲੋਕ ਜਾਣਦੇ ਹੀ ਨੇ, ਸਾਰੇ ਪੜ੍ਹਦੇ ਹੋ ਬਾਈਬਲ, ਚਾਹੇ ਬੰਦਗੀ ਵਿੱਚ ਨਹੀਂ ਪੜ੍ਹਦੇ ਕੋਈ ਗੱਲ ਨਹੀਂ, ਕਦੇ ਤਾਂ ਪੜ੍ਹਦੇ ਹੋ ਨਾ ਸਾਰੇ, ਹਨਾ। ਜਦੋਂ ਆਦਮ ਨੇ ਤੇ ਹਵਾ ਨੇ ਫਲ ਖਾਧਾ ਤਾਂ ਉਸ ਤੋਂ ਬਾਅਦ ਕੀ ਹੋਇਆ? ਮਰ ਗਏ ਹੋ? नहीं मरे। ਲੇਕਿਨ ਪਰਮੇਸ਼ਵਰ ਨੇ ਕੀ ਕਿਹਾ ਸੀਗਾ ਕਿ ਜਿਸ ਦਿਨ ਤੂੰ ਖਾਏਗਾ ਉਸ ਦਿਨ ਕੀ ਹੋ ਜਾਏਗਾ? ਤੂੰ ਮਰ ਜਾਏਗਾ। ਤੇ ਮਰੇ ਕਦੋਂ? मां तो आत्मा से जल्दी गए सी क्यों? ਆਦਮ ਦੀ ਉਮਰ ਕਿੰਨੀ ਸੀਗੀ? 930 ਵਰਿਆਂ ਦੀ। ਆਦਮ ਮਰ ਗਿਆ। 930 बरे वो मर गया सी। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। आत्मा तो बेची ਹਾਂ, ਆਤਮਾ ਉਹਦੇ ਅੰਦਰ ਸੀਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਪਰਮੇਸ਼ਵਰ ਨੇ ਕੀ ਕਿਹਾਗਾ ਕਿ ਜਿਹਦੇ ਵਿੱਚ ਆਤਮਾ ਨਹੀਂ ਹੈ ਉਹਦਾ ਸਰੀਰ ਕੀ ਹੈ? ਮੁਰਦਾ। ਇਹਦਾ ਮਤਲਬ ਕਿ ਜੋ ਤੁਹਾਡੇ ਅੰਦਰ ਆਤਮਾ ਹੈਗਾ, ਜਿਹੜਾ ਇਨਸਾਨ ਚੋਰੀ ਕਰਦਾ ਹੈਗਾ, ਝੂਠ ਬੋਲਦਾ ਹੈਗਾ, ਨਸ਼ਾ ਕਰਦਾ ਹੈਗਾ, ਲੜਾਈ ਝਗੜੇ ਕਰਦਾ ਹੈਗਾ, ਗਾਲਾਂ ਕੱਢਦਾ ਹੈਗਾ, ਕੁਝ ਵੀ ਕਰਦਾ ਹੈਗਾ, ਉਹਦੇ ਅੰਦਰ ਵੀ ਆਤਮਾ ਹੀ ਹੈ। ਉਹ ਵੀ ਤਾਂ ਜਿੰਦਾ ਹੀ ਹੈ। ਜਿੰਦਾ ਹੈ ਜਾਂ ਨਹੀਂ ਹੈ? ਹੈ ਨਾ ਜਿੰਦਾ। ਫਿਰ ਪਰਮੇਸ਼ਵਰ ਕਿਹੜੇ ਮੁਰਦੇ ਦੀ ਗੱਲ ਕਰਦੇ ਨੇ ਕਿ ਜਾਂ ਤੂੰ ਮਰ ਜਾਏਗਾ? ਇੱਕ ਵਚਨ ਪੜ੍ਹੋ ਮੇਰੇ ਨਾਲ, ਐਫਸੀਆਂ ਉਹਦਾ 2 ਅਧਿਆਇ ਉਹਦਾ 1 ਵਚਨ ਪੜ੍ਹੋ। ਉਹਨੇ ਤੁਹਾਨੂੰ ਵੀ ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਤੋਂ ਜਵਾੜਿਆ। ਹਾਲੇਲੂਇਆ। ਕੀ ਲਿਖਿਆ ਬਾਈਬਲ ਦੇ ਵਿੱਚ? ਉਹਨੇ ਤੁਹਾਨੂੰ ਵੀ, ਜਦੋਂ ਤੁਸੀਂ ਆਪਣੇ ਅਪਰਾਧਾਂ ਦੇ ਵਿੱਚ, ਆਪਣੇ ਪਾਪਾਂ ਦੇ ਕਾਰਨ ਕੀ ਸੀਗੇ? ਮੁਰਦੇ। ਇਹਦਾ ਮਤਲਬ ਕਿ ਜਿਹੜਾ ਇਨਸਾਨ ਪਾਪ ਕਰਦਾਗਾ, ਜਿਹੜਾ ਇਨਸਾਨ ਅਪਰਾਧਾਂ ਵਿੱਚ ਫਸਿਆ ਹੋਇਆਗਾ, ਪਾਪਾਂ ਦੇ ਵਿੱਚ ਫਸਿਆ ਹੋਇਆਗਾ, ਉਹ ਕੀ ਹੈ? ਉਹ ਮੁਰਦਾਗਾ। ਇਹਦਾ ਮਤਲਬ ਜੋ ਪਾਪ ਨਹੀਂ ਕਰਦਾ, ਜਿਹੜਾ ਅਪਰਾਧ ਨਹੀਂ ਕਰਦਾ, ਔਰ ਜਿਹੜਾ ਇਨਸਾਨ ਪਰਮੇਸ਼ਵਰ ਦੇ ਆਤਮਾ ਨਾਲ ਭਰਿਆ ਹੋਇਆਗਾ, ਉਹ ਕੀ ਹੈ? ਉਹ ਜਿੰਦਾ ਹੈਗਾ। ਔਰ ਬਾਈਬਲ ਦੇ ਵਿੱਚ ਲਿਖਿਆ ਗਿਆ, ਇੱਕ ਵਚਨ ਪੜ੍ਹੋ ਮੇਰੇ ਨਾਲ, ਐਫਸੀਆਂ ਉਹਦਾ 5 ਅਧਿਆਇ ਉਹਦਾ 14 ਵਚਨ ਪੜ੍ਹੋ। ਇਸ ਲਈ ਉਹ ਆਖਿਆ ਜਾਂਦਾ ਹੈ, हे ਸੌਣ ਵਾਲਿਆ ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ, ਤਾਂ ਮਸੀਹ ਤੇਰੇ ਤੇ ਚਮਕੇਗਾ। ਕੀ ਕਰ? ਮੁਰਦਿਆਂ ਵਿੱਚੋਂ ਜੀ ਉੱਠ। ਇਹਦਾ ਮਤਲਬ ਕਿ ਜਦੋਂ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਜਦੋਂ ਆਦਮ ਤੇ ਹਵਾ ਨੇ ਪਾਪ ਕੀਤਾ ਸੀਗਾ, ਔਰ ਉਸ ਤੋਂ ਬਾਅਦ ਜੋ ਉਹਨਾਂ ਦੇ ਬੱਚੇ ਹੋਏ, ਉਸ ਤੋਂ ਬਾਅਦ ਉਹ ਕੀ ਸੀਗੇ? ਉਹ ਵੀ ਪਾਪ ਦੇ ਵਿੱਚ ਸੀਗੇ। ਔਰ ਬਾਈਬਲ ਦੇ ਵਿੱਚ ਲਿਖਿਆ ਹੈਗਾ ਕਿ ਇਨਸਾਨ ਮਾਂ ਦੀ ਪੇਟ ਤੋਂ ਕੀ ਹੈ? ਪਾਪੀ ਹੈ।
ਇਹਦਾ ਮਤਲਬ ਕਿ ਜੋ ਇਨਸਾਨ ਦੇ ਅੰਦਰ ਆਤਮਾ ਗਾ, ਉਹ ਦਿੰਦਾ ਕੌਣ ਆਤਮਾ? ਪਰਮੇਸ਼ਵਰ ਆਤਮਾ ਦਿੰਦਾ ਗਾ। ਔਰ ਆਤਮਾ ਨਾਲ ਕੀ ਹੈ? ਇਨਸਾਨ ਜਿਉਂਦਾ ਰਹਿੰਦਾ ਗਾ। ਅੱਜ ਬੱਚੇ ਨੂੰ ਬਹੁਤ ਧਿਆਨ ਨਾਲ ਸੁਣਿਓ, ਪਰਮੇਸ਼ਵਰ ਸਾਨੂੰ ਕੁਝ ਖਾਸ ਸਿਖਾਉਣ ਵਾਲੇ ਨੇ। ਜਿਹੜਾ ਆਤਮਾ ਪਰਮੇਸ਼ਵਰ ਦਿੰਦੇ ਨੇ ਉਹਦੇ ਨਾਲ ਤਾਂ ਇਨਸਾਨ ਜਿੰਦਾ ਰਹਿੰਦਾ ਗਾ। ਆਤਮਾ ਦੇ ਅੰਦਰ ਵੀ ਆਤਮਾ ਸੀਗਾ। ਆਤਮਾ ਕਿਹੜਾ? ਕਿ ਜਿਸ ਨਾਲ ਇਨਸਾਨ ਜਿੰਦਾ ਰਹਿ ਸਕੇ। ਔਰ ਦੂਸਰਾ ਆਤਮਾ ਕਿਹੜਾ ਸੀ ਪਰਮੇਸ਼ਵਰ ਦਾ? ਉਹ ਤਾਂ ਪਵਿੱਤਰ ਆਤਮਾ ਸੀਗਾ। ਅੱਜ ਦੇਖੋ ਇਨਸਾਨ ਦੇ ਅੰਦਰ ਸਿਰਫ ਇੱਕ ਆਤਮਾ ਗਾ। ਕਿਹੜਾ ਆਤਮਾ? ਜੋ ਪਰਮੇਸ਼ਵਰ ਦਿੰਦੇ ਨੇ, ਜੋ ਹਰ ਇੱਕ ਇਨਸਾਨ ਨੂੰ ਪਰਮੇਸ਼ਵਰ ਦਿੰਦੇ ਨੇ। ਚਾਹੇ ਉਹ ਝੂਠ ਬੋਲੇ, ਚਾਹੇ ਉਹ ਮੂਰਤੀ ਪੂਜਾ ਕਰੇ, ਚਾਹੇ ਉਹ ਲੜਾਈ ਝਗੜਾ ਕਰੇ, ਚਾਹੇ ਕੁਝ ਵੀ ਕਰੇ। ਅੱਜ ਦੇਖੋ ਜਿੰਨੇ ਵੀ ਇੱਥੇ ਬੈਠੇ ਆ ਉਹ ਸਾਰੇ ਲੋਕ ਇੱਕ ਆਤਮਾ ਲੈ ਕੇ ਬੈਠੇ ਹੋਏ ਨੇ। ਲੇਕਿਨ ਬਾਈਬਲ ਦੇ ਵਿੱਚ ਜੋ ਲਿਖਿਆ ਗਾ ਕਿ ਪਰਮੇਸ਼ਵਰ ਆਪਣਾ ਪਵਿੱਤਰ ਆਤਮਾ ਦਿੰਦੇ ਨੇ। ਔਰ ਬਾਈਬਲ ਦੇ ਵਿੱਚ ਕੀ ਲਿਖਿਆ ਗਾ ਕਿ ਸੌਣ ਵਾਲਿਆ ਜਾਗ ਤੇ ਮੁਰਦਿਆਂ ਵਿੱਚੋਂ ਜੀ ਉੱਠ। ਇਹਦਾ ਮਤਲਬ ਜੋ ਇਨਸਾਨ ਹੈ ਉਹ ਮਾਂ ਦੇ ਪੇਟ ਤੋਂ ਕੀ ਹੈ? ਪਾਪੀ। ਔਰ ਜੋ ਪਾਪੀ ਹੈ ਉਹਦੇ ਅੰਦਰ ਕੀ ਨਹੀਂ ਹੈ? ਉਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਨਹੀਂ ਹੈ। ਔਰ ਜੋ ਉਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਨਹੀਂ ਹੈ ਉਹ ਕੀ ਹੈ? ਉਹ ਤੇ ਮੁਰਦਾ ਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਉਹ ਕੀ ਹੈ? ਉਹ ਮੁਰਦਾ ਗਾ। ਹੁਣ ਪਰਮੇਸ਼ਵਰ ਨੇ ਜਦ ਆਦਮ ਨੂੰ ਬਣਾਇਆ ਸੀਗਾ ਤਾਂ ਉਹਦਾ ਸਰੀਰ ਕੀ ਸੀਗਾ? ਉਹ ਤਾਂ ਪੁਤਲਾ ਸੀ, ਇੱਕ ਮਿੱਟੀ ਸੀਗੀ। ਲੇਕਿਨ ਪਰਮੇਸ਼ਵਰ ਨੇ ਕੀ ਪਾਇਆ ਉਹਦੇ ਵਿੱਚ? ਆਤਮਾ ਪਾਈ। ਕਿਹੜੀ ਆਤਮਾ? ਜਿਹਦੇ ਨਾਲ ਇਨਸਾਨ ਜਿਉਂਦਾ ਰਹਿ ਸਕੇ। ਤੇ ਨਾਲ ਹੀ ਪਰਮੇਸ਼ਵਰ ਨੇ ਜਦ ਫੂਕ ਮਾਰੀ ਤੇ ਕਿਹੜਾ ਆਤਮਾ ਆਇਆ ਸੀਗਾ? ਪਵਿੱਤਰ ਆਤਮਾ ਵੀ ਉਹਦੇ ਅੰਦਰ ਹੀ ਆ ਗਿਆ ਸੀਗਾ। ਹੁਣ ਦੇਖੋ ਅੱਜ ਇਨਸਾਨ ਹੈ ਜੋ, ਅੱਜ ਇਨਸਾਨ ਦੇ ਕੋਲ ਇੱਕ ਆਤਮਾ ਹੈਗਾ। ਕਿਹੜਾ ਆਤਮਾ? ਕਿ ਜਿਹਦੇ ਨਾਲ ਜਿੰਦਾ ਰਹਿ ਸਕੇ। ਸਾਰਿਆਂ ਨੂੰ ਸਮਝ ਆ ਰਹੀ ਹੈ ਨਾ? ਹਾਂ, ਜਿਹਦੇ ਨਾਲ ਇਨਸਾਨ ਕੀ ਰਹੇ? ਜਿੰਦਾ ਰਹੇ। ਲੇਕਿਨ ਸਹੀ ਦੇ ਵਿੱਚ ਇਨਸਾਨ ਦਾ ਅੱਜ ਜਨਮ ਹੋ ਗਿਆ, ਅੱਜ ਬੱਚਾ ਜਨਮ ਲੈ ਲੈਂਦਾ ਹੈਗਾ ਤੇ ਬਾਈਬਲ ਦੇ ਅਨੁਸਾਰ ਉਹ ਕੀ ਹੈ? ਉਹ ਪਾਪੀ ਹੈ। ਉਹ ਕੀ ਹੈ? ਪਾਪੀ। ਮਤਲਬ ਜਦੋਂ ਇਨਸਾਨ ਧਰਤੀ ਉੱਪਰ ਆ ਗਿਆ ਤਾਂ ਨਰਕ ਵਿੱਚ ਉਹਦਾ ਜਾਣਾ ਪੱਕਾ ਤੈਅ ਹੈ। ਲੇਕਿਨ ਪਰਮੇਸ਼ਵਰ ਕੀ ਕਰਦੇ ਨੇ? ਉਹਨੂੰ ਸਮਾਂ ਦਿੰਦੇ ਨੇ। ਕਾਹਦੇ ਲਈ? ਕਿ ਇਨਸਾਨ ਤੋਬਾ ਕਰ ਲਵੇ। ਹਾਲੇਲੂਇਆ, ਹਾਲੇਲੂਇਆ। ਅੱਗੇ ਪਿੱਛੇ ਨਾ ਦੇਖਿਆ ਕਰੋ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆਗਾ ਪਰਮੇਸ਼ਵਰ ਹਰ ਇਨਸਾਨ ਨੂੰ ਕੀ ਦਿੰਦੇ ਨੇ? ਸਮਾਂ ਦਿੰਦੇ ਨੇ, ਤਾਂ ਕਿ ਜੋ ਪਰਮੇਸ਼ਵਰ ਦਾ ਆਤਮਾ ਗਾ ਉਹ ਇਨਸਾਨ ਦੇ ਅੰਦਰ ਚਲਾ ਜਾਏ। ਆਦਮ ਨੇ ਗਲਤੀ ਕੀਤੀ, ਹਵਾ ਨੇ ਗਲਤੀ ਕੀਤੀ। ਉਸ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਪਵਿੱਤਰ ਆਤਮਾ ਸੀ ਉਹਨਾਂ ਨੂੰ ਛੱਡ ਕੇ ਚਲਾ ਗਿਆ। ਲੇਕਿਨ ਜਿਹੜਾ ਆਤਮਾ ਦੇ ਅੰਦਰ ਸੀਗਾ ਉਸ ਤੋਂ ਬਾਅਦ ਵੀ ਆਦਮ 930 ਸਾਲਾਂ ਤੱਕ ਜਿਉਂਦਾ ਰਿਹਾ। ਜਦ ਕਿ ਪਰਮੇਸ਼ਵਰ ਨੇ ਕਿਹਾ ਸੀਗਾ ਕਿ ਤੂੰ ਮਰ ਜਾਏਗਾ। ਇਹਦਾ ਮਤਲਬ ਕਿ ਤੇਰੇ ਅੰਦਰ ਪਾਪ ਆ ਗਿਆ, ਤੇਰੇ ਅੰਦਰ ਗੁਨਾਹ ਆ ਗਿਆ ਤੇ ਤੇਰਾ ਰਿਸ਼ਤਾ ਮੇਰੇ ਨਾਲ ਟੁੱਟ ਚੁੱਕਿਆ ਹੈਗਾ। ਹੁਣ ਦੇਖੋ ਜੋ ਆਦਮ ਸੀਗਾ ਦੇਖਣ ਨੂੰ ਤਾਂ ਜਿੰਦਾ ਹੀ ਲੱਗਦਾ ਸੀਗਾ। ਹੱਥ ਵੀ ਸੀਗੇ, ਕੰਨ ਵੀ ਸੀਗੇ, ਪੈਰ ਵੀ ਸੀਗੇ, ਸਭ ਕੁਝ ਕਰਦਾ ਸੀਗਾ ਔਰ ਸਭ ਕੁਝ ਉਹ ਖਾਂਦਾ ਪੀਂਦਾ ਵੀ ਸੀਗਾ। ਲੇਕਿਨ ਹੈ ਕੀ ਸੀ ਪਰਮੇਸ਼ਵਰ ਦੀ ਨਜ਼ਰਾਂ ਵਿੱਚ? ਮੁਰਦਾ। ਕਿਉਂ? ਕਿਉਂਕਿ ਪਰਮੇਸ਼ਵਰ ਦਾ ਆਤਮਾ ਉਹਦੇ ਅੰਦਰ ਨਹੀਂ ਹੈ। ਅੱਜ ਬੜੇ ਲੋਕ ਇੱਥੇ ਬੈਠੇ ਹੋਏ ਨੇ, ਅਜਿਹੇ ਲੋਕ ਕਿ ਜਿਹੜੇ ਲੋਕਾਂ ਦੇ ਅੰਦਰ ਆਤਮਾ ਤਾਂ ਹੈ, ਜਿਹੜਾ ਆਤਮਾ ਪਰਮੇਸ਼ਵਰ ਦਿੰਦੇ ਨੇ, ਲੇਕਿਨ ਜਿਹਦੇ ਅੰਦਰ ਪਵਿੱਤਰ ਆਤਮਾ ਨਹੀਂ ਹੈ ਉਹ ਕੀ ਹੈ ਪਰਮੇਸ਼ਵਰ ਦੀ ਨਜ਼ਰਾਂ ਵਿੱਚ? ਉਹ ਤਾਂ ਮੁਰਦਾ ਗਾ। ਔਰ ਮੁਰਦੇ ਲੋਕ ਕਦੇ ਵੀ ਪਰਮੇਸ਼ਵਰ ਦੀ ਆਰਾਧਨਾ ਨਹੀਂ ਕਰ ਸਕਦੇ। ਔਰ ਮੁਰਦੇ ਲੋਕ ਕਦੇ ਵੀ ਉਹ ਪਰਮੇਸ਼ਵਰ ਦੇ ਕੋਲ ਜਾ ਨਹੀਂ ਸਕਦੇ, ਕਿਉਂਕਿ ਜਦ ਪਰਮੇਸ਼ਵਰ ਦੇ ਕੋਲ ਕਿਸ ਨੇ ਜਾਣਾਗਾ ਤਾਂ ਪਰਮੇਸ਼ਵਰ ਕੀ ਕਰਨਗੇ? ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਪਹਿਲਾਂ ਜਿੰਦਾ ਕਰਨਗੇ ਔਰ ਜਿੰਦਾ ਕਰਕੇ ਕੀ ਕਰਨਗੇ? ਉਹਨਾਂ ਨੂੰ ਉਹ ਸਵਰਗ ਵਿੱਚ ਲੈ ਕੇ ਜਾਣਗੇ। ਮੁਰਦੇ ਤੋਂ ਪਰਮੇਸ਼ਵਰ ਨੇ ਕੀ ਕਰਾਉਣਾ? ਉੱਥੇ ਮੁਰਦਾ ਕੋਈ ਸਵਰਗ ਵਿੱਚ ਜਾ ਹੀ ਨਹੀਂ ਸਕਦਾ, ਕਿਉਂਕਿ ਪ੍ਰਭੂ ਯਿਸੂ ਮਸੀਹ ਕੀ ਕਰਨਗੇ? ਉਹਨਾਂ ਨੂੰ ਜਿੰਦਾ ਕਰਕੇ ਲੈ ਕੇ ਜਾਣਗੇ। ਔਰ ਜਿੰਦਾ ਕਿਹਨੂੰ ਕਰਨਗੇ? ਕਿ ਜਿਹਦੇ ਅੰਦਰ ਪਵਿੱਤਰ ਆਤਮਾ ਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ ਕਿ ਅੱਜ ਸਾਡੇ ਪਰਮੇਸ਼ਵਰ ਸਾਨੂੰ ਕੀ ਸਿਖਾਉਣਾ ਚਾਹੁੰਦੇ ਨੇ। ਔਰ ਇਨਸਾਨ ਨੂੰ ਜਿੰਦਾ ਕਰਨ ਵਾਲਾ ਕੌਣ ਹੈ? ਉਹ ਤਾਂ ਪਵਿੱਤਰ ਆਤਮਾ ਗਾ। ਕਿਉਂਕਿ ਪਵਿੱਤਰ ਆਤਮਾ ਕੀ ਹੈ? ਉਹ ਤੇ ਸੰਦੀਪਕ ਆਤਮਾ ਹੈ। ਸੰਦੀਪਕ ਆਤਮਾ ਮਤਲਬ ਸਦਾ ਦਾ ਆਤਮਾ ਗਾ, ਆਦ ਅੰਤ ਹੈ। ਉਹ ਪਵਿੱਤਰ ਆਤਮਾ ਅਗਰ ਇਨਸਾਨ ਦੇ ਅੰਦਰ ਹੈ ਤੇ ਉਹੀ ਆਤਮਾ ਇਨਸਾਨ ਨੂੰ ਕੀ ਕਰੇਗਾ? ਉਹੀ ਆਤਮਾ ਇਨਸਾਨ ਨੂੰ ਜਿੰਦਾ ਵੀ ਕਰਦਾਗਾ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆਗਾ ਕਿ ਸਰੀਰ ਆਤਮਾ ਤੋਂ ਬਿਨਾਂ ਕੀ ਹੈ? ਮੁਰਦਾ। ਅੱਜ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ ਔਰ ਆਪਣੇ ਆਪ ਨੂੰ ਦੇਖਦੇ ਰਹੋ ਤੁਸੀਂ ਕਿ ਤੁਸੀਂ ਜਿੰਦਾ ਹੋ ਜਾਂ ਮੁਰਦਾ ਹੋ। ਤੁਸੀਂ ਚੱਲ ਫਿਰ ਸਕਦੇ ਹੋ ਆਪਣੇ ਕੰਮਕਾਰ ਦੇ ਲਈ, ਲੇਕਿਨ ਪਰਮੇਸ਼ਵਰ ਦੀ ਮਹਿਮਾ ਦੇ ਲਈ ਤੁਹਾਡੇ ਪੈਰ ਨਹੀਂ ਚੱਲਦੇ।
ਤੁਹਾਡੇ ਹੱਥ ਪੈਰ ਚੱਲ ਸਕਦੇ ਨੇ, ਤੁਹਾਡੀ ਜ਼ੁਬਾਨ ਚੱਲ ਸਕਦੀ ਹੈ, ਤੁਹਾਡੇ ਕੰਨ ਸੁਣ ਸਕਦੇ ਨੇ, ਲੇਕਿਨ ਪਰਮੇਸ਼ਵਰ ਦੇ ਕੰਮ ਦੇ ਲਈ ਨਾ ਤੁਹਾਡਾ ਸਰੀਰ ਕੰਮ ਕਰੇ ਤੇ ਨਾ ਤੁਹਾਡੀ ਜੋ ਆਤਮਾ ਗਈ ਉਹ ਕੰਮ ਕਰੇ। ਕਿਉਂ? ਕਿਉਂਕਿ ਇਨਸਾਨ ਕੀ ਹੈ? ਉਹ ਮੁਰਦਾ ਹੈਗਾ, ਔਰ ਮੁਰਦਾ ਇਨਸਾਨ ਕਦੇ ਵੀ ਪਰਮੇਸ਼ਵਰ ਦੀ ਆਰਾਧਨਾ ਨਹੀਂ ਕਰ ਸਕਦਾ। ਕਿਉਂਕਿ ਇੱਕ ਵਚਨ ਪੜ੍ਹੋ ਮੇਰੇ ਨਾਲ ਤੁਸੀਂ, ਗਿਣਤੀ ਉਹਦਾ 11 ਦੇ ਆਏ। ਇਹ ਉਦੋਂ ਦੀ ਗੱਲ ਹੈ ਕਿ ਜਦੋਂ ਪਰਮੇਸ਼ਵਰ ਨੇ ਆਪਣਾ ਸਾਮਰਥ ਦੇ ਕੇ, ਆਪਣਾ ਆਤਮਾ ਦੇ ਕੇ ਮੂਸਾ ਨੂੰ ਭੇਜਿਆ ਸੀਗਾ ਮਿਸਰ ਦੇਸ਼ ਦੀ ਗੁਲਾਮੀ ਦੇ ਵਿੱਚ, ਕਿ ਉੱਥੇ ਮੇਰੇ ਲੋਕ ਨੇ, ਉਹਨਾਂ ਲੋਕਾਂ ਨੂੰ ਛੁਡਾ ਕੇ ਲੈ ਕੇ ਆ। ਹੁਣ ਦੇਖੋ ਮੂਸਾ ਨੇ ਉੱਥੇ ਬਹੁਤ ਸਾਰੇ ਕੰਮ ਕੀਤੇ ਸੀਗੇ, ਉਹਨਾਂ ਲੋਕਾਂ ਨੂੰ ਛੁਡਾਇਆ ਵੀ ਸੀਗਾ, ਲੇਕਿਨ ਰਸਤੇ ਵਿੱਚ ਕੀ ਹੋਇਆ? ਪਰਮੇਸ਼ਵਰ ਨੇ ਦੇਖਿਆ ਕਿ ਮੂਸਾ ਤਾਂ ਇਕੱਲਾ ਹੀ ਹੈ, ਲੋਕ ਬਹੁਤ ਨੇ, ਪ੍ਰਜਾ ਬਹੁਤ ਹੈ, ਹੁਣ ਕੀ ਹੈ? ਇਸ ਦੀ ਸਹਾਇਤਾ ਹੋਣੀ ਚਾਹੀਦੀ ਹੈ ਮੂਸਾ ਦੀ। ਤਾਂ ਪਰਮੇਸ਼ਵਰ ਨੇ ਮੂਸਾ ਨਾਲ ਗੱਲ ਕਰੀ, ਔਰ ਗਿਣਤੀ ਉਹਦਾ 11 ਦੇ ਆਏ, ਉਹਦਾ 16 ਵਚਨ ਪੜੋ। ਯਹੋਵਾ ਨੇ ਮੂਸਾ ਨੂੰ ਆਖਿਆ, ਮੇਰੇ ਲਈ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ 7 ਮਨੁੱਖ ਇਕੱਠੇ ਕਰ, ਜਿਨ੍ਹਾਂ ਨੂੰ ਤੂੰ ਜਾਣਦਾ ਹੈ ਕਿ ਉਹ ਪਰਜਾ ਦੇ ਬਜ਼ੁਰਗ ਅਤੇ ਹੁੱਦੇਦਾਰ ਹਨ। ਫਿਰ ਉਹਨਾਂ ਨੂੰ ਮੰਡਲੀ ਦੇ ਤੰਬੂ ਕੋਲ ਲਿਆ ਕਿ ਉਹ ਉੱਥੇ ਤੇਰੇ ਨਾਲ ਖਲੋ ਜਾਣ। ਹਾਲੇਲੂਇਆ, ਹਾਲੇਲੂਇਆ। ਕੀ ਲਿਖਿਆ ਬਾਈਬਲ ਦੇ ਵਿੱਚ? ਪਰਮੇਸ਼ਰ ਨੇ ਮੂਸਾ ਨੂੰ ਕੀ ਕਿਹਾ? 70 ਮਨੁੱਖ ਇਕੱਠੇ ਕਰ। ਕਾਹਦੇ ਲਈ? ਕਿਉਂਕਿ ਤੇਰੇ ਨਾਲ ਉਹ ਕੀ ਕਰਨਗੇ? ਮੰਡਲੀ ਦਾ ਮਤਲਬ ਲੋਕਾਂ ਦਾ ਭਾਰ ਚੁੱਕਣਗੇ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਅਗਰ ਪਰਮੇਸ਼ਰ ਕਿਸੇ ਨੂੰ ਪਸੰਦ ਕਰਦੇ ਨੇ, ਅਗਰ ਕਿਸੇ ਨੂੰ ਪਰਮੇਸ਼ਰ ਚੁਣਦੇ ਨੇ, ਤਾਂ ਪਰਮੇਸ਼ਰ ਇਸ ਤਰ੍ਹਾਂ ਹੀ ਚੁਣਦੇ। ਫਿਰ ਅੱਗੇ, ਅਤੇ ਮੈਂ ਉੱਤਰ ਦੇ ਕੇ ਉੱਥੇ ਤੇਰੇ ਨਾਲ ਗੱਲਾਂ ਕਰਾਂਗਾ, ਅਤੇ ਮੈਂ ਉੱਤਰ ਕੇ ਉੱਥੇ ਤੇਰੇ ਨਾਲ ਗੱਲਾਂ ਕਰਾਂਗਾ, ਅਤੇ ਮੈਂ ਉਸ ਆਤਮਾ ਤੋਂ ਲੈ ਕੇ ਜਿਹੜਾ ਤੇਰੇ ਉੱਤੇ ਹੈ ਉਹਨਾਂ ਉੱਤੇ ਪਾਵਾਂਗਾ, ਅਤੇ ਉਹ ਤੇਰੇ ਨਾਲ ਪਰਜਾ ਦਾ ਭਾਰ ਚੁੱਕਣਗੇ, ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਦੇਖੋ ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮਿਸਰ ਦੇ ਗੁਲਾਮੀ ਵਿੱਚੋਂ ਬਾਹਰ ਕੱਢਿਆ ਸੀਗਾ, ਖਾਂਦੇ ਪੀਂਦੇ ਸੀ ਲੋਕ, ਉਹ ਲੜਾਈ ਝਗੜਾ ਵੀ ਕਰਦੇ ਸੀਗੇ, ਤੇ ਮੂਸਾ ਦੇ ਲਈ, ਮੂਸਾ ਨੂੰ ਮਾਰਨ ਵਾਸਤੇ ਪੱਥਰ ਵੀ ਚੁੱਕ ਲੈਂਦੇ ਸੀਗੇ, ਹੱਥ ਪੈਰ ਤਾਂ ਚੱਲਦੇ ਸੀਗੇ, ਉਹਨਾਂ ਦੀ ਜ਼ੁਬਾਨ ਵੀ ਚੱਲਦੀ ਸੀਗੀ, ਅੱਖਾਂ ਵੀ ਕੱਢਦੇ ਸੀ ਮੂਸਾ ਉੱਪਰ, ਤੇ ਹੱਥਾਂ ਨਾਲ ਪੱਥਰ ਚੁੱਕ ਕੇ ਮੂਸਾ ਨੂੰ ਸੱਟਣ ਦੇ ਲਈ ਤਿਆਰ ਹੋ ਜਾਂਦੇ ਸੀਗੇ। ਕੀ ਉਹ ਮੁਰਦਾ ਸੀਗੇ? ਉਹ ਮੁਰਦਾ ਨਹੀਂ ਸੀਗੇ ਸੰਸਾਰ ਦੇ ਨਜ਼ਰਾਂ ਵਿੱਚ, ਲੇਕਿਨ ਪਰਮੇਸ਼ਰ ਦੀ ਨਜ਼ਰਾਂ ਵਿੱਚ ਕੀ ਸੀਗੇ? ਉਹ ਤਾਂ ਮੁਰਦਾ ਸੀਗੇ। ਇਸ ਲਈ ਪਰਮੇਸ਼ਰ ਨੇ ਮੂਸਾ ਨੂੰ ਕਿਹਾ ਕਿ ਮੂਸਾ 70 ਲੋਕਾਂ ਨੂੰ ਪਸੰਦ ਕਰ, ਉਹਨਾਂ ਦੇ ਉੱਪਰ ਕੀ ਹੈ? ਮੈਂ ਉਹੀ ਆਤਮਾ ਦੇਵਾਂਗਾ ਜਿਹੜਾ ਆਤਮਾ ਤੇਰੇ ਉੱਪਰ ਕੰਮ ਕਰਦਾਗਾ, ਤਾਂ ਕਿ ਤੂੰ ਕੀ ਕਰੇ? ਉਹ ਸਾਰੀ ਪ੍ਰਜਾ ਦਾ ਜਿਨ੍ਹਾਂ ਦਾ ਤੂੰ ਨਿਆਂ ਕਰਦਾਗਾ, ਜਿਨ੍ਹਾਂ ਦੀ ਦੇਖਭਾਲ ਕਰਦਾਗਾ, ਉਹ ਤੇਰੇ ਨਾਲ ਮਿਲ ਕੇ ਉਹ ਕੰਮ ਕਰਨ। ਉਸ ਤੋਂ ਬਾਅਦ ਕੀ ਹੋਇਆ? ਮੇਰੇ ਨਾਲ ਵਚਨ ਪੜੋ 25, 11 ਦੀ 25। ਤਾਂ ਯਹੋਵਾ ਬੱਦਲ ਵਿੱਚੋਂ ਉਤਰਿਆ ਅਤੇ ਉਹਦੇ ਨਾਲ ਗੱਲ ਕੀਤੀ। ਫਿਰ ਉਸਨੇ ਉਸ ਆਤਮਾ ਤੋਂ ਲੈ ਕੇ ਜਿਹੜਾ ਉਹਦੇ ਉੱਤੇ ਸੀ ਉਹਨਾਂ 70 ਬਜ਼ੁਰਗ ਮਨੁੱਖਾਂ ਉੱਤੇ ਪਾ ਦਿੱਤਾ, ਅਤੇ ਇਉਂ ਹੋਇਆ ਕਿ ਜਦ ਆਤਮਾ ਉਹਨਾਂ ਉੱਤੇ ਉਤਰਿਆ ਤਾਂ ਉਹ ਅਗੰਮ ਵਾਚਣ ਲੱਗ ਪਏ, ਪਰ ਉਹਨਾਂ ਨੇ ਇਸ ਦੇ ਮਗਰੋਂ ਫੇਰ ਨਾ ਕੀਤਾ। ਸਾਰੇ ਬੋਲੋ ਹਾਲੇਲੂਇਆ। ਦੇਖੋ ਪਰਮੇਸ਼ਵਰ ਨੇ ਆਤਮਾ ਪਾਇਆ ਉਹਨਾਂ ਦੇ ਉੱਪਰ, ਉਹਨਾਂ ਦੇ ਉੱਪਰ ਕੀ ਸੀਗਾ? ਉਹ ਆਤਮਾ ਭੇਜਿਆ ਪਰਮੇਸ਼ਵਰ ਨੇ, ਔਰ ਦੇਖੋ ਉਹਨਾਂ ਦਾ ਜੀਵਨ ਬਦਲ ਗਿਆ, ਉਹਨਾਂ ਦਾ ਸੁਭਾਅ ਬਦਲ ਗਿਆ। ਉਹ ਕੀ ਕਰਨ ਲੱਗੇ? ਉਹ ਤਾਂ ਅਗੰਮ ਵਾਚਣ ਲੱਗ ਪਏ, ਮਤਲਬ ਭਵਿੱਖਬਾਣੀ ਕਰਨ ਲੱਗ ਪਏ, ਪਰਮੇਸ਼ਵਰ ਦੇ ਜੋ ਕੰਮ ਸੀਗਾ ਪਰਮੇਸ਼ਵਰ ਦੇ ਵਚਨ ਪੁਕਾਰਨ ਲੱਗ ਪਏ। ਇਹ ਸਾਰੇ ਕੰਮ ਉਹਨਾਂ ਨੇ ਕਰਨੇ ਸ਼ੁਰੂ ਕੀਤੇ। ਜਦ ਕਿ ਉਹ ਮੁਰਦਾ ਸੀਗੇ ਤਦ ਤੱਕ ਉਹ ਨਹੀਂ ਕੁਝ ਕਰ ਸਕੇ ਸੀਗੇ, ਲੇਕਿਨ ਜਦ ਪਰਮੇਸ਼ਵਰ ਨੇ ਆਤਮਾ ਪਾਇਆ ਉਹਨਾਂ ਦੇ ਉੱਪਰ, ਆਤਮਾ ਭੇਜਿਆ, ਤਾਂ ਕੀ ਹੋ ਗਏ? ਉਹ ਲੋਕ ਬਦਲ ਗਏ, ਉਹਨਾਂ ਦਾ ਜੀਵਨ ਬਦਲ ਗਿਆ। ਔਰ ਫਿਰ ਕੀ ਹੋਇਆ? ਗਿਣਤੀ ਉਹਦਾ 16 ਦੇ ਆਏ, ਉਹਦਾ 1 ਤੇ 2 ਪੜੋ। ਕਹਾਤ ਦੇ ਪੋਤੇ ਇਸਹਾਰ ਦੇ ਪੁੱਤਰ ਕੋਰ ਲੇਵੀ ਨੇ, ਅਤੇ ਅਲਿਆਬ ਦੇ ਪੁੱਤਰਾਂ ਦਾਤਾਨ ਅਤੇ ਅਬੀਰਾਮ ਨੇ, ਅਤੇ ਪਾਲਤ ਦੇ ਪੁੱਤਰ ਉਹਨਾਂ ਨੇ, ਜਿਹੜੇ ਰੂਬੇਨੀ ਸਨ, ਮਨੁੱਖਾਂ ਨੂੰ ਨਾਲ ਲਿਆ। ਉਹ ਅਤੇ ਇਸਰਾਏਲੀਆਂ ਵਿੱਚੋਂ 250 ਮਨੁੱਖ, ਜਿਹੜੇ ਮੰਡਲੀ ਦੇ ਪ੍ਰਧਾਨ ਅਤੇ ਮੰਡਲੀ ਦੇ ਚੁਣਵੇ ਅਤੇ ਨਾਮੀ ਸਨ, ਮੂਸਾ ਕੇ ਉੱਠੇ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਇੱਥੇ 4 ਲੋਕ ਸੀਗੇ, ਉਹਨਾਂ 4 ਲੋਕਾਂ ਨੇ ਕੀ ਕੀਤਾ? ਇੱਕ ਟੋਲੀ ਬਣਾ ਲਈ, ਔਰ ਉਹਦੇ ਵਿੱਚ ਕੀ ਸੀਗਾ? ਉਹਨਾਂ ਨੇ 250 ਲੋਕਾਂ ਨੂੰ ਆਪਣੇ ਨਾਲ ਲੈ ਲਿਆ। ਔਰ 250 ਲੋਕ ਸੀਗੇ, ਉਹ ਕੋਈ ਆਮ ਲੋਕ ਨਹੀਂ ਸੀਗੇ। ਉਹ ਲੋਕ ਕੌਣ ਸੀਗੇ?
ਕੀ ਸੀਗੇ? ਚੁਣੇ ਹੋਏ ਲੋਕ, ਮੰਡਲੀ ਵਿੱਚ ਚੁਣੇ ਹੋਏ ਲੋਕ, ਨਾਮੀ ਲੋਕ, ਪ੍ਰਧਾਨ ਲੋਕ। ਉਹ ਕੀ ਸੀਗੇ? ਨਾਮੀ ਲੋਕ ਸੀਗੇ, ਚੁਣੇ ਹੋਏ ਲੋਕ ਸੀਗੇ। ਹੁਣ ਕੀ ਹੋ ਗਿਆ? ਇਹਨਾਂ ਨੇ ਇੱਕ ਟੋਲੀ ਬਣਾ ਲਈ। ਟੋਲੀ ਬਣਾ ਕੇ ਕੀ ਕੀਤਾ ਇਹਨਾਂ ਨੇ? ਇਹਨਾਂ ਨੇ ਮੂਸਾ ਦਾ ਵਿਰੋਧ ਕੀਤਾ। ਇਹਨਾਂ ਨੇ ਕੀ ਕੀਤਾ? ਜਦੋਂ ਮੂਸਾ ਦਾ ਵਿਰੋਧ ਕੀਤਾ ਔਰ ਮੂਸਾ ਦਾ ਵਿਰੋਧ ਕੀਤਾ ਤਾਂ ਮੂਸਾ ਨੂੰ ਕੀ ਕਹਿੰਦੇ ਨੇ? ਮੂਸਾ ਤੂੰ ਧੱਕੇ ਨਾਲ ਆਪਣੇ ਆਪ ਨੂੰ ਸਾਡਾ ਸਰਦਾਰ ਬਣਾ ਕੇ ਬੈਠਾਂਗਾ, ਆਗੂ ਬਣਾ ਕੇ ਬੈਠਾਂਗਾ। ਤੇ ਉਸ ਤੋਂ ਬਾਅਦ ਕੀ ਹੋਇਆ? ਜਦ ਇਸ ਗੱਲ ਦਾ ਮੂਸਾ ਨੂੰ ਪਤਾ ਚੱਲਿਆ ਤਾਂ ਮੂਸਾ ਨੇ ਕੀ ਕਿਹਾ? ਇਹਦਾ 16 ਦੀ 12 ਪੜੋ ਗਿਣਤੀ। ਤਾਂ ਮੂਸਾ ਨੇ ਅਲੀਆਬ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨੂੰ ਬੁਲਾ ਕੇ ਲਿਆ, ਪਰ ਉਹਨਾਂ ਨੇ ਆਖਿਆ ਅਸੀਂ ਨਹੀਂ ਆਵਾਂਗੇ। ਦੇਖੋ, ਪਰਮੇਸ਼ਰ ਦਾ ਦਾਸ ਮੂਸਾ ਜਿਹੜਾ ਪਰਮੇਸ਼ਰ ਦੇ ਆਤਮਾ ਦੁਆਰਾ ਚੱਲਦਾ ਹੈਗਾ, ਆਤਮਾ ਨਾਲ ਭਰਿਆ ਹੋਇਆ ਹੈਗਾ, ਉਹਨਾਂ ਦੇ ਕੋਲ ਸੁਨੇਹਾ ਭੇਜਿਆ ਵੀ ਆਓ ਭਾਈ ਤੁਹਾਨੂੰ ਬੁਲਾ ਰਿਹਾ ਮੂਸਾ। ਤੇ ਉਹਨਾਂ ਨੇ ਸਾਫ਼ ਮਨਾ ਕਰਤਾ, ਅਸੀਂ ਨਹੀਂ ਆਉਂਦੇ ਹੋਏ, ਅਸੀਂ ਨਹੀਂ ਆਉਣਾ। ਉਹ ਨਹੀਂ ਆਏ। ਕਿਉਂ? ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਆ ਗਿਆ ਸੀਗਾ ਹੁਣ ਪਰਮੇਸ਼ਰ ਸਾਡਾ ਇਸਤੇਮਾਲ ਕਰਦਾ ਹੈਗਾ, ਹੁਣ ਅਸੀਂ ਵੀ ਚੁਣੇ ਹੋਏ ਲੋਕ ਹਾਂ। ਹੁਣ ਅਸੀਂ ਕੀ ਆ? ਅਸੀਂ ਵੀ ਹੁਣ ਕੀ ਹੈ? ਪਰਮੇਸ਼ਰ ਦੇ ਪਿੱਛੇ ਚੱਲਣ ਵਾਲੇ ਲੋਕ ਹਾਂ। ਹੁਣ ਕੀ ਹੈ? ਅਸੀਂ ਵੀ ਮਤਲਬ ਪਰਮੇਸ਼ਰ ਦਾ ਕੰਮ ਕਰ ਸਕਦੇ ਹਾਂ। ਉਸ ਤੋਂ ਬਾਅਦ ਕੀ ਹੋਇਆ? ਮੇਰੇ ਨਾਲ ਬਚਨ ਪੜੋ ਇਹਦਾ 25। ਸੋ ਮੂਸਾ ਉੱਠ ਕੇ ਦਾਥਾਨ ਅਤੇ ਅਬੀਰਾਮ ਦੇ ਕੋਲ ਗਿਆ ਅਤੇ ਇਸਰਾਇਲ ਦੇ ਬਜ਼ੁਰਗ ਵੀ ਉਸ ਦੇ ਪਿੱਛੇ ਪਿੱਛੇ ਗਏ। ਦੇਖੋ, ਉਹ ਲੋਕ ਨਹੀਂ ਆਏ ਜਿਨ੍ਹਾਂ ਨੂੰ ਬੁਲਾਇਆ ਸੀ ਮੂਸਾ ਨੇ, ਲੇਕਿਨ ਮੂਸਾ ਖੁਦ ਚਲਾ ਗਿਆ ਉੱਥੇ ਉਹਨਾਂ ਕੋਲ। ਜਦੋਂ ਮੂਸਾ ਚਲਾ ਗਿਆ ਤਾਂ ਮੂਸਾ ਨੇ ਉਹਨਾਂ ਨਾਲ ਗੱਲਬਾਤ ਕੀਤੀ। ਤਾਂ ਉਸ ਤੋਂ ਬਾਅਦ ਕੀ ਹੋਇਆ? ਮੂਸਾ ਦਾ ਕਰੋਧ ਕਾਫੀ ਭੜਕਿਆ ਉਹਨਾਂ ਦੇ ਉੱਪਰ। ਔਰ ਜਦੋਂ ਮੂਸਾ ਦਾ ਕਰੋਧ ਕਾਫੀ ਭੜਕਿਆ ਤਾਂ ਮੂਸਾ ਨੇ ਉਹਨਾਂ ਨੂੰ ਕੀ ਕਿਹਾ? ਮੇਰੇ ਨਾਲ ਬਚਨ ਪੜੋ ਤੁਸੀਂ, ਇਹਦਾ 28 ਬਚਨ। ਫਿਰ ਮੂਸਾ ਨੇ ਆਖਿਆ, ਤੁਸੀਂ ਇਸ ਤੋਂ ਜਾਣ ਲਓ ਕਿ ਯਹੋਵਾ ਨੇ ਮੈਨੂੰ ਘੱਲਿਆ ਹੈ, ਨਾ ਕਿ ਮੇਰੇ ਮਨ ਨੇ, ਜੋ ਮੈਂ ਇਹਨਾਂ ਸਾਰਿਆਂ ਕੰਮਾਂ ਨੂੰ ਕਰਾਂ। ਹਾਂ 29। ਜੇ ਇਹ ਸਾਰਿਆਂ ਆਦਮੀਆਂ ਦੀ ਆਮ ਮੌਤੋਂ ਮਰਨ ਅਤੇ ਸਾਰਿਆਂ ਆਦਮੀਆਂ ਵਾਂਗੂ ਇਹਨਾਂ ਉੱਤੇ ਭਾਣਾ ਵਰਤੇ ਤਾਂ ਯਹੋਵਾ ਨੇ ਮੈਨੂੰ ਘੱਲਿਆ ਹੀ ਨਹੀਂ। ਸਾਰੇ ਬੋਲੋ ਹਾਲੇਲੂਇਆ। ਹੁਣ ਮੂਸਾ ਦਾ ਕਰੋਧ ਬਹੁਤ ਭੜਕ ਚੁੱਕਿਆ ਸੀਗਾ ਇਹਨਾਂ ਲੋਕਾਂ ਦੇ ਉੱਪਰ। ਇਹਨਾਂ ਲੋਕਾਂ ਦੇ ਉੱਪਰ ਕਰੋਧ ਬਹੁਤ ਭੜਕ ਚੁੱਕਿਆ ਸੀਗਾ। ਦੇਖੋ, ਪਰਮੇਸ਼ਰ ਨੇ ਤਾਂ ਆਤਮਾ ਦਿੱਤਾ ਸੀਗਾ ਇਹਨਾਂ ਲੋਕਾਂ ਨੂੰ, ਕਾਹਦੇ ਲਈ? ਤਾਂ ਕਿ ਜਿੰਦਾ ਹੋ ਜਾਣ। ਔਰ ਜਿੰਦਾ ਹੋ ਕੇ ਕੀ ਕਰਨ? ਇਹ ਮੇਰਾ ਕੰਮ ਕਰਨ। ਲੇਕਿਨ ਦੇਖੋ ਇਹਨਾਂ ਨੂੰ ਕੀ ਹੋਇਆ? ਇਹ ਭਰਮਾਏ ਗਏ, ਇਹ ਸ਼ੈਤਾਨ ਦੇ ਬਹਿਕਾਵੇ ਵਿੱਚ ਆ ਗਏ। ਜਦੋਂ ਸ਼ੈਤਾਨ ਦੇ ਬਹਿਕਾਵੇ ਵਿੱਚ ਆ ਗਏ ਤਾਂ ਇਹਨਾਂ ਨੇ ਤਾਂ ਆਪਣੀ ਮਰਜ਼ੀ ਦੇ ਨਾਲ ਜੀਵਨ ਜੀਣਾ ਸ਼ੁਰੂ ਕਰ ਦਿੱਤਾ। ਫਿਰ 30 ਵਚਨ ਪੜੋ। ਪਰ ਜੇ ਯਹੋਵਾ ਕੋਈ ਅਨੋਖਾ ਕੰਮ ਕਰੇ ਅਤੇ ਭੂਮੀ ਆਪਣਾ ਮੂੰਹ ਖੋਲ ਕੇ ਇਹਨਾਂ ਨੂੰ ਅਤੇ ਇਹਨਾਂ ਦੇ ਲੁੱਕੇ ਤੁੱਕੇ ਨੂੰ ਭਖ ਲਵੇ ਕਿ ਉਹ ਜਿਉਂਦੇ ਪਤਾਲ ਵਿੱਚ ਉਤਰ ਜਾਣ, ਤਾਂ ਤੁਸੀਂ ਜਾਣ ਲਓ ਕਿ ਇਹਨਾਂ ਮਨੁੱਖਾਂ ਨੇ ਯਹੋਵਾ ਨੂੰ ਤੁੱਛ ਜਾਣਿਆ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਹੁਣ ਦੇਖੋ ਇਹਨਾਂ ਲੋਕਾਂ ਨੇ ਕੀ ਕਰਿਆ ਸੀਗਾ? ਇਹਨਾਂ ਲੋਕਾਂ ਨੇ ਮੂਸਾ ਦਾ ਵਿਰੋਧ ਕੀਤਾ। ਕਿਹੜੇ ਮੂਸਾ ਦਾ? ਕਿ ਜਿਹੜੇ ਮੂਸਾ ਨੇ ਇਹਨਾਂ ਦੇ ਲਈ ਮਿਹਨਤ ਕੀਤੀ, ਜਿਹੜੇ ਮੂਸਾ ਨੇ ਇਹਨਾਂ ਲਈ ਭੁੱਖ ਪਿਆਸ ਰੱਖੀ, ਆਪਣੇ ਕਿਸੇ ਵੀ ਗੱਲ ਦੀ ਉਹਨੂੰ ਪਰਵਾਹ ਨਹੀਂ ਕੀਤੀ। ਜਦੋਂ ਪਰਮੇਸ਼ਵਰ ਨੇ ਮੂਸਾ ਨੂੰ ਆਪਣਾ ਆਤਮਾ ਦਿੱਤਾ, ਉਸ ਤੋਂ ਬਾਅਦ ਪਰਮੇਸ਼ਵਰ ਨੇ ਕਿਹਾ ਮੂਸਾ ਆਪਣੇ ਲੋਕਾਂ ਦੇ ਵਿੱਚੋਂ 70 ਲੋਕ ਚੁਣ ਲੈ, ਤੇਰੇ ਨਾਲ ਉਹ ਕੀ ਕਰਨਗੇ? ਇਜ਼ਰਾਈਲ ਦੀ ਪ੍ਰਜਾ ਦਾ ਉਹ ਭਾਰ ਚੁੱਕਣਗੇ। ਜਦੋਂ ਉਹਨਾਂ ਨੂੰ ਲੱਗਿਆ ਕਿ ਸਾਡਾ ਇਸਤੇਮਾਲ ਹੋ ਰਿਹਾਗਾ, ਹੁਣ ਅਸੀਂ ਕੰਮ ਕਰ ਸਕਦੇ ਹਾਂ, ਤਾਂ ਉਹ ਭਰਮਾਏ ਗਏ। ਜਦੋਂ ਭਰਮਾਏ ਗਏ ਤਾਂ ਉਹ ਚੀਜ਼ ਦੇ ਵਿੱਚ ਫਸ ਗਏ। ਉਸ ਤੋਂ ਬਾਅਦ ਮੂਸਾ ਦਾ ਵਿਰੋਧ ਕੀਤਾ। ਮੂਸਾ ਤੂੰ ਆਪਣੇ ਆਪ ਨੂੰ ਧੱਕੇ ਨਾਲ ਕੀ ਹੈ? ਸਾਡੇ ਉੱਪਰ ਆਪਣਾ ਪ੍ਰਧਾਨ ਬਣਾ ਕੇ ਬੈਠਾਂਗਾ, ਤੂੰ ਆਗੂ ਬਣਾ ਕੇ ਬੈਠਾਂਗਾ। ਤਾਂ ਫਿਰ ਮੂਸਾ ਦਾ ਕਰੋਧ ਬਹੁਤ ਭੜਕਿਆ। ਮੂਸਾ ਕਹਿੰਦਾ ਕੋਈ ਗੱਲ ਨਹੀਂ, ਅਗਰ ਤੁਹਾਨੂੰ ਇਦਾਂ ਲੱਗਦਾ ਨਾ ਤੁਸੀਂ ਇਦਾਂ ਕਰੋ, ਇੱਕ ਪਾਸੇ ਤੁਸੀਂ ਹੋ ਜਾਓ ਤੇ ਇੱਕ ਪਾਸੇ ਮੈਂ ਹੋ ਜਾਣਾਗਾ। ਅੱਜ ਪਰਮੇਸ਼ਵਰ ਉਹ ਕੰਮ ਕਰੇਗਾ ਜਿਹੜਾ ਕੰਮ ਹੋਇਆ ਨਹੀਂ ਕਦੇ। ਤੁਸੀਂ ਮਰਨ ਵਾਲੇ ਹੋ ਸਾਰੇ ਹੀ, ਪਰਮੇਸ਼ਰ ਦਾਸ ਨੇ ਕਿਹਾ, ਲੇਕਿਨ ਤੁਸੀਂ ਆਮ ਮੌਤ ਨਹੀਂ ਮਰਨਾ। ਜੇ ਤੁਸੀਂ ਆਮ ਮੌਤ ਮਰ ਗਏ ਫਿਰ ਤਾਂ ਗੱਲ ਕੁਛ ਨਹੀਂ ਹੈ, ਲੇਕਿਨ ਤੁਸੀਂ ਮਰੋਗੇ। ਤੁਹਾਡੇ ਲਈ ਕਿਹੜੀ ਜਿਹੜੀ ਧਰਤੀ ਹੈ ਨਾ, ਇਹ ਆਪਣਾ ਮੂੰਹ ਖੋਲ ਦੇਵੇਗੀ, ਪਤਾਲ। ਮਤਲਬ ਧਰਤੀ ਫਟ ਜਾਏਗੀ ਔਰ ਤੁਸੀਂ ਜਿਉਂਦੇ ਜੀ ਸਰੀਰ ਦੇ ਨਾਲ ਹੀ ਨਰਕ ਵਿੱਚ ਜਾਓਗੇ। ਔਰ ਕੀ ਹੋਇਆ ਕਿ ਉਸ ਤੋਂ ਬਾਅਦ ਪੜੋ 32 ਵਚਨ। ਅਤੇ ਧਰਤੀ ਨੇ ਆਪਣਾ ਮੂੰਹ ਖੋਲ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਘਰਾਣਿਆਂ ਨੂੰ ਅਤੇ ਸਾਰੇ ਆਦਮੀਆਂ ਨੂੰ ਜਿਹੜੇ ਕੋਲ ਵੱਲ ਸਨ ਅਤੇ ਉਹਨਾਂ ਦਾ ਸਾਰਾ ਲਗਾ ਤੁਗਾ ਪਰਖ ਲਿਆ। ਦੇਖੋ ਜਿਹੜੇ ਲੋਕ ਉਹਦੇ ਵੱਲ ਸੀਗੇ ਉਹ ਇਕੱਲੇ ਹੀ ਨਹੀਂ, ਉਹਦਾ ਘਰਾਣਾ ਵੀ, ਉਹਦਾ ਪਰਿਵਾਰ ਵੀ ਸਾਰਾ ਕਿਵੇਂ ਚਲਾ ਗਿਆ? ਧਰਤੀ ਫਟ ਗਈ, ਪਤਾਲ ਵਿੱਚ ਚਲੇ ਗਏ, ਉਹ ਜਿਉਂਦੇ ਜੀ ਨਰਕ ਵਿੱਚ ਚਲੇ ਗਏ। ਇਹ ਲੋਕ ਨੇ ਜਿਹੜੇ ਜਿਉਂਦੇ ਜੀ ਨਰਕ ਵਿੱਚ ਗਏ ਨੇ, ਸਰੀਰ ਦੇ ਨਾਲ ਹੀ ਗਏ ਨੇ। ਨਹੀਂ ਤਾਂ ਇਨਸਾਨ ਕੀ ਮਰਨ ਤੋਂ ਬਾਅਦ ਨਰਕ ਵਿੱਚ ਜਾਂਦਾਗਾ, ਲੇਕਿਨ ਇਹ ਲੋਕ ਜਿਉਂਦੇ ਜੀ ਉਹ ਤਾਂ ਨਰਕ ਵਿੱਚ ਚਲੇ ਗਏ। ਤਾਂ ਉਸ ਤੋਂ ਬਾਅਦ ਕੀ ਹੋਇਆ? ਇਹਦਾ 35 ਵਚਨ ਨੂੰ ਪੜੋ। ਤਾਂ ਯਹੋਵਾ ਵੱਲੋਂ ਅੱਗ ਨਿਕਲੀ ਅਤੇ ਉਹਨਾਂ 250 ਮਨੁੱਖਾਂ ਨੂੰ ਜਿਹੜੇ ਧੂਪ ਦਿਖਾਉਂਦੇ ਸਨ ਭਸਮ ਕਰ ਗਈ। ਦੇਖੋ ਉਹਨਾਂ 250 ਲੋਕਾਂ ਨੂੰ ਵੀ, ਜਿਹੜੇ ਲੋਕ
ਉਹਨਾਂ ਦੇ ਨਾਲ ਰਲ ਚੁੱਕੇ ਸੀਗੇ, ਉਹਨਾਂ ਨੂੰ ਵੀ ਕੀ ਹੋਇਆ, ਉਹ ਅੱਗ ਭਸਮ ਕਰ ਗਈ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਦੇਖੋ ਪਰਮੇਸ਼ਵਰ ਆਤਮਾ ਕਿਉਂ ਦਿੰਦੇ ਨੇ ਇਨਸਾਨ ਨੂੰ? ਹਾਲੇਲੂਇਆ। ਪਰਮੇਸ਼ਵਰ ਆਤਮਾ ਕਿਉਂ ਦਿੰਦੇ ਨੇ? ਤਾਂ ਕਿ ਇਨਸਾਨ ਜਿਉਂਦਾ ਹੋ ਜਾਏ। ਅਗਰ ਉਹ ਇਨਸਾਨ ਜਿਉਂਦਾ ਹੈਗਾ ਤਾਂ ਉਹ ਕੀ ਕਰੇ? ਉਹ ਪਰਮੇਸ਼ਵਰ ਦਾ ਕੰਮ ਕਰੇ। ਲੇਕਿਨ ਹੁੰਦਾ ਕੀ ਹੈ, ਜ਼ਿਆਦਾਤਰ ਜਦੋਂ ਇਨਸਾਨ ਦੇ ਅੰਦਰ ਆਤਮਾ ਆ ਜਾਂਦਾ ਹੈਗਾ ਤਾਂ ਇਨਸਾਨ ਨੂੰ ਲੱਗਦਾ ਬਸ ਹੁਣ ਮੈਨੂੰ ਕਿਸੇ ਦੀ ਜ਼ਰੂਰਤ ਹੀ ਨਹੀਂ ਹੈ। ਮੈਂ ਪ੍ਰਾਰਥਨਾ ਕਰਦਾ ਕਿ ਮੇਰੀ ਪ੍ਰਾਰਥਨਾ ਸੁਣੀ ਜਾਂਦੀ ਹੈ, ਮੈਂ ਬਾਈਬਲ ਪੜ੍ਹਦਾ ਗਾ, ਮੇਰੀ ਬਾਈਬਲ ਦਾ ਮੈਨੂੰ ਸਮਝ ਵੀ ਆਉਣ ਲੱਗ ਗਈ, ਮੈਂ ਸਭ ਕੁਝ ਕਰਦਾ ਗਾ। ਲੇਕਿਨ ਸਹੀ ਦੇ ਵਿੱਚ ਕੀ ਹੈ ਕਿ ਉਹ ਇਨਸਾਨ ਭਰਮਾਏ ਦੇ ਵਿੱਚ ਫਸ ਜਾਂਦਾ ਹੈਗਾ, ਔਰ ਸ਼ੈਤਾਨ ਉਸਦਾ ਕਦੋਂ ਕਬਜ਼ਾ ਲੈ ਜੇ ਔਰ ਕਿਵੇਂ ਉਹਦੇ ਜੀਵਨ 'ਚ ਕੰਮ ਕਰੇ ਇਨਸਾਨ ਨੂੰ ਨਹੀਂ ਪਤਾ ਚੱਲਦਾ। ਹੁਣ ਦੇਖੋ ਇਹ ਲੋਕ ਕੀ ਕਰਦੇ ਸੀਗੇ? ਇਹੀ ਕੰਮ ਕਰ ਰਹੇ ਸੀਗੇ। ਜਦ ਕਿ ਇਹ ਲੋਕ ਪਹਿਲਾਂ ਕੀ ਸੀਗੇ? ਆਪੋ ਆਪਣੇ ਪਾਪਾਂ ਦੇ ਵਿੱਚ ਕੀ ਸੀਗੇ? ਮੁਰਦਾ ਸੀਗੇ। ਔਰ ਜਿਹਦੇ ਅੰਦਰ ਪਾਪ ਸੀਗਾ ਪਰਮੇਸ਼ਰ ਉਹਨੂੰ ਕੀ ਕਹਿੰਦੇ ਨੇ? ਇਹ ਮੁਰਦਾ ਗਾ। ਔਰ ਮੁਰਦਾ ਇਨਸਾਨ ਕਦੇ ਵੀ ਪਰਮੇਸ਼ਰ ਦੇ ਨਾਲ ਸੰਗਤੀ ਨਹੀਂ ਕਰ ਸਕਦਾ। ਔਰ ਮੁਰਦਾ ਇਨਸਾਨ ਕਦੇ ਵੀ ਉਹ ਪਰਮੇਸ਼ਰ ਦੇ ਕੋਲ ਜਾ ਨਹੀਂ ਸਕਦਾ। ਹਾਲੇਲੂਇਆ, ਹਾਲੇਲੂਇਆ। ਲੇਕਿਨ ਪਰਮੇਸ਼ਰ ਨੇ ਜਿਹੜਾ ਆਤਮਾ ਮੂਸਾ ਦੇ ਉੱਪਰ ਪਾਇਆ ਸੀਗਾ, ਜਿਹੜਾ ਆਤਮਾ ਪਰਮੇਸ਼ਰ ਨੇ ਮੂਸਾ ਨੂੰ ਦਿੱਤਾ ਸੀਗਾ, ਉਹੀ ਆਤਮਾ ਪਰਮੇਸ਼ਰ ਨੇ 70 ਲੋਕਾਂ ਦੇ ਉੱਪਰ ਪਾਇਆ। ਅੱਜ ਪਰਮੇਸ਼ਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣਿਓ, ਕਿਉਂਕਿ ਪਰਮੇਸ਼ਰ ਸਾਨੂੰ ਕੁਝ ਸਿਖਾਉਣ ਦੇ ਲਈ ਜਾ ਰਹੇ ਨੇ। ਕਿਉਂਕਿ ਜੋ ਇਨਸਾਨ ਦਾ ਸਰੀਰ ਹੈ ਨਾ, ਉਹ ਆਤਮਾ ਨਾਲ ਜਿੰਦਾ ਰਹਿੰਦਾ ਹੈਗਾ। ਆਤਮਾ ਨਾਲ ਕੀ ਹੈ? ਉਹ ਜਿਉਂਦਾ ਰਹਿੰਦਾ ਹੈਗਾ। ਜਦੋਂ ਆਤਮਾ ਨਾਲ ਜਿਉਂਦਾ ਰਹਿੰਦਾ ਹੈਗਾ ਤਾਂ ਇੱਕ ਤਾਂ ਇਹ ਸਰੀਰ ਹੈ, ਇੱਕ ਇਹ ਆਤਮਾ ਹੈਗਾ ਕਿ ਜਿਹੜਾ ਆਤਮਾ ਇਨਸਾਨ ਦੇ ਅੰਦਰ ਹੈ, ਲੇਕਿਨ ਇਹਦਾ ਕੋਈ ਟਿਕਾਣਾ ਨਹੀਂ ਹੈ। ਅਗਰ ਇਹਦੇ ਨਾਲ ਪਰਮੇਸ਼ਰ ਦੇ ਪੁੱਤਰ ਦਾ ਜੋ ਆਤਮਾ ਹੈਗਾ ਉਹ ਨਹੀਂ ਮਿਲਦਾ, ਜੋ ਪਵਿੱਤਰ ਆਤਮਾ ਹੈਗਾ ਉਹ ਮਿਲਦਾ ਨਹੀਂ ਹੈ, ਤਾਂ ਇਹ ਆਤਮਾ ਕਿੱਥੇ ਜਾਣ ਵਾਲਾ ਹੈਗਾ? ਇਹ ਨਰਕ ਵਿੱਚ ਜਾਣ ਵਾਲਾ ਹੈਗਾ। ਇੱਕ ਵਚਨ ਪੜ੍ਹੋ ਮੇਰੇ ਨਾਲ ਤੁਸੀਂ, ਗਲਾਤੀਆਂ ਉਹਦਾ 4 ਅਧਿਆਇ ਉਹਦਾ 6 ਵਚਨ ਪੜ੍ਹੋ। ਅਤੇ ਤੁਸੀਂ ਜੋ ਪੁੱਤਰ ਹੋ ਇਸੇ ਕਾਰਨ ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਦਿਲਾਂ ਵਿੱਚ ਘੱਲ ਦਿੱਤਾ, ਜਿਹੜਾ ਅੱਬਾ ਅਰਥਾਤ ਹੈ ਪਿਤਾ ਪੁਕਾਰਦਾ ਹੈ। ਦੇਖੋ ਮਤਲਬ ਆਪਣੇ ਪੁੱਤਰ ਦੇ ਆਤਮਾ ਨੂੰ, ਕਿਹਦੇ ਆਤਮਾ ਨੂੰ? ਆਪਣੇ ਪੁੱਤਰ ਦੇ ਆਤਮਾ ਨੂੰ। ਮਤਲਬ ਪਰਮੇਸ਼ਰ ਕਹਿੰਦੇ ਨੇ ਕਿ ਆਪਣੇ ਪੁੱਤਰ ਦੇ ਆਤਮਾ, ਮਤਲਬ ਪ੍ਰਭੂ ਯਿਸੂ ਮਸੀਹ ਦੇ ਆਤਮਾ ਨੂੰ ਕਿਹਦੇ ਵਿੱਚ ਘੱਲ ਦਿੱਤਾਗਾ? ਇਨਸਾਨ ਦੇ ਦਿਲ ਦੇ ਵਿੱਚ ਘੱਲ ਦਿੱਤਾਗਾ। ਇਨਸਾਨ ਦੇ ਦਿਲ ਦੇ ਵਿੱਚ ਆਪਣੇ ਪੁੱਤਰ ਦੇ ਆਤਮਾ ਨੂੰ ਘੱਲ ਦਿੱਤਾਗਾ। ਇਹਦਾ ਮਤਲਬ ਕਿ ਪਰਮੇਸ਼ਰ ਦਾ ਆਤਮਾ, ਜਿਹੜਾ ਪੁੱਤਰ ਦਾ ਆਤਮਾ ਹੈਗਾ, ਉਹ ਸਾਡੇ ਆਤਮਾ ਨਾਲ ਮਿਲ ਕੇ ਕੀ ਕਰਦਾਗਾ? ਉਹ ਪਰਮੇਸ਼ਰ ਦੀ ਆਰਾਧਨਾ ਕਰਦਾਗਾ। ਉਹ ਕੀ ਕਰਦਾਗਾ? ਉਹ ਪਰਮੇਸ਼ਰ ਦੀ ਮਹਿਮਾ ਕਰਦਾਗਾ। ਸਾਰੇ ਬੋਲੋ ਹਾਲੇਲੂਇਆ। ਸਾਰੇ ਲੋਕ ਬਹੁਤ ਧਿਆਨ ਨਾਲ ਬੈਠੋ, ਪਰ ਕੋਈ ਵੀ ਇੱਧਰ ਉੱਧਰ ਨਾ ਦੇਖੇ, ਕਿਉਂਕਿ ਪਰਮੇਸ਼ਰ ਸਾਨੂੰ ਕੁਝ ਸਿਖਾਉਣ ਦੇ ਲਈ ਜਾ ਰਹੇ ਨੇ। ਹੁਣ ਦੇਖੋ, ਜਿਹੜੇ ਅੰਦਰ, ਜਿਸ ਇਨਸਾਨ ਦੇ ਅੰਦਰ ਪਰਮੇਸ਼ਰ ਦਾ ਪਵਿੱਤਰ ਆਤਮਾ ਨਹੀਂ ਹੈ, ਉਹ ਕੀ ਹੈ? ਉਹ ਮੁਰਦਾ ਗਾ। ਉਹ ਕੀ ਹੈ? ਉਹ ਮੁਰਦਾ ਗਾ। ਔਰ ਪ੍ਰਭੂ ਯਿਸੂ ਮਸੀਹ ਆਏ ਕਾਹਦੇ ਲਈ ਨੇ? ਇਨਸਾਨ ਨੂੰ ਜਿੰਦਾ ਕਰਨ ਦੇ ਲਈ ਆਏ ਨੇ। ਔਰ ਬਾਈਬਲ ਦੇ ਵਿੱਚ ਲਿਖਿਆ ਗਿਆ ਯਹੂਨਾ ਉਹਦਾ 20 ਉਹਦਾ 22 ਵਚਨ ਪੜੋ। ਉਸਨੇ ਇਹ ਕਹਿ ਕੇ ਉਹਨਾਂ ਉੱਤੇ ਫੂਕ ਮਾਰੀ ਅਤੇ ਕਿਹਾ, ਤੁਸੀਂ ਪਵਿੱਤਰ ਆਤਮਾ ਲਓ। ਦੇਖੋ, ਜਦੋਂ ਪ੍ਰਭੂ ਯਿਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠੇ, ਇੱਕ ਫੂਕ ਤਾਂ ਪ੍ਰਭੂ ਯਿਸੂ ਮਸੀਹ ਨੇ ਮਾਰੀ ਸੀਗੀ ਅਦਨ ਬਾਗ ਦੇ ਵਿੱਚ। ਉਦੋਂ ਕੀ ਹੋਇਆ ਸੀਗਾ? ਆਦਮ ਜਿੰਦਾ ਹੋ ਗਿਆ ਸੀਗਾ। ਕਦੋਂ? ਕਿ ਜਦੋਂ ਪਰਮੇਸ਼ਵਰ ਨੇ ਅਦਨ ਬਾਗ ਦੇ ਵਿੱਚ ਆਦਮ ਦੇ ਉੱਪਰ ਫੂਕ ਮਾਰੀ ਸੀਗੀ। ਲੇਕਿਨ ਆਦਮ ਨੇ ਗਲਤੀ ਕੀਤੀ, ਉਸ ਤੋਂ ਬਾਅਦ ਉਹੀ ਪਵਿੱਤਰ ਆਤਮਾ ਆਦਮ ਨੂੰ ਛੱਡ ਕੇ ਚਲਾ ਗਿਆ। ਫਿਰ ਜਦੋਂ ਪ੍ਰਭੂ ਯਿਸੂ ਮਸੀਹ ਧਰਤੀ ਉੱਪਰ ਆਏ, ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦੇ ਦਿੱਤੀ, ਔਰ ਜਾਨ ਦੇਣ ਤੋਂ ਬਾਅਦ ਯਿਸੂ ਮਸੀਹ ਮੁਰਦਿਆਂ ਵਿੱਚ ਜੀ ਉੱਠੇ, ਤਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਦੇ ਉੱਪਰ ਕੀ ਮਾਰੀ? ਫੂਕ ਮਾਰੀ। ਮਤਲਬ ਆਪਣਾ ਪਵਿੱਤਰ ਆਤਮਾ ਦਿੱਤਾ। ਕਾਹਦੇ ਲਈ? ਕਿ ਤੁਸੀਂ ਇਸ ਨੂੰ ਲੈ ਲਓ, ਤੁਸੀਂ ਕੀ ਕਰੋ? ਤੁਸੀਂ ਜਿਉਂਦੇ ਹੋ ਜਾਓ। ਦੇਖੋ ਪ੍ਰਭੂ ਯਿਸੂ ਮਸੀਹ ਕੀ ਹੈ? ਉਹ ਆਪਣਾ ਪਵਿੱਤਰ ਆਤਮਾ ਦਿੰਦੇ ਨੇ। ਕਾਹਦੇ ਲਈ? ਤਾਂ ਕਿ ਇਨਸਾਨ ਕੀ ਹੈ? ਉਹ ਜਿੰਦਾ ਹੋ ਜਾਏ। ਹੁਣ ਜਿਹੜੇ 70 ਲੋਕ ਸੀਗੇ ਔਰ ਜਿਹੜੇ 250 ਲੋਕ ਸੀਗੇ, ਪਰਮੇਸ਼ਵਰ ਨੇ ਇਹਨਾਂ ਦੇ ਉੱਪਰ ਵੀ ਕੀ ਦਿੱਤਾ ਸੀਗਾ? ਆਪਣਾ ਆਤਮਾ ਦਿੱਤਾ ਸੀਗਾ। ਲੇਕਿਨ ਇਹ ਲੋਕ ਆਤਮਾ ਅਨੁਸਾਰ ਚੱਲੇ ਨਹੀਂ। ਉਸ ਤੋਂ ਬਾਅਦ ਕੀ ਹੋਇਆ? ਇਹ ਲੋਕ ਮਰ ਗਏ, ਇਹ ਲੋਕ ਨਾਸ ਹੋ ਗਏ। ਇਹਦਾ ਮਤਲਬ ਜਿੰਨਾ ਚਿਰ ਇਨਸਾਨ ਪਰਮੇਸ਼ਵਰ ਦੇ ਆਤਮਾ ਦੁਆਰਾ ਚੱਲਦਾਗਾ, ਉਸ ਨੂੰ ਸ਼ੈਤਾਨ ਕਦੇ ਵੀ ਛੂ ਨਹੀਂ ਸਕਦਾ, ਉਸ ਨੂੰ ਸ਼ੈਤਾਨ ਕਦੇ ਵੀ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਗਿਆ ਏਦਾਂ। ਕਿਉਂਕਿ ਆਪਾਂ ਇੱਕ ਵਚਨ ਦੇਖਾਂਗੇ
ਇਹ ਨਿਆਂਇਆਂ ਉਹਦਾ 14 ਅਧਿਆਇ ਮੈਂ ਥੋੜਾ ਦੱਸਣਾ ਚਾਹੁੰਦਾ ਤੁਹਾਨੂੰ ਇਹ ਸਮਸੂਨ ਦੇ ਬਾਰੇ ਦੀ ਗੱਲ ਹੈ। ਇੱਕ ਸਮਸੂਨ ਬਾਰੇ ਆਪਾਂ ਕਾਫੀ ਸਮੇਂ ਤੋਂ ਸਿੱਖਦੇ ਰਹੇ ਹਾਂ ਕਿ ਜੋ ਸਮਸੂਨ ਸੀਗਾ ਇਸ ਨੂੰ ਪਰਮੇਸ਼ਵਰ ਨੇ ਮਾਂ ਦੇ ਪੇਟ ਤੋਂ ਵੱਖਰਾ ਕੀਤਾ ਸੀਗਾ ਔਰ ਪਰਮੇਸ਼ਵਰ ਦਾ ਜੋ ਆਤਮਾ ਸੀਗਾ ਇਹਦੇ ਉੱਪਰ ਬਹੁਤ ਜ਼ੋਰਾਂ ਨਾਲ ਆਉਂਦਾ ਸੀਗਾ। ਇਹਦੇ ਲਈ ਪਰਮੇਸ਼ਵਰ ਨੇ ਕੀ ਕਿਹਾ ਸੀਗਾ ਕਿ ਜੋ ਸਮਸੂਨ ਹੈ, ਸਮਸੂਨ ਕੀ ਹੈ? ਉਹ ਪਰਮੇਸ਼ਵਰ ਦਾ ਚੁਣਿਆ ਹੋਇਆਗਾ ਔਰ ਆਪਣੇ ਲੋਕਾਂ ਦੇ ਲਈ ਕੀ ਕਰੇਗਾ? ਉਹ ਉਹਨਾਂ ਨੂੰ ਛੁਡਾਉਣ ਦਾ ਕਾਰਨ ਬਣੇਗਾ। ਲੇਕਿਨ ਉਹਦੇ ਸਿਰ ਦੇ ਵਾਲ ਨਾ ਕੱਟੇ ਜਾਣ, ਉਹ ਨਾ ਤਾਂ ਕੋਈ ਅੰਗੂਰ ਖਾਵੇ, ਨਾ ਅੰਗੂਰਾਂ ਦੀ ਬਣਾਈ ਹੋਈ ਕੋਈ ਚੀਜ਼ ਨੂੰ ਉਹ ਖਾਵੇ, ਨਾ ਪੀਵੇ ਅੰਗੂਰਾਂ ਦਾ ਰਸ, ਲੇਕਿਨ ਨਾ ਹੀ ਉਹ ਵਿਆਹ ਕਰਾਵੇ। ਲੇਕਿਨ ਉਸ ਤੋਂ ਬਾਅਦ ਦੇਖੋ ਜੋ ਸਮਸੂਨ ਸੀਗਾ ਉਹ ਪਰਮੇਸ਼ਵਰ ਵਿੱਚ ਚੱਲਦਾ ਗਿਆ, ਪਰਮੇਸ਼ਵਰ ਵਿੱਚ ਵੱਧਦਾ ਗਿਆ ਔਰ ਪਰਮੇਸ਼ਵਰ ਦੇ ਨਾਲ ਜਦੋਂ ਚੱਲਦਾ ਗਿਆ ਤਾਂ ਅਚਾਨਕ ਕੀ ਹੋਇਆ? ਇੱਕ ਵਾਰ ਸਮਸੂਨ ਨੂੰ ਇਦਾਂ ਹੋਇਆ ਕਿ ਮੈਨੂੰ ਵਿਆਹ ਕਰਾਉਣਾ ਚਾਹੀਦਾ ਹੈਗਾ, ਤਾਂ ਉਸਨੇ ਵਿਆਹ ਕਰਾਉਣ ਦੇ ਲਈ ਆਪਣੇ ਮਾਂ-ਬਾਪ ਨਾਲ ਗੱਲ ਕਰੀ। ਤਾਂ ਆਪਣੇ ਮਾਂ-ਬਾਪ ਨੂੰ ਲੈ ਕੇ ਉਹਦਾ ਰਿਸ਼ਤਾ ਦੇਖਣ ਦੇ ਲਈ ਜਾ ਰਿਹਾ ਹੈਗਾ ਔਰ ਜਦੋਂ ਰਿਸ਼ਤਾ ਦੇਖਣ ਦੇ ਲਈ ਜਾ ਰਿਹਾ ਹੈਗਾ ਤਾਂ ਬਾਈਬਲ ਦੇ ਵਿੱਚ ਕੀ ਲਿਖਿਆ ਹੈਗਾ? ਨਿਆਂਇਆਂ ਉਹਦਾ 14 ਅਧਿਆਇ ਉਹਦਾ 5 ਵਚਨ ਪੜੋ। ਤਦ ਸਮਸੋਨ ਅਤੇ ਉਹਦੇ ਮਾਪੇ ਤਿਮਨਾਹ ਨਾਲ ਉਤਰੇ ਅਤੇ ਤਿਮਨਾਹ ਦੇ ਦਾਖ ਦੇ ਬਾਗ ਵਿੱਚ ਆਪਣੇ ਤਾਂ ਵੇਖੋ ਇੱਕ ਜਵਾਨ ਬੱਬਰ ਸ਼ੇਰ ਉਹਦੇ ਸਾਹਮਣੇ ਆ ਗੱਜਿਆ। ਦੇਖੋ ਇਹ ਤਾਂ ਰਸਤੇ ਵਿੱਚ ਜਾ ਰਹੇ ਨੇ, ਕੋਈ ਗੱਡੀ ਮੋਟਰ ਨਹੀਂ ਹੈ, ਪੈਦਲ ਜਾ ਰਹੇ ਨੇ। ਲੇਕਿਨ ਕੀ ਹੋਇਆ? ਮਾਂ-ਬਾਪ ਦੇ ਨਾਲ ਜਾ ਰਿਹਾ ਹੈਗਾ। ਕਿੱਥੇ ਜਾ ਰਿਹਾ ਹੈਗਾ? ਹਾਂ, ਕੀ ਕਰਨ ਜਾ ਰਿਹਾ ਹੈਗਾ ਉੱਥੇ? ਹਾਂ, ਤੁਸੀਂ ਖੁਸ਼ ਨਾ ਹੋਵੋ। ਹਾਂ, ਉਹ ਕਾਹਦੇ ਲਈ ਜਾ ਰਿਹਾ ਉੱਥੇ? ਉਹ ਰਿਸ਼ਤਾ ਦੇਖਣ ਦੇ ਲਈ ਜਾ ਰਿਹਾ ਹੈਗਾ। ਉਸ ਤੋਂ ਬਾਅਦ ਕੀ ਹੋਇਆ ਕਿ ਰਸਤੇ ਵਿੱਚ ਕੀ ਹੋਇਆ? ਉਹਨੂੰ ਇੱਕ ਬੱਬਰ ਸ਼ੇਰ ਮਿਲ ਗਿਆ। ਇੱਕ ਤਾਂ ਸ਼ੇਰ ਹੁੰਦਾਗਾ, ਇੱਕ ਬੱਬਰ ਸ਼ੇਰ ਹੁੰਦਾਗਾ, ਹਨਾ। ਜਦੋਂ ਬੱਬਰ ਸ਼ੇਰ ਮਿਲਿਆ ਤਾਂ ਕੀ ਹੋਇਆ? ਉਹਦੇ ਸਾਹਮਣੇ ਆ ਕੇ ਉਹ ਗੱਜਿਆ। ਫਿਰ ਕੀ ਹੋਇਆ? 6 ਤਾਂ ਯਹੋਵਾ ਦਾ ਆਤਮਾ ਸਮਸੋਨ ਉੱਤੇ ਜ਼ੋਰ ਨਾਲ ਆਇਆ। ਦੇਖੋ ਕੀ ਆਇਆ? ਯਹੋਵਾ ਦਾ ਆਤਮਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਕਿਹਦਾ ਆਤਮਾ ਆਇਆ? ਯਹੋਵਾ ਦਾ ਆਤਮਾ ਆਇਆ। ਜਦੋਂ ਯਹੋਵਾ ਦਾ ਆਤਮਾ ਆਇਆ ਤਾਂ ਫਿਰ ਕੀ ਹੋਇਆ? ਅਤੇ ਭਾਵੇਂ ਉਹਦੇ ਹੱਥ ਵਿੱਚ ਕੁਝ ਵੀ ਨਹੀਂ ਸੀ। ਦੇਖੋ ਉਹਦੇ ਹੱਥ ਵਿੱਚ ਕੁਝ ਵੀ ਨਹੀਂ ਸੀਗਾ, ਕੋਈ ਚਾਕੂ, ਕੋਈ ਤਲਵਾਰ, ਕੋਈ ਸੋਟੀ, ਕੁਝ ਵੀ ਨਹੀਂ, ਖਾਲੀ ਹੱਥ ਸੀਗਾ ਉਹ ਤਾਂ। ਲੇਕਿਨ ਜਦੋਂ ਪਰਮੇਸ਼ਵਰ ਦਾ ਆਤਮਾ ਦੇ ਉੱਪਰ ਆਇਆ ਫਿਰ ਪਰ ਉਹਨੇ ਉਸਨੂੰ ਇਉਂ ਪਾੜਿਆ ਜਿਵੇਂ ਪਟੋਰੇ ਨੂੰ ਪਾੜਦੇ ਹਨ। ਦੇਖੋ ਉਸਨੇ ਫੜ ਕੇ ਉਹਨੂੰ ਪਾੜ ਦਿੱਤਾ। ਕਿਹਨੂੰ? ਬੱਬਰ ਸ਼ੇਰ ਨੂੰ। ਉਹਦੇ ਟੁਕੜੇ ਕਰ ਦਿੱਤੇ ਉਹਨੇ। ਕਦੋਂ ਕੀਤੇ? ਕਿ ਜਦੋਂ ਪਰਮੇਸ਼ਵਰ ਦਾ ਆਤਮਾ ਦੇ ਉੱਪਰ ਆਇਆ। ਇਹਦਾ ਮਤਲਬ ਕਿ ਜੋ ਪਰਮੇਸ਼ਵਰ ਦਾ ਆਤਮਾ ਹੈਗਾ ਉਹ ਕੀ ਕਰਦਾ ਹੈਗਾ? ਇਨਸਾਨ ਨੂੰ ਸਾਮਰਥ ਦਿੰਦਾ ਹੈਗਾ। ਸਾਮਰਥ ਦੇਣ ਵਾਲਾ ਆਤਮਾ ਹੈਗਾ। ਅਗਰ ਉਹਦੇ ਉੱਪਰ ਪਰਮੇਸ਼ਵਰ ਦਾ ਆਤਮਾ ਨਾ ਹੁੰਦਾ ਤਾਂ ਉਹ ਕੀ ਸੀਗਾ? ਉਹ ਤਾਂ ਮੁਰਦਾ ਸੀਗਾ। ਅਗਰ ਮੁਰਦਾ ਸੀਗਾ ਤਾਂ ਫਿਰ ਕੀ ਹੈ? ਫਿਰ ਉਸਨੂੰ ਬੱਬਰ ਸ਼ੇਰ ਖਾ ਜਾਂਦਾ। ਲੇਕਿਨ ਦੇਖੋ ਪਰਮੇਸ਼ਵਰ ਦਾ ਜਦ ਆਤਮਾ ਆਇਆ ਤਾਂ ਉਹਨੇ ਬੱਬਰ ਸ਼ੇਰ ਨੂੰ ਖਤਮ ਕਰ ਦਿੱਤਾ। ਫਿਰ ਵਚਨ ਪੜੋ ਮੇਰੇ ਨਾਲ 19। ਫਿਰ ਯਹੋਵਾ ਦਾ ਆਤਮਾ ਡਾਢੇ ਜ਼ੋਰ ਨਾਲ ਉਹਦੇ ਉੱਤੇ ਆਇਆ ਅਤੇ ਉਹ ਅਸ਼ਕਲੋਨ ਨੂੰ ਲੈ ਗਿਆ ਅਤੇ ਉਹਨਾਂ ਨੇ 30 ਮਨੁੱਖ ਵੱਡੇ ਅਤੇ ਉਹਨਾਂ ਦੇ ਵਸਤਰ ਲਾ ਕੇ ਉਹ ਕੱਪੜੇ ਬਾਜ਼ਾਰ ਤੋਂ ਬੁੱਝਣ ਵਾਲਿਆਂ ਨੂੰ ਦਿੱਤੇ। ਦੇਖੋ ਇੱਕ ਉਹਦੀ ਸ਼ਰਤ ਸੀਗੀ, ਉਹ ਸ਼ਰਤ ਉਹ ਹਾਰ ਗਿਆ। ਸਮਸੂਨ ਹਾਰ ਗਿਆ, ਕਿਸੇ ਗਲਤੀ ਕਰਕੇ ਹਾਰ ਗਿਆ। ਉਸ ਤੋਂ ਬਾਅਦ ਉਸਨੇ ਫਿਰ ਕਿਸੇ ਪਾਸੇ ਚਲਾ ਗਿਆ। ਉੱਥੇ ਕੀ ਕੀਤਾ ਉਸਨੇ? 30 ਲੋਕਾਂ ਨੂੰ ਫੜ ਲਿਆ, 30 ਲੋਕਾਂ ਨੂੰ ਵੱਢ ਕੇ ਉਹਨਾਂ ਦੇ ਕੱਪੜੇ ਲਾ ਕੇ ਲਿਆਇਆ। ਲੇਕਿਨ ਹੋਇਆ ਕਿਵੇਂ? ਉਹਦੇ ਉੱਪਰ ਕੀ ਆਇਆ ਸੀਗਾ? ਪਰਮੇਸ਼ਵਰ ਦਾ ਆਤਮਾ ਆਇਆ ਸੀਗਾ। ਲੇਕਿਨ ਜਿਹੜੀ ਉਹਦਾ ਮਤਲਬ ਔਰਤ ਵਿਆਹੀ ਗਈ ਸੀਗੀ ਤੇ ਉਹਦੇ ਸਹੁਰੇ ਨੇ ਕੀ ਕੀਤਾ? ਉਸੇ ਔਰਤ ਦਾ ਕਿਸੇ ਹੋਰ ਪਾਸੇ ਵਿਆਹ ਕਰਤਾ। ਉਸ ਤੋਂ ਬਾਅਦ ਉਸਨੂੰ ਗੁੱਸਾ ਆਇਆ। ਉਸਨੇ ਕੀ ਕਰਿਆ? ਲੂੰਬੜਿਆਂ ਨੂੰ ਫੜਿਆ ਤੇ ਉਹਨਾਂ ਦੀ ਫਸਲ ਨੂੰ ਖਰਾਬ ਕਰ ਦਿੱਤਾ। ਅੱਗ ਲਾਤੀ, ਪੂਛ ਨਾਲ ਪੂਛ ਬੰਨ ਕੇ ਵਿੱਚ ਮਸਾਲਾ ਟੰਗਦੀਆਂ, ਛੱਡਦਾ ਖੇਤਾਂ ਵਿੱਚ। ਤੇ ਖੇਤਾਂ ਵਿੱਚ ਭੱਜਦੀਆਂ ਹੋਈਆਂ ਜਿਹੜੀਆਂ ਲੂੰਬੜੀਆਂ ਸੀਗੀਆਂ ਉਹਨਾਂ ਨੇ ਕੀ ਕੀਤਾ? ਪੂਰਾ ਖੇਤ ਜਲਾ ਦਿੱਤਾ। ਉਸ ਤੋਂ ਬਾਅਦ ਜਦ ਲੋਕਾਂ ਨੂੰ ਪਤਾ ਚੱਲਿਆ ਤਾਂ ਉਸ ਤੋਂ ਬਾਅਦ ਕੀ ਹੋਇਆ? ਲੋਕਾਂ ਨੇ ਸ਼ਿਕਾਇਤ ਕੀਤੀ ਇਹਦੇ ਆਪਣੇ ਲੋਕਾਂ ਦੇ ਨਾਲ ਕਿ ਦੇਖ ਤੁਹਾਡੇ ਵਿੱਚ ਜੋ ਸਮਸੂਨ ਹੈ ਨਾ ਉਹਨੇ ਸਾਡੇ ਨਾਲ ਇਹ ਕੰਮ ਕੀਤਾਗਾ। ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਅਸੀਂ ਸਮਸੂਨ ਨਾਲ ਗੱਲ ਕਰਦੇ ਹਾਂ। ਤਾਂ ਉਹਨਾਂ ਨੇ ਸਮਸੂਨ ਨਾਲ ਗੱਲ ਕਰੀ। ਸਮਸੂਨ ਨੂੰ ਕਿਹਾ ਕਿ ਦੇਖ ਤੈਂ ਇਦਾਂ ਕਰਿਆਗਾ। ਤੇ ਸਮਸੂਨ ਕਹਿੰਦਾ ਕੋਈ ਗੱਲ ਨਹੀਂ ਯਾਰ, ਤੁਸੀਂ ਮੈਨੂੰ ਉਹਦੇ ਹਵਾਲੇ ਕਰ ਦਿਓ, ਪਰ ਮੈਂ ਇੱਕ ਬੇਨਤੀ ਕਰਦਾ ਕਿ ਤੁਸੀਂ ਮੇਰੇ ਉੱਪਰ ਹੱਥ ਨਾ ਚੱਕਿਓ। ਆਪਣੇ ਲੋਕਾਂ ਨੂੰ ਕਹਿੰਦਾ ਠੀਕ ਹੈ, ਤੈਨੂੰ ਕੁਝ ਨਹੀਂ ਕਹਿੰਦੇ, ਅਸੀਂ ਤੈਨੂੰ ਮਾਰਦੇ ਨਹੀਂ, ਲੇਕਿਨ ਤੈਨੂੰ ਅਸੀਂ ਬੰਨਾਂਗੇ ਚੰਗੀ ਤਰ੍ਹਾਂ, ਕੱਸ ਕੇ ਬੰਨ ਕੇ, ਘੁੱਟ ਕੇ ਬੰਨ ਕੇ ਉਹਨਾਂ ਲੋਕਾਂ ਦੇ ਹਵਾਲੇ ਕਰ ਦਾਂਗੇ। ਉਹ ਕਹਿੰਦਾ ਠੀਕ ਹੈ ਕੋਈ ਗੱਲ ਨਹੀਂ, ਮੇਰੇ ਨਾਲ ਤੁਸੀਂ ਇਦਾਂ ਹੀ ਕਰਿਓ। ਲੇਕਿਨ ਹੋਇਆ ਕੀ?
ਉਸ ਤੋਂ ਬਾਅਦ ਉਹਨੂੰ ਬੰਨ ਦਿੱਤਾ ਗਿਆ। ਤਾਂ ਫਿਰ ਮੇਰੇ ਨਾਲ ਵਚਨ ਪੜੋ, ਨਿਆਂਈਆਂ ਉਹਦਾ 15 ਅਧਿਆਏ ਉਹਦਾ 14 ਵਚਨ। ਜਦੋਂ ਲਹੀ ਵਿੱਚ ਅਪੜਿਆ ਤਾਂ ਫਲਿਸਤੀ ਹਾਕਾ ਮਾਰ ਕੇ ਉਹਨੂੰ ਮਿਲੇ। ਉਸ ਵੇਲੇ ਯਹੋਵਾ ਦਾ ਆਤਮਾ ਡਾਢੇ ਜ਼ੋਰ ਨਾਲ ਉਹਦੇ ਉੱਤੇ ਆਇਆ ਅਤੇ ਉਹ ਰੱਸੇ ਜਿਨ੍ਹਾਂ ਨਾਲ ਉਹਦੀਆਂ ਬਾਹਾਂ ਬੰਨ੍ਹੀਆਂ ਹੋਈਆਂ ਸਨ ਅਜਿਹੇ ਹੋ ਗਏ ਜਿਹੇ ਅੱਗ ਨਾਲ ਸੜੇ ਹੋਏ ਸਨ ਅਤੇ ਉਹਦੇ ਹੱਥਾਂ ਦੇ ਬੰਧਨ ਖੁੱਲ ਗਏ। ਉਸ ਵੇਲੇ ਉਹਨੂੰ ਇੱਕ ਖੋਤੇ ਦੇ ਜਵਾੜੇ ਦੀ ਨਵੀਂ ਹੱਡੀ ਲੱਗ ਪਈ। ਇੱਥੇ 1000 ਬੰਦਾ ਉਸਨੇ ਖਤਮ ਕਰ ਦਿੱਤਾ। ਕਿਹਦੇ ਨਾਲ? ਖੋਤੇ ਦੀ ਜਵਾੜੇ ਦੀ ਹੱਡੀ ਸੀਗੀ। ਪਹਿਲਾਂ ਬੰਨਿਆ ਪੂਰੀ ਤਰ੍ਹਾਂ, ਲੇਕਿਨ ਜਦੋਂ ਪਰਮੇਸ਼ਵਰ ਦਾ ਆਤਮਾ ਆਇਆ ਉਹ ਸਾਰੇ ਬੰਧਨ ਖੁੱਲ ਗਏ। ਜਦੋਂ ਪਰਮੇਸ਼ਵਰ ਦਾ ਆਤਮਾ ਆਇਆ ਉਹ ਸਾਰੇ ਬੰਧਨ ਟੁੱਟ ਗਏ। ਦੇਖੋ ਜਦੋਂ ਪਰਮੇਸ਼ਵਰ ਦਾ ਆਤਮਾ ਦੇ ਉੱਪਰ ਆਉਂਦਾ ਸੀਗਾ ਤਾਂ ਕੀ ਹੁੰਦਾ ਸੀਗਾ? ਇਹਦੇ ਵਿੱਚ ਸਾਮਰਥ ਆ ਜਾਂਦੀ ਸੀਗੀ, ਇਹਦੇ ਵਿੱਚ ਜਾਨ ਆ ਜਾਂਦੀ ਸੀਗੀ, ਔਰ ਇਹ ਕਈ ਤਰ੍ਹਾਂ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਮਾਰ ਦਿੰਦਾ ਸੀਗਾ। ਕਦੋਂ? ਕਿ ਜਦ ਪਰਮੇਸ਼ਵਰ ਦਾ ਆਤਮਾ ਆਉਂਦਾ ਸੀਗਾ। ਲੇਕਿਨ ਸਹੀ ਦੇ ਵਿੱਚ ਜੋ ਪਰਮੇਸ਼ਵਰ ਦਾ ਆਤਮਾ ਹੈ ਉਹ ਇਨਸਾਨ ਨੂੰ ਕੀ ਦਿੰਦਾਗਾ? ਉਹ ਸਾਮਰਥ ਦਿੰਦਾਗਾ। ਔਰ ਪਰਮੇਸ਼ਵਰ ਦਾ ਆਤਮਾ ਕੀ ਕਰਦਾ ਇਨਸਾਨ ਨੂੰ? ਉਹ ਤਾਂ ਜਿਉਂਦਾ ਕਰਦਾਗਾ। ਉਸ ਤੋਂ ਬਾਅਦ ਪਰਮੇਸ਼ਵਰ ਨੇ ਇੱਕ ਆਗਿਆ ਦਿੱਤੀ ਸੀਗੀ ਕਿ ਤੈਂ ਸਿਰ ਦੇ ਵਾਲ ਨਹੀਂ ਕਟਵਾਉਣੇ। ਚਲੋ ਉਸ ਤੋਂ ਬਾਅਦ ਅਗਰ ਤੁਸੀਂ 16 ਅਧਿਆਏ ਪੜ੍ਹੋਗੇ ਤਾਂ ਤੁਹਾਨੂੰ ਪਤਾ ਚੱਲ ਜਾਏਗਾ ਕਿ ਕੀ ਹੋਇਆ। ਉਸ ਤੋਂ ਬਾਅਦ ਇਹ ਫਿਰ ਕਿਸੇ ਗੱਲ ਦੇ ਵਿੱਚ ਫਸ ਗਿਆ, ਔਰ ਫਸਣ ਤੋਂ ਬਾਅਦ ਜੋ ਇਸਦਾ ਰਾਜ ਸੀਗਾ ਉਹ ਸਾਰਾ ਰਾਜ ਇਸਨੇ ਦੱਸ ਦਿੱਤਾ ਗਿਆ। ਤਾਂ ਫਿਰ ਕੀ ਹੋਇਆ? ਉਸ ਤੋਂ ਬਾਅਦ ਇਸਦਾ ਜੋ ਮਤਲਬ ਪਰਮੇਸ਼ਵਰ ਨਾਲ ਸੰਬੰਧ ਸੀਗਾ ਉਹ ਸੰਬੰਧ ਟੁੱਟ ਗਿਆ। ਉਹਦਾ ਕਾਰਨ ਕੀ ਸੀਗਾ? ਕਿ ਇਹਦੇ ਸਿਰ ਦੇ ਵਾਲ ਉਹ ਕੱਟੇ ਗਏ। ਔਰ ਜਦੋਂ ਸਿਰ ਦੇ ਵਾਲ ਕੱਟੇ ਗਏ ਤਾਂ ਉਸ ਤੋਂ ਬਾਅਦ ਜਿਸ ਔਰਤ ਨੇ ਇਹਦੇ ਸਿਰ ਦੇ ਵਾਲ ਕੱਟੇ ਸੀਗੇ ਜਾਂ ਕਟਵਾਏ ਸੀਗੇ ਉਸਨੇ ਇੱਕ ਗੱਲ ਕਹੀ। ਇਹਨੂੰ ਆਪਾਂ ਬਾਈਬਲ ਦੇ ਵਿੱਚੋਂ ਦੇਖਾਂਗੇ, ਨਿਆਂਈਆਂ 16 ਅਧਿਆਏ ਉਹਦਾ 19 ਵਚਨ ਪੜੋ। ਤਾਂ ਉਸਨੇ ਆਪਣੇ ਗੋਡਿਆਂ ਉੱਤੇ ਉਹਨੂੰ ਲਾ ਛੱਡਿਆ ਅਤੇ ਇੱਕ ਮਨੁੱਖ ਸੱਦ ਕੇ 7 ਲਟਾਂ ਜੋ ਉਹਦੇ ਸਿਰ ਉੱਤੇ ਸਨ ਮੁਨਾ ਸੁੱਟੀਆਂ ਅਤੇ ਉਹਨੂੰ ਛੇੜਨ ਲੱਗੀ ਅਤੇ ਉਹਦਾ ਜ਼ੋਰ ਉਸ ਕੋਲੋਂ ਜਾਂਦਾ ਰਿਹਾ। ਦੇਖੋ ਉਹਦਾ ਜੋ ਸਾਮਰਥ ਸੀਗਾ, ਉਹਦੀ ਜੋ ਤਾਕਤ ਸੀਗੀ, ਪਰਮੇਸ਼ਵਰ ਦਾ ਜੋ ਆਤਮਾ ਸੀਗਾ ਉਹ ਉਸ ਨੂੰ ਛੱਡ ਕੇ ਜਾ ਰਿਹਾ ਸੀਗਾ। ਫਿਰ ਅੱਗੇ ਤਾਂ ਬੋਲੀ, ਹੇ ਸੁਮਸੋਨ, ਫਲਿਸਤੀ ਤੇਰੇ ਤੇ ਚੜ ਆਏ ਹਨ। ਉਹ ਨੀਂਦਰ ਤੋਂ ਜਾਗਿਆ ਔਰ ਉਹਨੇ ਆਖਿਆ, ਅੱਗੇ ਵਾਂਗੂ ਮੈਂ ਬਾਹਰ ਨਿਕਲ ਕੇ ਆਪਣੇ ਆਪ ਨੂੰ ਅਕੜਾਵਾਂਗਾ, ਪਰ ਉਹਨੂੰ ਖਬਰ ਨਹੀਂ ਸੀ ਜੋ ਯਹੋਵਾ ਉਸ ਕੋਲੋਂ ਅੱਡ ਹੋ ਗਿਆ ਹੈ। ਦੇਖੋ ਉਸ ਦੇ ਅੰਦਰ ਤਾਂ ਉਹੀ ਗੱਲ ਸੀਗੀ ਕਿ ਬਸ ਮੇਰੇ ਅੰਦਰ ਬਹੁਤ ਸਾਮਰਥ ਹੈ, ਪਰਮੇਸ਼ਵਰ ਦਾ ਆਤਮਾ ਮੇਰੇ ਉੱਪਰ ਆਉਂਦਾਗਾ ਔਰ ਮੈਂ ਤਾਂ ਸਭ ਲੋਕਾਂ ਦਾ ਨਾਸ਼ ਕਰ ਸਕਦਾਗਾ। ਲੇਕਿਨ ਜਦੋਂ ਉਹਦੇ ਸਿਰ ਤੇ ਵਾਲ ਕੱਟ ਗਏ ਸੀਗੇ ਤਾਂ ਉਸ ਨੂੰ ਨਹੀਂ ਪਤਾ ਚੱਲਿਆ। ਲੇਕਿਨ ਜਦੋਂ ਉਸ ਨੂੰ ਕਿਹਾ ਗਿਆ ਦੇਖ ਸਮਸੂਨ ਫਿਲਿਸਤੀ ਲੋਕ ਆਏ ਨੇ ਤੈਨੂੰ ਪਕੜਨ ਦੇ ਲਈ, ਤਾਂ ਉਸਨੇ ਕੀ ਕਿਹਾ? ਮੈਂ ਬਾਹਰ ਨਿਕਲਾਂਗਾ, ਆਪਣੇ ਆਪ ਨੂੰ ਫਿਰ ਝਟਕਾਂਗਾ, ਫਿਰ ਆਪਣੇ ਆਪ ਨੂੰ ਲਈ ਮੈਂ ਕੁਝ ਕਰਾਂਗਾ ਤਾਂ ਕਿ ਲੋਕ ਡਰ ਜਾਣਗੇ। ਲੇਕਿਨ ਜੋ ਆਤਮਾ ਸੀਗਾ ਪਰਮੇਸ਼ਵਰ ਦਾ, ਜੋ ਪਰਮੇਸ਼ਵਰ ਸੀਗਾ ਉਹ ਉਸ ਨੂੰ ਛੱਡ ਕੇ ਜਾ ਚੁੱਕਿਆ ਸੀਗਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਹਾਲੇਲੂਇਆ। ਤਾਂ ਉਸ ਤੋਂ ਬਾਅਦ ਕੀ ਹੋਇਆ ਸਾਰਿਆਂ ਨੂੰ ਪਤਾ ਹੀ ਹੈ ਕਿ ਸਮਸੂਨ ਕੀ ਹੋ ਗਿਆ ਸੀਗਾ? ਉਹ ਨਿਰਬਲ ਹੋ ਗਿਆ ਸੀਗਾ। ਸਰੀਰ ਤਾਂ ਜਿਉਂਦਾ ਸੀਗਾ, ਉਹਦੇ ਅੰਦਰ ਆਤਮਾ ਵੀ ਸੀਗਾ, ਲੇਕਿਨ ਉਹ ਕੀ ਸੀਗਾ? ਉਹ ਮਰ ਚੁੱਕਿਆ ਸੀਗਾ, ਉਹ ਮਰ ਗਿਆ ਸੀਗਾ। ਔਰ ਕਿਵੇਂ ਮਰਿਆ ਸੀਗਾ ਉਹ? ਕੋਈ ਦੱਸ ਸਕਦਾਗਾ? ਉਸਨੇ ਆਤਮ ਹੱਤਿਆ ਕਰੀ ਸੀਗੀ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਉਸਨੇ ਕੀ ਕਰੀ? ਆਤਮ ਹੱਤਿਆ ਕਰੀ। ਕਿਉਂ ਕਰੀ? ਕਿਉਂਕਿ ਪਰਮੇਸ਼ਵਰ ਦਾ ਆਤਮਾ ਉਸ ਨੂੰ ਛੱਡ ਗਿਆ ਸੀਗਾ। ਪਰਮੇਸ਼ਵਰ ਦਾ ਆਤਮਾ ਉਸ ਨੂੰ ਛੱਡ ਕੇ ਚਲਾ ਗਿਆ। ਔਰ ਬਾਈਬਲ ਦੇ ਵਿੱਚ ਕੀ ਪੜਿਆ ਆਪਾਂ ਨੇ? ਯਾਕੂਬ ਉਹਦਾ 2 ਉਹਦਾ 26 ਇੱਕ ਆਤਮਾ ਆਤਮਾ ਤੋਂ ਬਿਨਾਂ ਸਰੀਰ ਕੀ ਹੈ? ਮੁਰਦਾ। ਔਰ ਜੋ ਵਚਨ ਪੜਿਆ ਅੱਜ ਆਪਾਂ ਨੇ ਉਤਪਤ ਦੇ ਵਿੱਚ, ਉਤਪਤ ਕਿੰਨਾ ਪੜਿਆ ਸੀਗਾ? 3 ਅਧਿਆਏ 1 ਤੋਂ 15 ਤੱਕ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਉਹਦਾ ਵਚਨ ਪੜੋ ਤੁਸੀਂ ਮੇਰੇ ਨਾਲ, 14 ਵਚਨ ਪੜੋ। ਫਿਰ ਯਹੋਵਾ ਪਰਮੇਸ਼ਰ ਨੇ ਸੱਪ ਨੂੰ ਆਖਿਆ, ਭਾਈ ਇਸ ਲਈ ਕਿ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈ। ਤੂੰ ਆਪਣੇ ਢਿੱਡ ਭਾਰ ਤੁਰੇਂਗਾ। ਹਾਲੇਲੂਇਆ। ਜਦੋਂ ਆਦਮ ਤੇ ਹਵਾ ਨੇ ਗਲਤੀ ਕਰੀ ਸੀਗੀ, ਪਰਮੇਸ਼ਵਰ ਨੇ ਆਦਮ ਨਾਲ ਗੱਲ ਕਰੀ, ਹਵਾ ਨਾਲ ਗੱਲ ਕਰੀ, ਤੇ ਜਦੋਂ ਸ਼ੈਤਾਨ ਨਾਲ ਗੱਲ ਕਰੀ, ਸੱਪ ਨਾਲ ਗੱਲ ਕਰੀ, ਤਾਂ ਸੱਪ ਨੂੰ ਪਰਮੇਸ਼ਵਰ ਨੇ ਸਿੱਧਾ ਫੈਸਲਾ ਸੁਣਾਇਆ। ਕੀ ਸੁਣਾਇਆ? ਇੱਕ ਵਾਰ ਫਿਰ ਪੜੋ। ਫਿਰ ਯਹੋਵਾ ਪਰਮੇਸ਼ਰ ਨੇ ਸੱਪ ਨੂੰ ਆਖਿਆ, ਭਾਈ ਇਸ ਲਈ ਕਿ ਤੂੰ ਇਹ ਕੀ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸਰਾਪੀ ਹੈ। ਦੇਖੋ ਸੱਪ ਨੂੰ ਕੀ ਕਿਹਾ? ਤੂੰ ਸਰਾਪੀ ਹੈ। ਫਿਰ ਤੂੰ ਆਪਣੇ ਢਿੱਡ ਭਾਰ ਤੁਰੇਂਗਾ ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਂਗਾ। ਹਾਲੇਲੂਇਆ। ਹਾਲੇਲੂਇਆ। ਸੱਪ ਨੂੰ ਕੀ ਕਿਹਾ? ਮਿੱਟੀ ਖਾਇਆ ਕਰੇਗਾ। ਕਿਹਨੇ ਸੱਪ ਦੇਖਿਆਗਾ? ਹੱਥ ਉੱਚਾ ਕਰਿਓ ਪੂਰਾ। ਜਿਹਨੇ ਸੱਪ ਦੇਖਿਆਗਾ, ਸਾਰਿਆਂ ਨੇ ਦੇਖਿਆਗਾ। ਸੱਪ ਨੂੰ ਮਾਰਿਆ ਕਿਹਨੇ?
1 2 3 4 5 ਅੱਛਾ ਪਾਸਟਰ ਸਾਹਿਬ ਨੇ ਮਾਰਿਆ ਹੈਗਾ, ਉਹਦਾ ਮੂਵਮੈਂਟ ਕੁਝ ਹੋਰ ਸੀਗਾ। ਤੇ ਅੱਛਾ ਮਾਰਿਆ ਸੱਪ ਨੂੰ ਸਾਰਿਆਂ ਨੇ, ਡਰ ਕਿਹਨੂੰ ਲੱਗਦਾ ਹੈਗਾ ਸੱਪ ਤੋਂ? ਲੱਗਦਾ ਸਾਰਿਆਂ ਨੂੰ? ਮੈਂ ਤਾਂ ਆਪ ਬਹੁਤ ਡਰਦਾ ਹਾਂ। ਅੱਛਾ ਚਲੋ ਛੱਡੋ ਉਹ ਚੀਜ਼ ਨੂੰ। ਸੱਪ ਦੇਖਿਆਗਾ, ਸੱਪ ਕੀ ਤਰ੍ਹਾਂ ਦਾ ਹੁੰਦਾ ਹੈਗਾ ਹਨਾ? ਸੱਪ ਸੁਨੱਖੇ ਬਹੁਤ ਹੁੰਦੇ ਨੇ, ਕੋਈ ਡੱਬਾ ਖੜੱਬਾ ਹੁੰਦਾ ਹੈਗਾ, ਕੋਈ ਚਿੱਟਾ ਹੁੰਦਾ ਹੈਗਾ, ਕੋਈ ਕਾਲਾ ਹੁੰਦਾ ਹੈਗਾ, ਕੋਈ ਕਾਲਾ ਨਾਗ ਹੁੰਦਾ ਹੈਗਾ ਹਨਾ, ਕੋਈ ਕੌਡੀਆਂ ਵਾਲਾ ਹੁੰਦਾ ਹੈਗਾ, ਕਈ ਤਰ੍ਹਾਂ ਦੇ ਹੁੰਦੇ ਨੇ ਹਨਾ। ਚਲੋ ਉਹ ਵੀ ਬਸ ਨੇੜੇ ਆਉਣੇ ਆਪਾਂ। ਅੱਜ ਤੱਕ ਕਿਹੜਾ ਐਸਾ ਇਨਸਾਨ ਹੈ ਜਿਹਨੇ ਸੱਪ ਨੂੰ ਮਿੱਟੀ ਖਾਂਦੇ ਦੇਖਿਆ ਹੋਵੇ? ਹੈ ਲੋਕ ਕਹਿੰਦੇ ਨੇ ਇਹ ਸੱਪ ਮਿੱਟੀ ਖਾਣਾਗਾ, ਕਹਿੰਦੇ ਨੇ ਜਾਂ ਨਹੀਂ ਕਹਿੰਦੇ ਨੇ? ਲੇਕਿਨ ਬਾਈਬਲ ਦੇ ਵਿੱਚ ਕੀ ਲਿਖਿਆ? ਇੱਕ ਵਾਰ ਫਿਰ ਪੜ੍ਹੋ ਬੱਚਨ ਨੂੰ ਮੇਰੇ ਨਾਲ। ਤੇ ਯਹੋਵਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ, ਭਾਈ ਇਸ ਲਈ ਕਿ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸ਼ਰਾਪੀ ਹੈ, ਤੂੰ ਆਪਣੇ ਢਿੱਡ ਭਾਰ ਤੁਰੇਗਾ। ਦੇਖੋ ਢਿੱਡ ਦੇ ਭਾਰ ਤੁਰਦਾ ਜਾਂ ਨਹੀਂ ਤੁਰਦਾ? ਉਹ ਤੁਰਦਾਗਾ, ਚੱਲਦਾ ਢਿੱਡ ਦੇ ਭਾਰ, ਚਾਹੇ ਕਾਲਾਗਾ ਚਾਹੇ ਗੋਰਾਗਾ, ਚਾਹੇ ਪਤਲਾ ਚਾਹੇ ਮੋਟਾ ਹਨਾ, ਉਹ ਕੈਸਾ ਵੀ ਹੈ, ਚੱਲਦਾ ਕਿਵੇਂ? ਢਿੱਡ ਦੇ ਭਾਰ ਹੀ ਚੱਲਦਾਗਾ। ਕਈ ਵਾਰ ਸੱਪ ਦੇਖਦੇ ਆ ਸੋਹਣਾ ਹੁੰਦਾਗਾ, ਹੁੰਦਾ ਨਾ ਸੱਪ ਸੋਹਣਾ ਹੁੰਦਾ, ਲੇਕਿਨ ਚੱਲਦਾ ਕਿਵੇਂ? ਢਿੱਡ ਦੇ ਭਾਰ। ਆਪਾਂ ਸਾਰੇ ਲੋਕ ਦੇਖਦੇ ਆ ਢਿੱਡ ਦੇ ਭਾਰ ਚੱਲਦਾਗਾ। ਫਿਰ ਅੱਗੇ ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਗਾ। ਕੀ ਖਾਇਆ ਕਰੇਗਾ? ਮਿੱਟੀ। ਕਿਸੇ ਨੇ ਦੇਖਿਆ ਮਿੱਟੀ ਖਾਂਦਾ ਸੱਪ? ਦੁੱਧ ਪੀਂਦਾ ਹਾਂ ਦੁੱਧ ਪੀਂਦਾਗਾ, ਲੇਕਿਨ ਪਰਮੇਸ਼ਵਰ ਨੇ ਕੀ ਕਿਹਾਗਾ ਕਿ ਤੂੰ ਮਿੱਟੀ ਖਾਇਆ ਕਰੇਗਾ। ਇਹਦਾ ਮਤਲਬ ਸੱਪ ਮਿੱਟੀ ਖਾਂਦਾਗਾ? ਹਾਲੇਲੂਇਆ। ਸਾਡੇ ਵਿੱਚ ਕਿਸੇ ਨੇ ਨਹੀਂ ਦੇਖਿਆ, ਤੁਸੀਂ ਕਿਸੇ ਨੂੰ ਪੁੱਛ ਕੇ ਦੇਖਿਓ, ਸੱਪ ਮਿੱਟੀ ਖਾਂਦਾ ਹੀ ਨਹੀਂ ਹੈ। ਲੇਕਿਨ ਪਰਮੇਸ਼ਵਰ ਨੇ ਜਿਹੜੀ ਗੱਲ ਕਹਿਤੀ ਕਿ ਤੂੰ ਮਿੱਟੀ ਖਾਏਗਾ, ਮਿੱਟੀ ਕੌਣ ਆ ਫਿਰ? ਉਹ ਜੀ ਆਪਣਾ ਸਰੀਰ ਹੈ। ਸੁਣੋ, ਮਿੱਟੀ ਕੌਣ ਆ ਫਿਰ? ਉਹਦੇ ਇਨਸਾਨ। ਇਨਸਾਨ ਕਿੱਥੋਂ ਬਣਿਆ? ਮਿੱਟੀ ਚੋਂ ਬਣਿਆ। ਤੇ ਮਿੱਟੀ ਕੌਣ ਹੈ? ਪਰਮੇਸ਼ਵਰ ਨੇ ਆਦਮ ਨੂੰ ਮਿੱਟੀ ਕਦੋਂ ਕਿਹਾ? ਜਦੋਂ ਆਦਮ ਜਿੰਨਾ ਚਿਰ ਪਰਮੇਸ਼ਵਰ ਦਾ ਆਤਮਾ ਆਦਮ ਦੇ ਅੰਦਰ ਕੰਮ ਕਰ ਰਿਹਾ ਸੀਗਾ, ਜਿੰਨਾ ਚਿਰ ਪਰਮੇਸ਼ਵਰ ਦਾ ਪਵਿੱਤਰ ਆਤਮਾ ਆਦਮ ਦੇ ਅੰਦਰ ਸੀਗਾ, ਪਰਮੇਸ਼ਵਰ ਨੇ ਉਸਨੂੰ ਮਿੱਟੀ ਕਿਹਾ। ਬਣਾਇਆ ਕਿੱਥੋਂ ਸੀਗਾ? ਮਿੱਟੀ ਤੋਂ ਬਣਾਇਆ ਸੀਗਾ। ਪਰਮੇਸ਼ਵਰ ਨੇ ਉਹਦੇ ਅੰਦਰ ਆਪਣਾ ਆਤਮਾ ਪਾਇਆ। ਜਦੋਂ ਆਤਮਾ ਪਾਇਆ, ਪਰਮੇਸ਼ਵਰ ਦਾ ਸੰਗਤੀ ਕਰਦਾ ਉਹਦੇ ਨਾਲ, ਪਰਮੇਸ਼ਵਰ ਉਸਨੂੰ ਪਿਆਰ ਕਰਦਾਗਾ। ਕਿਉਂ? ਕਿਉਂਕਿ ਮੇਰਾ ਆਤਮਾ ਇਹਦੇ ਅੰਦਰ ਹੈ। ਪਰਮੇਸ਼ਵਰ ਨੂੰ ਨਹੀਂ ਕੁਝ ਵੀ ਹੋ ਰਿਹਾ ਉਹਨੂੰ ਵੀ ਇਹ ਮਿੱਟੀ ਹੈ। ਲੇਕਿਨ ਮਿੱਟੀ ਕਦੋਂ ਬਣਦਾ ਇਨਸਾਨ? ਕਿ ਜਦ ਉਹਦੇ ਅੰਦਰ ਆਤਮਾ ਨਹੀਂ ਰਹਿੰਦਾ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਆਦਮ ਮਿੱਟੀ ਕਦੋਂ ਬਣਿਆ? ਕਿ ਜਦੋਂ ਉਹਦੇ ਅੰਦਰੋਂ ਪਰਮੇਸ਼ਵਰ ਦਾ ਆਤਮਾ ਚਲਾ ਗਿਆ। ਔਰ ਪਰਮੇਸ਼ਵਰ ਨੇ ਕੀ ਕਿਹਾਗਾ? ਸੱਪ ਨੂੰ, ਸੱਪ ਮਤਲਬ ਸ਼ੈਤਾਨ ਨੂੰ ਕੀ ਕਿਹਾਗਾ? ਕਿ ਤੂੰ ਆਪਣੇ ਸਾਰੇ ਦਿਨ ਭਰ ਮਿੱਟੀ ਖਾਇਆ ਕਰੇਗਾ। ਅੱਜ ਕਿੰਨੇ ਲੋਕ ਨੇ ਜਿਨ੍ਹਾਂ ਦੇ ਅੰਦਰ ਪਵਿੱਤਰ ਆਤਮਾ ਨਹੀਂ ਹੈ? ਉਹ ਕੀ ਨੇ? ਉਹ ਮਿੱਟੀ ਹੈ। ਅੱਜ ਕੀ ਸ਼ੈਤਾਨ ਤੁਹਾਨੂੰ ਖਾ ਨਹੀਂ ਰਿਹਾ? ਬਿਮਾਰੀ ਦੇ ਰਾਹੀਂ, ਐਕਸੀਡੈਂਟ ਦੇ ਰਾਹੀਂ ਖਾਂਦਾਗਾ। ਹੁਣ ਦੇਖੋ, ਜਦ ਪਰਮੇਸ਼ਵਰ ਨੇ ਮੂਸਾ ਨੂੰ ਪਸੰਦ ਕੀਤਾ ਸੀਗਾ, ਨਾਲ 70 ਲੋਕ ਪਸੰਦ ਕੀਤੇ ਗਏ, ਉਹਨਾਂ ਦੇ ਉੱਪਰ ਆਤਮਾ ਆ ਗਿਆ। ਪਰਮੇਸ਼ਵਰ ਆਪਣਾ ਕੰਮ ਲੈ ਰਹੇ ਨੇ, ਪਰਮੇਸ਼ਵਰ ਖੁਸ਼ ਨੇ ਉਹਨਾਂ ਲੋਕਾਂ ਨੂੰ ਪਸੰਦ ਕਰਕੇ। ਉਸ ਤੋਂ ਬਾਅਦ 250 ਲੋਕ ਨਾਲ ਜੁੜ ਗਏ। ਫਿਰ ਕੀ ਕੀਤਾ? ਅਸੀਂ ਤਾਂ ਨਾਮੀ ਆ, ਸਾਡਾ ਪਰਮੇਸ਼ਵਰ ਇਸਤੇਮਾਲ ਕਰਦਾ ਹੈਗਾ, ਸਾਡੇ ਅੰਦਰ ਪਰਮੇਸ਼ਵਰ ਦਾ ਆਤਮਾ ਹੈਗਾ। ਫਿਰ ਕੀ ਹੋ ਗਿਆ? ਉੱਪਰ ਮਾਏ ਗਏ। ਲੇਕਿਨ ਜਦੋਂ ਪਰਮੇਸ਼ਵਰ ਦਾ ਆਤਮਾ ਉਹਨਾਂ ਨੂੰ ਛੱਡ ਕੇ ਚਲਾ ਗਿਆ, ਤਾਂ ਫਿਰ ਕੀ ਬਣ ਗਏ ਉਹ? ਫਿਰ ਉਹ ਮਿੱਟੀ ਬਣ ਗਏ। ਔਰ ਮਿੱਟੀ ਨੂੰ ਕਿਹਨੇ ਖਾਧਾ ਫਿਰ? ਸੱਪ ਨੇ ਖਾਧਾ ਜਾਂ ਨਹੀਂ ਖਾਧਾ? ਸਮਸੂਨ ਦੇ ਉੱਪਰ ਪਰਮੇਸ਼ਵਰ ਦਾ ਆਤਮਾ ਆਉਂਦਾ ਸੀਗਾ। ਸਮਸੂਨ 1,000 ਬੰਦਾ ਮਾਰ ਸਕਦਾ ਹੈਗਾ। ਸਮਸੂਨ ਕੀ ਕਰਦਾ ਸੀਗਾ? ਬੱਬਰ ਸ਼ੇਰ ਨੂੰ ਪਾੜ ਸਕਦਾ ਸੀਗਾ। ਸਮਸੂਨ ਸਭ ਕੁਝ ਕਰ ਸਕਦਾ ਸੀਗਾ। ਕਿੰਨਾ ਚਿਰ? ਕਿ ਜਿੰਨਾ ਚਿਰ ਪਰਮੇਸ਼ਵਰ ਦਾ ਆਤਮਾ ਦੇ ਉੱਪਰ ਸੀਗਾ। ਲੇਕਿਨ ਜਦੋਂ ਸਮਸੂਨ ਦੇ ਅੰਦਰੋਂ ਪਵਿੱਤਰ ਆਤਮਾ ਹੀ ਚਲਾ ਗਿਆ, ਸਮਸੂਨ ਨੂੰ ਪਵਿੱਤਰ ਆਤਮਾ ਛੱਡ ਕੇ ਚਲਾ ਗਿਆ, ਤਾਂ ਫਿਰ ਕੀ ਬਣ ਗਿਆ? ਉਹ ਮਿੱਟੀ ਬਣ ਗਿਆ। ਕਿ ਮਿੱਟੀ ਨੂੰ ਸੱਪ ਨੇ ਖਾਧਾ ਜਾਂ ਨਹੀਂ ਖਾਧਾ? ਅੱਜ ਤੁਹਾਡੇ ਕਿੰਨੇ ਰਿਸ਼ਤੇਦਾਰ ਐਸੇ ਨੇ, ਤੁਹਾਡੇ ਮਾਂ-ਬਾਪ, ਤੁਹਾਡੇ ਦਾਦੀ-ਦਾਦੇ, ਤੁਹਾਡੇ ਚਾਚੀ-ਚਾਚੇ ਕਿੰਨੇ ਮਰ ਚੁੱਕੇ ਨੇ। ਉਹ ਕਿਵੇਂ ਚਲੇ ਗਏ? ਬਿਨਾਂ ਪਵਿੱਤਰ ਆਤਮਾ ਤੋਂ ਚਲੇ ਗਏ। ਔਰ ਉਹਨਾਂ ਨੂੰ ਖਤਮ ਕਰਨ ਵਾਲਾ ਕੌਣ? ਉਹਨਾਂ ਨੂੰ ਸ਼ੈਤਾਨ। ਮਤਲਬ ਸੱਪ ਕੀ ਖਾਂਦਾਗਾ? ਮਿੱਟੀ ਖਾਂਦਾਗਾ। ਮਿੱਟੀ ਇਹ ਮਿੱਟੀ ਨਹੀਂ ਖਾਂਦਾ, ਉਹ ਤਾਂ ਇਨਸਾਨ ਹੈ ਕਿ ਜਿਹਨੂੰ ਸੱਪ ਖਾਂਦਾਗਾ।
ਅੱਜ ਕਿੰਨੇ ਲੋਕ ਇੱਥੇ ਬੈਠੇ ਨੇ ਕਿ ਜਿਨ੍ਹਾਂ ਅੰਦਰ ਪਵਿੱਤਰ ਆਤਮਾ ਨਹੀਂ ਹੈ, ਜਿਨ੍ਹਾਂ ਦੇ ਅੰਦਰ ਪਵਿੱਤਰ ਆਤਮਾ ਨਹੀਂ ਹੈ, ਜਿਨ੍ਹਾਂ ਨੇ ਬਪਤਿਸਮਾ ਨਹੀਂ ਲਿਆ। ਕਿੰਨੇ ਲੋਕ ਨੇ ਐਸੇ? ਆਪਣਾ ਹੱਥ ਦਿਖਾਓ ਜਿਨ੍ਹਾਂ ਨੇ ਹਜੇ ਤੱਕ ਪਵਿੱਤਰ ਆਤਮਾ ਨਹੀਂ ਲਿਆ ਹੋਇਆ, ਜਿਨ੍ਹਾਂ ਨੇ ਬਪਤਿਸਮਾ ਨਹੀਂ ਲਿਆ ਹੋਇਆ ਹਜੇ ਤੱਕ। ਚੰਗੀ ਤਰ੍ਹਾਂ ਤੋਂ ਦਿਖਾਓ, ਬਾਕੀ ਸਾਰੇ ਲੱਗੇ। ਇਹਦਾ ਮਤਲਬ ਤੁਸੀਂ ਕੀ ਹੋ? ਹਜੇ ਮਿੱਟੀ ਹੋ। ਇਹ ਤੁਹਾਨੂੰ ਸ਼ੈਤਾਨ ਕਦੇ ਵੀ ਖਾ ਸਕਦਾ ਹੈਗਾ। ਸਮਝ ਰਹੇ ਹੋ? ਸ਼ੈਤਾਨ ਤੁਹਾਡੇ ਉੱਪਰ ਕਦੇ ਵੀ ਹਮਲਾ ਕਰ ਸਕਦਾ ਹੈਗਾ, ਕਿਉਂਕਿ ਸ਼ੈਤਾਨ ਦਾ ਕੰਮ ਕੀ ਹੈ? ਸੱਪ ਦਾ ਕੰਮ ਕੀ ਹੈ? ਮਿੱਟੀ ਖਾਣਾ। ਲੇਕਿਨ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈਗਾ, ਇੱਕ ਵਚਨ ਪੜੋ ਮੇਰੇ ਨਾਲ। ਪਹਿਲਾ ਕਰੰਥੀਆ ਉਹਦਾ 3 ਅਧਿਆਇ ਉਹਦਾ 16 ਵਚਨ। ਕਿ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਕੀ ਲਿਖਿਆ ਬਾਈਬਲ ਦੇ ਵਿੱਚ? ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਵਰ ਦੀ ਕੀ ਹੋ? ਹੈਕਲ ਹੋ, ਔਰ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈਗਾ। ਇਹ ਕੀ ਹੈ? ਇੱਕ ਸਵਾਲ ਹੈ। ਪਰਮੇਸ਼ਵਰ ਦਾ ਦਾਸ ਇੱਕ ਸਵਾਲ ਕਰ ਰਿਹਾ ਹੈਗਾ ਕਿ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਕੀ ਹੋ? ਪਰਮੇਸ਼ਵਰ ਦਾ ਮੰਦਰ ਹੋ, ਪਰਮੇਸ਼ਵਰ ਦਾ ਭਵਨ ਹੋ, ਪਰਮੇਸ਼ਵਰ ਦੀ ਹੈਕਲ ਹੋ। ਲੇਕਿਨ ਤਦੇ ਹੀ ਕਿ ਜਦ ਪਰਮੇਸ਼ਵਰ ਦਾ ਆਤਮਾ ਤੁਹਾਡੇ ਅੰਦਰ ਵਸੇਗਾ। ਅਗਰ ਤੁਸੀਂ ਪਰਮੇਸ਼ਵਰ ਦਾ ਮੰਦਰ ਨਹੀਂ ਹੋ ਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਅੰਦਰ ਨਹੀਂ ਹੈ, ਅਗਰ ਤੁਹਾਡੇ ਅੰਦਰ ਪਰਮੇਸ਼ਵਰ ਦਾ ਆਤਮਾ ਹੀ ਨਹੀਂ ਹੈ, ਤਾਂ ਫਿਰ ਤੁਸੀਂ ਕੀ ਹੋ? ਹਾਲੇਲੂਇਆ, ਫਿਰ ਤੁਸੀਂ ਕੀ ਹੋ? ਬੋਲੋ ਤਾਂ ਸਹੀ। ਮਿੱਟੀ ਹੋ। ਔਰ ਮਿੱਟੀ ਕਿਹਦੀ ਖੁਰਾਕ ਹੈ? ਸੱਪ ਦੀ ਖੁਰਾਕ ਹੈ। ਇਹਦੇ ਕੋਲ ਫਿਰ ਪੜੋ ਜੀ। ਕਿ ਤੁਸੀਂ ਇਹ ਨਹੀਂ ਜਾਣਦੇ ਜੋ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। ਦੇਖੋ ਬਾਈਬਲ ਦੇ ਵਿੱਚ ਲਿਖਿਆ, ਕੀ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਪਰਮੇਸ਼ਵਰ ਦੀ ਹੈਕਲ ਹੋ? ਇਹਦਾ ਮਤਲਬ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਣਾ ਚਾਹੁੰਦਾ ਹੈਗਾ। ਫਿਰ ਅੱਗੇ, ਜੇ ਕੋਈ ਪਰਮੇਸ਼ਵਰ ਦੀ ਹੈਕਲ ਦਾ ਨਾਸ਼ ਕਰੇ ਤਾਂ ਪਰਮੇਸ਼ਵਰ ਉਹਦਾ ਨਾਸ਼ ਕਰੇਗਾ, ਕਿਉਂ ਜੋ ਪਰਮੇਸ਼ਵਰ ਦੀ ਹੈਕਲ ਪਵਿੱਤਰ ਹੈ ਅਤੇ ਇਹੋ ਤੁਸੀਂ ਹੋ। ਦੇਖੋ ਪਰਮੇਸ਼ਵਰ ਦੀ ਹੈਕਲ ਕੌਣ ਹੈ? ਪਰਮੇਸ਼ਵਰ ਦੀ ਹੈਕਲ ਕੌਣ ਹੈ? ਤੁਸੀਂ। ਉਹ ਬੋਲੋ ਤਾਂ ਸੀ। ਆਪਾਂ ਪਰਮੇਸ਼ਵਰ ਦੀ ਹੈਕਲ ਕੌਣ ਹੈ? ਸਭ ਕਹਿ ਹਲੇ ਵੀ। ਸੱਪ ਦੀ ਖੁਰਾਕ ਕੌਣ ਹੈ? ਦੇਖੋ ਕਿੰਨਾ ਜਲਦੀ ਬੋਲਦੇ ਨੇ ਹਨਾ। ਪਰਮੇਸ਼ਵਰ ਦੀ ਹੈਕਲ ਬਣਨ ਵਾਸਤੇ ਜਲਦੀ ਨਹੀਂ ਬੋਲਦੇ, ਤੇ ਸੱਪ ਦੀ ਖੁਰਾਕ ਬਣਨ ਵਾਸਤੇ ਮਿੱਟੀ। ਮਿੱਟੀ, ਹਾਂ ਸਹੀ ਬਾਤ, ਮਿੱਟੀ ਹੈ। ਜਿਸ ਨੂੰ ਆਪਣੇ ਆਪ ਦੇ ਉੱਪਰ ਭਰੋਸਾ ਹੀ ਨਹੀਂ ਹੈ ਕਿ ਮੈਂ ਪਰਮੇਸ਼ਵਰ ਦੀ ਹੈਕਲ ਹਾਂ, ਉਹ ਬੋਲੇ ਵੀ ਕਿਵੇਂ? ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਦੀ ਹੈਕਲ ਕੌਣ ਹੈ? ਅਸੀਂ ਨਹੀਂ ਹੁੰਦਾ। ਹਾਂ, ਪਰਮੇਸ਼ਵਰ ਦੀ ਹੈਕਲ ਕੌਣ ਹੈ? ਕੌਣ? ਹਾਂ, ਮਿੱਟੀ ਕੌਣ? ਹਾਂ, ਦੇਖੋ अगर परमेश्वर की हैकल हो तो परमेश्वर की हैकल कदों बनेगी? छड़ दो, कोई बात नहीं। परमेश्वर की हैकल कदों बनेगी? जदों पवित्र आत्मा होएगा। ਇਹਦਾ मतलब जे पवित्र आत्मा का तो फिर तुसी की हो? परमेश्वर की हैकल। अगर पवित्र आत्मा नहीं है तो फिर की हो? फिर मिट्टी हो। परमेश्वर ने दुखी होकर की कहा सीगा आदम नूं, तू मिट्टी है, तू मिट्टी है। क्यों? क्योंकि मैं तेरे अंदर अपना आत्मा पाया सीगा, लेकिन तू की है? तू तो मिट्टी है। हुण देखो अज जिन्ने भी इंसान ने, जिन्ने भी लोग ने, उन्होंने खा कौन रहा है? किन्ने लोगों के उपर हार्ट अटैक आ रहा है? किन्ने लोगों के उपर मतलब एक्सीडेंट दी समस्यावां आ रही ने? किन्ने लोगों ने किन्ने भयानक बीमारियां चिंबड़ियां हुई ने? वो दिनों दिन इंसान खत्म हो रहा है। तो शैतान की है? वो हर रोज आहिस्ता आहिस्ता की है इंसान नूं खा रहा है। क्यों? क्योंकि मिट्टी बन के बैठा होगा और इंसान नूं पता नहीं चलता कि परमेश्वर ने क्या गा सप नूं, शैतान नूं क्या गा कि तू अपने दिन भर की करेगा? मिट्टी खाया करेगा। जबकि कोई भी सप मिट्टी नहीं खाता। लेकिन गल परमेश्वर की करते हैं, वो तो इंसान की गल करते हैं। हुण देखो समसून जिन्ना चिर परमेश्वर का भवन बन के रहा, जिन्ना चिर परमेश्वर की हैकल बन के रहा, तो की होया सीगा? शैतान कदे छू भी नहीं सकता सीगा। अगर आउंदा सीगा तो परमेश्वर का आत्मा उसकी सहायता करता सीगा, तो की हुंदा सीगा? शैतान हार के चला जाता सी उहदे कोलों। लेकिन जदों वो शैतान के बहकावे में आ गया, उहदियां गल्लां में फस गया, तो फिर परमेश्वर का आत्मा उसनूं छड्ड के चला गया। तो फिर की होया? वो मिट्टी बन गया। सब तो पहला उहदियां अखां भन्न दित्तियां गईयां। उस तो बाद की है? उहदा तमाशा बनाया गया। उस तो बाद की उसने आत्महत्या कर ली।
ਉਹ 70 ਲੋਕ ਉਹ ਵੀ ਨਾਸ ਹੋ ਗਏ, 250 ਲੋਕ ਉਹ ਵੀ ਨਾਸ ਹੋ ਗਏ। ਜਿੰਨਾ ਚਿਰ ਪਰਮੇਸ਼ਰ ਦਾ ਆਤਮਾ ਸੀਗਾ ਪਰਮੇਸ਼ਰ ਇਸਤੇਮਾਲ ਕਰਦੇ ਰਹੇ। ਜਦੋਂ ਪਰਮੇਸ਼ਰ ਦੇ ਆਤਮਾ ਨੇ ਛੱਡਿਆ ਤਾਂ ਕੀ ਬਣ ਗਏ? ਉਹ ਮਿੱਟੀ ਬਣ ਗਏ। ਔਰ ਸ਼ੈਤਾਨ ਨੇ ਕੀ ਕੀਤਾ? ਉਹਨਾਂ ਨੂੰ ਨਾਲ ਦੀ ਨਾਲ ਹੀ ਖਾ ਲਿਆ, ਉਹਨਾਂ ਨੂੰ ਨਾਲ ਦੀ ਨਾਲ ਉਹਨਾਂ ਨੂੰ ਖਤਮ ਕਰ ਦਿੱਤਾ ਉਹਨਾਂ ਨੂੰ। ਤਾਂ ਦੇਖੋ ਸਹੀ ਦੇ ਵਿੱਚ ਬਾਈਬਲ ਦੇ ਵਿੱਚ ਬਹੁਤ ਕੁਝ ਇਦਾਂ ਲਿਖਿਆ ਹੋਇਆ। ਇੱਕ ਵਚਨ ਪੜ੍ਹੋ ਮੇਰੇ ਨਾਲ ਤੁਸੀਂ, ਪਹਿਲਾ ਸੈਮੂਅਲ ਉਹਦਾ 11 ਦੇ ਆਏ। ਪਹਿਲਾ ਸੈਮੂਅਲ ਉਹਦਾ 11 ਦੇ ਆਏ। ਇੱਥੇ ਇੱਕ ਇਨਸਾਨ ਸੀਗਾ ਜਿਹੜਾ ਇਜ਼ਰਾਈਲ ਦਾ ਪਹਿਲਾ ਰਾਜਾ ਹੋਇਆ। ਕੌਣ? ਸਾਊਲ। ਪਰਮੇਸ਼ਵਰ ਨੇ ਸਾਊਲ ਨੂੰ ਪਸੰਦ ਕੀਤਾ ਸੀਗਾ, ਉਸ ਨੂੰ ਆਪਣੇ ਲੋਕਾਂ ਨੂੰ ਬਚਾਉਣ ਦੇ ਲਈ ਉਸ ਨੂੰ ਰਾਜਾ ਬਣਾਉਣਾ ਸੀਗਾ। ਲੇਕਿਨ ਹੋਇਆ ਕਿ ਇੱਕ ਇਨਸਾਨ ਸੀਗਾ, ਨਹਾਸ ਨਾਮ ਦਾ ਇਨਸਾਨ, ਅਮੋਨੀ ਦੇਸ਼ ਦਾ ਇਨਸਾਨ, ਉਸਨੇ ਕੀ ਕੀਤਾ? ਉਸਨੇ ਆਪਣੇ ਲੋਕਾਂ ਨੂੰ ਘੱਲਿਆ ਔਰ ਕੀ ਕੀਤਾ? ਉਹਨਾਂ ਨੇ ਆ ਕੇ ਉਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕੀਤਾ। ਜਦ ਇਹ ਗੱਲ ਕਿਹਦੇ ਉੱਪਰ ਪਹੁੰਚ ਗਈ? ਇਹ ਉਹਨਾਂ ਲੋਕਾਂ ਦੇ ਉੱਪਰ ਪਹੁੰਚੀ ਤਾਂ ਉਹ ਲੋਕ ਰੋ ਰਹੇ ਨੇ, ਉਹ ਲੋਕ ਦੁਖੀ ਹੋ ਰਹੇ ਨੇ। ਔਰ ਮੇਰੇ ਨਾਲ ਵਚਨ ਪੜ੍ਹੋ ਤੁਸੀਂ, ਇਹ ਪਹਿਲਾ ਸੈਮੂਅਲ ਉਹਦਾ 11 ਦੇ ਆਏ, ਉਹਦਾ 4-5। ਤਦ ਸਾਊਲ ਦੇ ਗਿਬਾ ਵਿੱਚ ਹਲਕਾਰੇ ਆਏ ਅਤੇ ਉਹਨਾਂ ਨੇ ਲੋਕਾਂ ਦੇ ਕੰਨੀ ਇਹ ਸੁਨੇਹਾ ਸੁਣਾਇਆ। ਤਦ ਲੋਕ ਚਚਲਾ ਕੇ ਰੋਏ ਅਤੇ ਵੇਖੋ ਸਾਊਲ ਪਹਿਲੀ ਤੋਂ ਬਲਦਾਂ ਦੇ ਮਗਰ ਲੱਗਾ ਹੁੰਦਾ ਸੀ। ਅਤੇ ਸਾਊਲ ਨੇ ਆਖਿਆ, ਕੀ ਹੋਇਆ ਜੋ ਲੋਕ ਰੋਂਦੇ ਹਨ? ਉਹਨਾਂ ਨੇ ਯਾਬੇਸ ਦੇ ਲੋਕਾਂ ਦਾ ਸੁਨੇਹਾ ਆਪ ਸੁਣਾਇਆ। ਦੇਖੋ ਇਹਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀਗਾ, ਇਹਦੇ ਲੋਕਾਂ ਨੂੰ ਸਤਾਇਆ ਜਾ ਰਿਹਾ ਸੀਗਾ। ਲੇਕਿਨ ਜਦੋਂ ਸਾਊਲ ਨੇ ਗੱਲ ਸੁਣੀ ਤਾਂ ਸਾਊਲ ਨੂੰ ਕੀ ਕਿਹਾ ਫਿਰ ਕੇ 6? ਜਿਸ ਵੇਲੇ ਸਾਊਲ ਨੇ ਇਹ ਖਬਰ ਸੁਣੀ ਉਸੇ ਵੇਲੇ ਉਹਦੇ ਉੱਤੇ ਪਰਮੇਸ਼ਰ ਦਾ ਆਤਮਾ ਜ਼ੋਰ ਨਾਲ ਆਇਆ ਅਤੇ ਉਹਦਾ ਕ੍ਰੋਧ ਬਹੁਤ ਜਾਗਿਆ। ਦੇਖੋ ਸਾਊਲ ਦੇ ਉੱਪਰ ਕੀ ਹੋਇਆ? ਪਰਮੇਸ਼ਰ ਦਾ ਆਤਮਾ ਆਇਆ। ਪਰਮੇਸ਼ਰ ਨੇ ਇਸ ਨੂੰ ਪਸੰਦ ਕੀਤਾ ਸੀਗਾ ਕਿ ਮੇਰੇ ਲੋਕਾਂ ਦਾ ਕੀ ਬਣੇ, ਇਹ ਰਾਜਾ ਬਣੇ। ਜਦੋਂ ਇਹਦੇ ਉੱਪਰ ਆਤਮਾ ਆਇਆ ਤਾਂ ਸਹੀ ਦੇ ਵਿੱਚ ਇਸ ਨੇ ਆਪਣੇ ਲੋਕਾਂ ਨੂੰ ਨਿਆਂ ਦਿਲਾਇਆ। ਔਰ ਨਿਆਂ ਦਿਲਾਉਣ ਤੋਂ ਬਾਅਦ ਉਸ ਤੋਂ ਬਾਅਦ ਕੀ ਹੋਇਆ ਕਿ ਜਦ ਇਹ ਪਰਮੇਸ਼ਰ ਵਿੱਚ ਥੋੜਾ ਟਾਈਮ ਚੱਲਿਆ, ਲੇਕਿਨ ਉਸ ਤੋਂ ਬਾਅਦ ਕੀ ਹੈ? ਇਹ ਪਰਮੇਸ਼ਰ ਦੇ ਖਿਲਾਫ ਹੋ ਗਿਆ। ਜਦੋਂ ਪਰਮੇਸ਼ਰ ਦੇ ਖਿਲਾਫ ਹੋਇਆ ਤਾਂ ਉਸ ਤੋਂ ਬਾਅਦ ਪੜ੍ਹੋ ਮੇਰੇ ਨਾਲ ਵਚਨ, ਪਹਿਲਾ ਸੈਮੂਅਲ ਉਹਦਾ 16 ਦੇ ਆਏ, ਉਹਦਾ 14 ਵਚਨ। ਪਰ ਸਾਊਲ ਤੋਂ ਯਹੋਵਾ ਦਾ ਆਤਮਾ ਅੱਡ ਹੋ ਗਿਆ। ਦੇਖੋ ਸਾਊਲ ਨੂੰ ਪਰਮੇਸ਼ਰ ਦਾ ਆਤਮਾ ਛੱਡ ਕੇ ਚਲਾ ਗਿਆ। ਉਸ ਤੋਂ ਬਾਅਦ ਕੀ ਹੋਇਆ? ਅਤੇ ਯਹੋਵਾ ਵੱਲੋਂ ਇੱਕ ਦੁਸ਼ਟ ਆਤਮਾ ਉਹਨੂੰ ਪਕਾਉਣ ਲੱਗਾ। ਦੇਖੋ ਇੱਕ ਦੁਸ਼ਟ ਆਤਮਾ ਆ ਗਿਆ। ਅਗਰ ਉਹ ਪਰਮੇਸ਼ਰ ਦਾ ਭਵਨ ਬਣ ਕੇ ਨਹੀਂ ਰਿਹਾ, ਪਰਮੇਸ਼ਰ ਦੀ ਹੈਕਲ ਬਣ ਕੇ ਨਹੀਂ ਰਿਹਾ, ਤਾਂ ਫਿਰ ਕੀ ਹੋਇਆ? ਫਿਰ ਦੁਸ਼ਟ ਆਤਮਾ ਆ ਗਿਆ ਉਹਦੇ ਅੰਦਰ, ਫਿਰ ਉਸ ਨੂੰ ਪਰੇਸ਼ਾਨ ਕਰਨ ਲੱਗ ਪਿਆ। ਔਰ ਦੇਖੋ ਇਹੀ ਸਾਊਲ ਅਖੀਰ ਦੇ ਵਿੱਚ ਜਾ ਕੇ ਇਸਨੇ ਆਤਮ ਹੱਤਿਆ ਕਰ ਲਈ। ਹਾਲੇਲੂਇਆ। ਇਸੇ ਸਾਊਲ ਨੇ ਕੀ ਕਰ ਲਈ? ਆਤਮ ਹੱਤਿਆ ਕਰ ਲਈ। ਜਦ ਕਿ ਪਰਮੇਸ਼ਰ ਨੇ ਇਸ ਨੂੰ ਆਤਮ ਹੱਤਿਆ ਕਰਨ ਦੇ ਲਈ ਪਸੰਦ ਨਹੀਂ ਕੀਤਾ ਸੀਗਾ। ਪਰਮੇਸ਼ਰ ਨੇ ਕਾਹਦੇ ਲਈ ਪਸੰਦ ਕੀਤਾ ਸੀਗਾ? ਕਿ ਇੱਕ ਰਾਜਾ ਬਣ ਕੇ ਰਹੇ, ਮੇਰੇ ਲੋਕਾਂ ਦਾ ਕੀ ਕਰੇ? ਨਿਆਂ ਕਰੇ। ਲੇਕਿਨ ਜਦੋਂ ਇਸ ਨੇ ਪਵਿੱਤਰ ਆਤਮਾ ਨੂੰ ਪਰੇਸ਼ਾਨ ਕੀਤਾ, ਪਵਿੱਤਰ ਆਤਮਾ ਨੂੰ ਦੁਖੀ ਕੀਤਾ, ਤਾਂ ਪਵਿੱਤਰ ਆਤਮਾ ਛੱਡ ਕੇ ਚਲਾ ਗਿਆ। ਅਰੇ ਕੀ ਹੋ ਗਿਆ? ਇਹ ਸਰੀਰ ਤਾਂ ਜਿਉਂਦਾ ਸੀਗਾ, ਹੈ 40 ਸਾਲ ਤੱਕ ਤਾਂ ਇਸਨੇ ਰਾਜ ਕੀਤਾ। ਉਹਦੇ ਵਿੱਚ 2 ਸਾਲ ਪਰਮੇਸ਼ਰ ਦੀ ਮਰਜ਼ੀ ਵਿੱਚ, 38 ਸਾਲ ਇਸਨੇ ਆਪਣੀ ਮਰਜ਼ੀ ਨਾਲ ਰਾਜ ਕੀਤਾ। 40 ਸਾਲ ਤੱਕ ਤਾਂ ਰਾਜ ਕੀਤਾ ਇਹਨੇ, ਲੇਕਿਨ ਅਖੀਰ ਵਿੱਚ ਕੀ ਹੋਇਆ? ਇਹੀ ਇਨਸਾਨ ਮਰ ਗਿਆ। ਔਰ ਮਰਿਆ ਵੀ ਕਿਵੇਂ? ਆਤਮ ਹੱਤਿਆ ਕਰਕੇ। ਔਰ ਸਹੀ ਦੇ ਵਿੱਚ ਇਸ ਨੂੰ ਖਾਧਾ ਕਿਹਨੇ? ਉਹ ਸ਼ੈਤਾਨ ਨੇ ਖਾਧਾ। ਕਿਉਂ? ਸ਼ੈਤਾਨ ਖਾਂਦਾ ਕੀ ਹੈ? ਉਹ ਤਾਂ ਮਿੱਟੀ ਖਾਂਦਾਗਾ। ਇਹਦਾ ਮਤਲਬ ਅਗਰ ਤੁਹਾਡੇ ਅੰਦਰ ਪਵਿੱਤਰ ਆਤਮਾ ਨਹੀਂ ਹੈ, ਅਗਰ ਤੁਸੀਂ ਬਪਤਿਸਮਾ ਨਹੀਂ ਲਿਆ ਹੋਇਆ ਹਾਲੇ ਤੱਕ, ਤੁਸੀਂ ਕੀ ਹੋ? ਮਿੱਟੀ ਹੋ। ਚਾਹੇ ਤੁਸੀਂ ਬੰਦਗੀ ਵਿੱਚ ਆ ਰਹੇ ਹੋ, ਚਾਹੇ ਤੁਸੀਂ ਬਾਈਬਲ ਪੜ੍ਹਦੇ ਹੋ, ਚਾਹੇ ਤੁਸੀਂ ਵਰਤ ਰੱਖ ਰਹੇ ਹੋ, ਚਾਹੇ ਤੁਸੀਂ ਪ੍ਰਭੂ ਭੋਜ ਵੀ ਲੈ ਰਹੇ ਹੋ, ਕੁਝ ਵੀ ਕਰ ਰਹੇ ਹੋ, ਲੇਕਿਨ ਜੇ ਤੁਹਾਡੇ ਅੰਦਰ ਪਵਿੱਤਰ ਆਤਮਾ ਨਹੀਂ ਹੈ ਤੇ ਤੁਸੀਂ ਪਰਮੇਸ਼ਰ ਦਾ ਭਵਨ ਨਹੀਂ ਹੋ, ਜੇ ਤੁਸੀਂ ਪਰਮੇਸ਼ਰ ਦੀ ਹੈਕਲ ਨਹੀਂ ਹੋ, ਪਰਮੇਸ਼ਰ ਦਾ ਮੰਦਿਰ ਨਹੀਂ ਹੋ, ਤਾਂ ਫਿਰ ਤੁਸੀਂ ਕੀ ਹੋ? ਸੱਪ ਦੀ ਖੁਰਾਕ ਹੋ। ਔਰ ਸੱਪ ਦੀ ਖੁਰਾਕ ਕੀ ਹੈ? ਉਹ ਤਾਂ ਮਿੱਟੀ ਹੈ। ਔਰ ਮਿੱਟੀ ਕੀ ਹੈ? ਉਹ ਤਾਂ ਇਨਸਾਨ ਹੈ। ਮਤਲਬ ਇਨਸਾਨ ਨੂੰ ਕਿੱਥੇ ਲੈ ਕੇ ਜਾਂਦਾਗਾ ਸੱਪ? ਉਹ ਤਾਂ ਨਰਕ ਵਿੱਚ ਲੈ ਕੇ ਜਾਂਦਾ ਹੈਗਾ। ਉਹ ਕਿੱਥੇ ਲੈ ਕੇ ਜਾਂਦਾ ਹੈਗਾ? ਉਹ ਉਸ ਨੂੰ ਖਤਮ ਕਰਨਾ ਚਾਹੁੰਦਾ ਹੈਗਾ। ਹੁਣ ਦੇਖੋ ਇੱਕ ਵਚਨ ਪੜ੍ਹੋ ਮੇਰੇ ਨਾਲ, ਦੂਜਾ ਤਿਮੋਥੀਅਸ ਉਹਦਾ 4 ਅਧਿਆਇ, ਉਹਦਾ 10 ਵਚਨ। ਕਿਉਂ ਜੋ ਦਿਮਾਗ ਨੇ ਇਸ ਵਰਤਮਾਨ ਯੁੱਗ ਨਾਲ ਮੋਹ ਲਾ ਕੇ ਮੈਨੂੰ ਛੱਡ ਦਿੱਤਾ। ਦੇਖੋ ਇੱਕ ਪਰਮੇਸ਼ਰ ਦਾ ਦਾਸ ਜੋ ਬਹੁਤ ਸੋਹਣਾ ਚੱਲਿਆ, ਉਸ ਨੂੰ ਪਰਮੇਸ਼ਰ ਨੇ ਪਸੰਦ ਕੀਤਾ ਸੀਗਾ, ਉਸ ਨੂੰ ਪਰਮੇਸ਼ਰ ਨੇ ਆਪਣਾ ਆਤਮਾ ਦਿੱਤਾ ਸੀਗਾ। ਦੂਜਾ ਤਿਮੋਥੀਅਸ 4 ਅਧਿਆਇ ਉਹਦਾ 10 ਵਚਨ ਸੁਣੋ ਧਿਆਨ ਨਾਲ।
ਮਤਲਬ ਉਸ ਤੋਂ ਬਾਅਦ ਕੀ ਹੈ, ਉਹ ਵੀ ਭਟਕ ਗਿਆ ਸੰਸਾਰ ਦੇ ਵਿੱਚ, ਉਹ ਵੀ ਸੰਸਾਰ ਦੀਆਂ ਗੱਲਾਂ ਵਿੱਚ ਆ ਚੁੱਕਿਆ ਸੀਗਾ, ਲੇਕਿਨ ਕੀ ਹੋਇਆ, ਉਹ ਵੀ ਪਰਮੇਸ਼ਵਰ ਨੂੰ ਛੱਡ ਕੇ ਚਲਾ ਗਿਆ। ਮਤਲਬ ਜਿਹੜੇ ਇਨਸਾਨ ਦੇ ਅੰਦਰ ਪਰਮੇਸ਼ਵਰ ਦਾ ਆਤਮਾ ਆਇਆਗਾ, ਜਿਹੜੇ ਇਨਸਾਨ ਦੇ ਅੰਦਰ ਪਰਮੇਸ਼ਵਰ ਦੀ ਮਤਲਬ ਇਹ ਪਵਿੱਤਰ ਆਤਮਾ ਆਈ ਹੈ, ਅਗਰ ਉਹ ਇਨਸਾਨ ਪਵਿੱਤਰ ਆਤਮਾ ਨੂੰ ਛੱਡ ਦੇਵੇ, ਪਵਿੱਤਰ ਆਤਮਾ ਨੂੰ ਛੱਡ ਕੇ ਚਲਾ ਜਾਏ, ਤਾਂ ਇਨਸਾਨ ਕੀ ਬਣ ਜਾਂਦਾ ਹੈਗਾ, ਉਹ ਮਿੱਟੀ ਬਣ ਜਾਂਦਾ ਹੈਗਾ। ਉਹ ਕਿਹਦੀ ਖੁਰਾਕ ਬਣ ਜਾਏਗਾ, ਉਹ ਸੱਪ ਦੀ ਖੁਰਾਕ ਬਣਦਾ ਹੈਗਾ। ਅਗਰ ਇਨਸਾਨ ਪਰਮੇਸ਼ਵਰ ਦਾ ਮੰਦਰ ਹੈ ਤਾਂ ਬਾਈਬਲ ਦੇ ਵਿੱਚ ਲਿਖਿਆ ਹੈਗਾ, ਮੇਰੇ ਨਾਲ ਵਚਨ ਪੜੋ, ਪਹਿਲਾ ਯਹੂਨਾ ਉਹਦਾ 5 ਅਧਿਆਇ ਉਹਦਾ 18 ਵਚਨ। ਅਸੀਂ ਜਾਣਦੇ ਹਾਂ ਭਈ ਹਰ ਕੋਈ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੋਇਆ ਹੈ ਉਹ ਪਾਪ ਨਹੀਂ ਕਰਦਾ, ਸਗੋਂ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਸੀ ਉਹ ਉਹਦੀ ਰੱਖਿਆ ਕਰਦਾ ਹੈ ਅਤੇ ਉਹ ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾ। ਦੇਖੋ, ਜਿਹੜਾ ਇਨਸਾਨ ਪਰਮੇਸ਼ਵਰ ਤੋਂ ਪੈਦਾ ਹੋਇਆਗਾ, ਜਿਹੜਾ ਇਨਸਾਨ ਪਰਮੇਸ਼ਵਰ ਦੇ ਵਚਨ ਦੇ ਦੁਆਰਾ, ਪਰਮੇਸ਼ਵਰ ਦੇ ਆਤਮਾ ਦੁਆਰਾ ਪੈਦਾ ਹੋਇਆਗਾ, ਤੇ ਸ਼ੈਤਾਨ ਉਸ ਨੂੰ ਹੱਥ ਨਹੀਂ ਲਾਉਂਦਾ, ਮਤਲਬ ਉਹਨੂੰ ਛੂ ਨਹੀਂ ਸਕਦਾ। ਕਿਉਂ? ਕਿਉਂਕਿ ਪਰਮੇਸ਼ਵਰ ਦਾ ਆਤਮਾ ਉਸ ਦੇ ਅੰਦਰ ਰਹਿੰਦਾ ਹੈਗਾ। ਇੱਕ ਵਾਰ ਜਦ ਪ੍ਰਭੂ ਯਿਸੂ ਮਸੀਹ ਧਰਤੀ ਉੱਪਰ ਸੀਗੇ ਤਾਂ ਪ੍ਰਭੂ ਯਿਸੂ ਮਸੀਹ ਨੇ ਇੱਕ ਇਨਸਾਨ ਨਾਲ ਗੱਲ ਕਰੀ ਸੀਗੀ, ਨਿਕੋਦਿਮਸ ਨਾਲ, ਕਿ ਇਨਸਾਨ ਦਾ ਜ਼ਰੂਰੀ ਹੈ ਕਿ ਉਹ ਨਵੇਂ ਸਿਰੇ ਤੋਂ ਪੈਦਾ ਹੋਵੇ। ਹਾਲੇਲੂਇਆ। ਉਹ ਕਿੱਥੋਂ ਪੈਦਾ ਹੋਵੇ? ਨਵੇਂ ਸਿਰੇ ਤੋਂ। ਨਵੇਂ ਸਿਰੇ ਤੋਂ ਪੈਦਾ ਹੋਣਾ ਮਤਲਬ ਪਾਣੀ ਤੋਂ ਤੇ ਆਤਮਾ ਤੋਂ ਪੈਦਾ ਹੋਵੇ। ਹੁਣ ਦੇਖੋ, ਜਿਹੜਾ ਇਨਸਾਨ ਪਾਣੀ ਤੋਂ ਪੈਦਾ ਹੋਣਾ ਮਤਲਬ ਬਪਤਿਸਮਾ ਲਵੇ, ਆਤਮਾ ਤੋਂ ਪੈਦਾ ਹੋਣਾ ਮਤਲਬ ਪਵਿੱਤਰ ਆਤਮਾ ਲਵੇ। ਹੁਣ ਦੇਖੋ, ਪ੍ਰਭੂ ਯਿਸੂ ਮਸੀਹ ਸਪਸ਼ਟ ਹੀ ਕਹਿੰਦੇ ਨੇ, ਅਗਰ ਤੁਸੀਂ ਮੇਰਾ ਭਵਨ ਬਣਨਾਗਾ, ਅਗਰ ਮੇਰੀ ਹੈਕਲ ਬਣਨੀ ਹੈ, ਅਗਰ ਮੇਰਾ ਮੰਦਿਰ ਬਣਨਾਗਾ, ਤੇ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਕੀ ਹੋਵੋ? ਸ਼ੁੱਧ ਹੋਵੋ। ਜ਼ਰੂਰੀ ਹੈ ਕਿ ਤੁਸੀਂ ਮੇਰਾ ਕੀ ਬਣੋ? ਭਵਨ ਬਣੋ। ਲੇਕਿਨ ਉਹਦੇ ਲਈ ਕੀ ਹੈ? ਮੇਰਾ ਪਵਿੱਤਰ ਆਤਮਾ ਲਓ। ਅੱਜ ਦੇਖੋ, ਇਨਸਾਨ ਵਚਨ ਸੁਣਦਾ ਕਾਫੀ ਟਾਈਮ ਤੋਂ ਇਨਸਾਨ ਬਾਈਬਲ ਪੜ੍ਹ ਰਿਹਾ ਹੈਗਾ, ਕਾਫੀ ਟਾਈਮ ਤੋਂ ਇਨਸਾਨ ਸੰਗਤੀ ਕਰ ਰਿਹਾ ਹੈਗਾ, ਲੇਕਿਨ ਅੱਜ ਕੋਈ ਵੀ ਇਨਸਾਨ ਪਰਮੇਸ਼ਵਰ ਦਾ ਭਵਨ ਬਣਨ ਦੇ ਲਈ ਤਿਆਰ ਨਹੀਂ ਹੈ। ਅੱਜ ਵੀ ਦੇਖੋ ਲੋਕਾਂ ਦੇ ਜੀਵਨਾਂ ਵਿੱਚ ਸਮੱਸਿਆਵਾਂ, ਅੱਜ ਵੀ ਦੇਖੋ ਜੀਵਨਾਂ ਦੇ ਵਿੱਚ ਪਰੇਸ਼ਾਨੀਆਂ, ਅੱਜ ਵੀ ਦੇਖੋ ਲੋਕਾਂ ਦੇ ਜੀਵਨਾਂ ਵਿੱਚ ਮੁਸ਼ਕਲਾਂ। ਕਿਉਂ? ਕਿਉਂਕਿ ਪਰਮੇਸ਼ਵਰ ਦਾ ਭਵਨ ਨਹੀਂ ਹੈ। ਲੇਕਿਨ ਹੈ ਕਿ ਇਨਸਾਨ ਮਿੱਟੀ ਹੈ, ਔਰ ਮਿੱਟੀ ਨੂੰ ਕੌਣ ਖਾਂਦਾ ਹੈਗਾ? ਉਹ ਤਾਂ ਸੱਪ ਖਾਂਦਾ ਹੈਗਾ। ਹਕੀਕਤ ਵਿੱਚ ਸੱਪ ਖਾਂਦਾ ਨਹੀਂ ਹੈ, ਕਦੇ ਦੇਖਿਆ ਨਹੀਂ ਸੱਪ ਨੂੰ ਮਿੱਟੀ ਖਾਂਦੇ ਨੂੰ। ਲੇਕਿਨ ਜੋ ਇਨਸਾਨ ਹੈ ਉਸ ਨੂੰ ਖਾ ਰਿਹਾ ਹੈਗਾ, ਕਿਹਦੇ ਦੁਆਰਾ? ਬਿਮਾਰੀ ਦੁਆਰਾ, ਟੈਨਸ਼ਨ ਦੁਆਰਾ, ਸ਼ੂਗਰ ਦੁਆਰਾ, ਲੜਾਈ ਝਗੜੇ ਦੁਆਰਾ, ਕ੍ਰੋਧ ਦੁਆਰਾ, ਨਿੰਦਿਆ ਦੁਆਰਾ, ਨਫ਼ਰਤ ਦੁਆਰਾ, ਈਰਖਾ ਦੁਆਰਾ। ਕਿੰਨਾ ਕੁਛ ਇਨਸਾਨ ਦੇ ਅੰਦਰ ਹੈ ਕਿ ਸ਼ੈਤਾਨ ਨਹੀਂ ਖਾ ਰਿਹਾ, ਅੰਦਰੋਂ ਅੰਦਰ ਹੀ ਖਾ ਰਿਹਾ ਹੈਗਾ। ਅੰਦਰੋਂ ਅੰਦਰ ਹੀ ਇਨਸਾਨ ਖਤਮ ਹੋ ਚੁੱਕਿਆ ਹੈਗਾ। ਕਿਉਂ? ਕਿਉਂਕਿ ਸ਼ੈਤਾਨ ਕੀ ਅੰਦਰ ਬੈਠਾ ਹੈਗਾ, ਉਹ ਮਿੱਟੀ ਖਾ ਰਿਹਾ ਹੈਗਾ, ਮਤਲਬ ਇਨਸਾਨ ਨੂੰ ਖਾ ਰਿਹਾ ਹੈਗਾ। ਇਨਸਾਨ ਨੂੰ ਨਹੀਂ ਪਤਾ ਚੱਲਦਾ। ਇਨਸਾਨ ਸੱਪ ਦੇਖਦਾ ਉਸ ਨੂੰ ਮਾਰ ਦਿੰਦਾ ਹੈਗਾ, ਸੱਪ ਨੂੰ ਦੇਖ ਕੇ ਉਹ ਮਾਰ ਦਿੰਦਾ ਹੈਗਾ। ਲੋਕ ਕਹਿੰਦੇ ਨੇ ਮਿੱਟੀ ਖਾਣਾਗਾ, ਉਹ ਖਾਣਾਗਾ, ਇਹ ਖਾਣਾਗਾ, ਲੇਕਿਨ ਮਿੱਟੀ ਖਾਂਦਾ ਹੀ ਨਹੀਂ ਹੈ, ਇਨਸਾਨ ਨੂੰ ਖਾ ਰਿਹਾ ਹੈਗਾ। ਅੱਜ ਕਿੰਨੇ ਲੋਕ ਨੇ ਦੇਖੋ, ਸਰ ਜੀ, ਜਿਹੜਾ ਲਾਜ਼ਰ ਸੀ ਉਹ ਤਾਂ ਫਿਰ ਮਤਲਬ ਵੀ ਇਹ ਬਿਮਾਰੀ ਦੀ ਗੱਲ ਲਿਖ ਲਿਓ। ਅੱਜ ਕਿੰਨੇ ਲੋਕ ਨੇ ਜੋ ਮਤਲਬ ਇਹ ਚੀਜ਼ ਵਿੱਚ ਫਸੇ ਹੋਏ ਨੇ? ਕਿੰਨੇ ਲੋਕ ਨੇ ਜੋ ਐਕਸੀਡੈਂਟਾਂ ਵਿੱਚ ਮਰ ਰਹੇ ਨੇ? ਕਿੰਨੇ ਲੋਕ ਨੇ ਜੋ ਆਤਮ ਹੱਤਿਆ ਕਰ ਰਹੇ ਨੇ? ਕਿੰਨੇ ਲੋਕ ਨੇ? ਇਹਦਾ ਮਤਲਬ ਕਿ ਜੋ ਸ਼ੈਤਾਨ ਹੈ ਉਹ ਆਪਣਾ ਕੰਮ ਕਰ ਰਿਹਾ ਹੈਗਾ, ਲਗਾਤਾਰ ਹੀ ਕਰ ਰਿਹਾ ਹੈਗਾ। ਹਨਨਿਆ ਤੇ ਸਫੀਰਾ ਦੇਖੋ, ਉਹ ਵੀ ਤਾਂ ਪਵਿੱਤਰ ਆਤਮਾ ਪਾ ਚੁੱਕੇ ਸੀਗੇ, ਉਹ ਵੀ ਤਾਂ ਬਪਤਿਸਮਾ ਲੈ ਚੁੱਕੇ ਸੀਗੇ, ਉਹ ਵੀ ਤਾਂ ਕਲੀਸੇ ਵਿੱਚ ਆ ਚੁੱਕੇ ਸੀਗੇ। ਜਦੋਂ ਪਵਿੱਤਰ ਆਤਮਾ ਪਾ ਚੁੱਕੇ ਨੇ, ਮਤਲਬ ਬਪਤਿਸਮਾ ਲੈ ਚੁੱਕੇ ਨੇ, ਤਾਂ ਉਹ ਕੀ ਬਣ ਗਏ ਸੀਗੇ? ਪਰਮੇਸ਼ਵਰ ਦਾ ਭਵਨ ਬਣ ਚੁੱਕੇ ਸੀਗੇ। ਲੇਕਿਨ ਲਾਲਚ ਆ ਗਿਆ, ਔਰ ਕੀ ਆ ਗਿਆ ਨਾਲ ਹੀ ਉਹਦੇ? ਝੂਠ ਆ ਗਿਆ। ਹਾਲੇਲੂਇਆ। ਆਦਮ ਹਨਨਿਆ ਤੇ ਸਫੀਰਾ ਅੰਦਰ ਕੀ ਆਇਆ ਸੀਗਾ? ਝੂਠ। ਜਿਹੜੇ ਬੋਲਦੇ ਨੇ ਝੂਠ ਬੋਲੋ, ਝੂਠ ਬੋਲਣ ਵਾਲੇ ਬੋਲੋ ਹਾਲੇਲੂਇਆ, ਸੱਚ ਬੋਲਣ ਵਾਲੇ ਬੋਲਦੇ ਹਾਲੇਲੂਇਆ। ਸਾਰੇ ਸੱਚੇ। ਦੇਖੋ, ਹਨਨਿਆ ਤੇ ਸਫੀਰਾ ਅੰਦਰ ਕੀ ਆਇਆ ਸੀਗਾ? ਝੂਠ। ਔਰ ਝੂਠ ਦੇ ਨਾਲ ਕੀ ਆ ਗਿਆ ਸੀਗਾ? ਲਾਲਚ। ਜਦੋਂ ਲਾਲਚ ਆਇਆ, ਝੂਠ ਆ ਗਿਆ, ਤਾਂ ਕੀ ਹੋ ਗਿਆ? ਮਿੱਟੀ ਨੂੰ ਖਾ ਗਿਆ। ਆ ਕੇ ਕੌਣ ਖਾ ਗਿਆ? ਸ਼ੈਤਾਨ, ਮਤਲਬ ਸੱਪ ਖਾ ਗਿਆ। ਅੱਜ ਦੇਖੋ, ਤੁਹਾਡਾ ਸਰੀਰ ਕੀ ਹੈ? ਉਹਦਾ ਪਰਮੇਸ਼ਵਰ ਦਾ ਮੰਦਿਰ ਹੈ। ਤੁਹਾਡਾ ਸਰੀਰ ਕੀ ਹੈ? ਉਹਦਾ ਪਰਮੇਸ਼ਵਰ ਦੀ ਹੈਕਲ ਹੈ। ਲੇਕਿਨ ਇਨਸਾਨ ਨੂੰ ਖੁਦ ਨੂੰ ਨਹੀਂ ਪਤਾ ਚੱਲਦਾ, ਮੈਂ ਪਰਮੇਸ਼ਵਰ ਦੀ ਹੈਕਲ ਹਾਂ, ਮੈਂ ਪਰਮੇਸ਼ਵਰ ਦਾ ਮੰਦਿਰ ਹਾਂ। ਇਨਸਾਨ ਨੂੰ ਨਹੀਂ ਪਤਾ ਚੱਲਦਾ। ਪਰਮੇਸ਼ਵਰ ਖੁਦ ਕਹਿੰਦੇ ਨੇ, ਆਪਣੇ ਦਾਸ ਰਾਹੀਂ ਕਹਿੰਦੇ ਨੇ, ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਕੀ ਹੈ? ਪਰਮੇਸ਼ਵਰ ਦਾ ਮੰਦਿਰ ਹੈ, ਪਰਮੇਸ਼ਵਰ ਦਾ ਭਵਨ ਹੈ।
ਤੁਸੀਂ ਨਹੀਂ ਜਾਣਦੇ, ਲੇਕਿਨ ਤਦੇ ਹੀ ਕਿ ਜਦ ਪਰਮੇਸ਼ਵਰ ਦਾ ਆਤਮਾ ਤੁਹਾਡੇ ਅੰਦਰ ਵਾਸ ਕਰੇਗਾ। ਆਦਮ ਤੇ ਹਵਾ ਦੇ ਅੰਦਰ ਪਰਮੇਸ਼ਵਰ ਦਾ ਆਤਮਾ ਸੀਗਾ, ਲੇਕਿਨ ਜਦੋਂ ਗਲਤੀ ਕੀਤੀ ਉਹ ਆਤਮਾ ਛੱਡ ਕੇ ਚਲਾ ਗਿਆ, ਉਸੇ ਟਾਈਮ ਮਰ ਗਏ ਉਹ ਲੋਕ। 930 ਸਾਲ ਤੱਕ ਜਿੰਦਾ ਸੀਗੇ, ਹੱਥ ਪੈਰ ਕੰਨ ਸਾਰਾ ਸਰੀਰ ਕੰਮ ਕਰਦਾ ਸੀਗਾ, ਲੇਕਿਨ ਪਰਮੇਸ਼ਵਰ ਦਾ ਆਤਮਾ ਛੱਡ ਕੇ ਜਾ ਚੁੱਕਿਆ ਸੀਗਾ। ਕੀ ਬਣ ਗਏ ਉਹ ਮਿੱਟੀ ਬਣ ਗਏ। ਪਰ ਕਿੰਨਾ ਦੁੱਖ ਆਇਆ, ਕਿੰਨੇ ਸਰਾਪ ਜੀਵਨ ਦੇ ਵਿੱਚ ਆਏ, ਕਿੰਨੀ ਬਿਰਤਾ ਜੀਵਨ ਦੇ ਵਿੱਚ ਆਈ। ਹਨਨਿਆ ਤੇ ਸਫੀਰਾ ਦੇਖੋ, ਪਰਮੇਸ਼ਵਰ ਦੇ ਆਤਮਾ ਨਾਲ ਭਰੇ ਹੋਏ ਲੋਕ ਕੀ ਬਣ ਗਏ, ਮਿੱਟੀ ਬਣ ਗਏ। ਔਰ ਦੋਨੋਂ ਪਤੀ ਪਤਨੀ ਇੱਕੋ ਦਿਨ ਮਰ ਗਏ। ਕਿੰਨੇ ਸਮੇਂ ਦਾ ਫਰਕ ਸੀਗਾ? 3 ਘੰਟੇ ਦਾ ਫਰਕ। ਹੋਇਆ ਕੀ ਸੀਗਾ? ਝੂਠ ਸੀਗਾ। ਹੋਇਆ ਕੀ ਸੀਗਾ? ਲਾਲਚ ਸੀਗਾ। ਮਰ ਗਏ ਦੋਨੋਂ ਹੀ। ਲੇਕਿਨ ਜੋ ਇਨਸਾਨ ਹੈ ਉਹ ਪਰਮੇਸ਼ਵਰ ਦਾ ਕੀ ਹੈ? ਮੰਦਰ ਹੈ। ਔਰ ਵਚਨ ਪੜੋ ਮੇਰੇ ਨਾਲ, ਰੋਮੀਆਂ ਉਹਦਾ 8 ਅਧਿਆਇ ਉਹਦਾ 9 ਵਚਨ। ਪਰ ਤੁਸੀਂ ਸਰੀਰਕ ਨਹੀਂ ਸਗੋਂ ਆਤਮਕ ਹੋ, ਪਰ ਤਦੇ ਜੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੋਵੇ, ਪਰੰਤੂ ਜਿਹਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਸੋ ਉਹ ਉਹਦਾ ਨਹੀਂ ਹੈ। ਦੇਖੋ, ਪਰਮੇਸ਼ਵਰ ਦਾ ਆਤਮਾ ਜਿਹਦੇ ਅੰਦਰ ਵਸਦਾਗਾ ਉਹ ਕੀ ਹੈ? ਉਹ ਆਤਮਿਕ ਹੈ। ਮਤਲਬ ਉਹ ਆਤਮਾ ਦੀਆਂ ਗੱਲਾਂ ਉੱਪਰ ਮਨ ਲਗਾਉਂਦਾਗਾ। ਜਿਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਗਾ ਉਹ ਕਿਹਦਾਗਾ? ਉਹੀ ਪ੍ਰਭੂ ਯਿਸੂ ਮਸੀਹ ਦਾ ਗਾ। ਇਹਦਾ ਮਤਲਬ ਜਿਹੜਾ ਪ੍ਰਭੂ ਯਿਸੂ ਮਸੀਹ ਦਾ ਹੈਗਾ ਉਹ ਕੀ ਹੈ? ਉਹ ਪਰਮੇਸ਼ਵਰ ਦਾ ਭਵਨ ਹੈ। ਉਹ ਪਰਮੇਸ਼ਵਰ ਦਾ ਕੀ ਹੈ? ਉਹ ਪਰਮੇਸ਼ਵਰ ਦਾ ਮੰਦਰ ਹੈ। ਉਹ ਪਰਮੇਸ਼ਵਰ ਦੀ ਹੈਕਲ ਹੈ। ਔਰ ਜਿਹੜੀ ਹੈਕਲ ਦੇ ਵਿੱਚ ਖੁਦ ਪ੍ਰਭੂ ਯਿਸੂ ਮਸੀਹ ਵਸਦਾਗਾ, ਕੀ ਸ਼ੈਤਾਨ ਉਸ ਨੂੰ ਛੂ ਸਕਦਾਗਾ? ਕੀ ਸ਼ੈਤਾਨ ਉਸ ਨੂੰ ਖਾ ਸਕਦਾਗਾ? ਕੀ ਸ਼ੈਤਾਨ ਉਸ ਨੂੰ ਨਾਸ ਵਿੱਚ ਲੈ ਕੇ ਜਾ ਸਕਦਾਗਾ? ਕਦੇ ਵੀ ਨਹੀਂ। ਉਸ ਨੂੰ ਕਦੇ ਨਹੀਂ ਲੈ ਕੇ ਜਾ ਸਕਦਾ। ਉਸ ਨੂੰ ਨਾਸ ਵਿੱਚ ਕਦੇ ਨਹੀਂ ਲੈ ਕੇ ਜਾ ਸਕਦਾ। ਲੇਕਿਨ ਅਗਰ ਭਵਨ ਨਹੀਂ ਹੈ, ਅਗਰ ਪਰਮੇਸ਼ਵਰ ਦਾ ਆਤਮਾ ਨਹੀਂ ਹੈ, ਤਾਂ ਫਿਰ ਕੀ ਹੋਏਗਾ? ਫਿਰ ਤਾਂ ਇਨਸਾਨ ਉਹ ਮਿੱਟੀ ਹੈ। ਔਰ ਸੱਪ ਦੀ ਖੁਰਾਕ ਕੀ ਹੈ? ਉਹ ਮਿੱਟੀ ਹੈ। ਲੇਕਿਨ ਇਹ ਫੈਸਲਾ ਤੁਸੀਂ ਕਰਨਾਗਾ ਕਿ ਤੁਸੀਂ ਪਰਮੇਸ਼ਵਰ ਦਾ ਭਵਨ ਬਣ ਕੇ ਰਹਿਣਾਗਾ, ਮੰਦਰ ਬਣ ਕੇ ਰਹਿਣਾਗਾ, ਜਾਂ ਫਿਰ ਸੱਪ ਦੀ ਖੁਰਾਕ ਬਣਨਾਗਾ। ਅਗਰ ਸੱਪ ਦੀ ਖੁਰਾਕ ਹੋ ਤਾਂ ਸੱਪ ਤੁਹਾਨੂੰ ਅੱਜ ਨਹੀਂ ਕੱਲ ਨੂੰ ਤੁਹਾਨੂੰ ਨਰਕ ਵਿੱਚ ਲੈ ਕੇ ਚਲਾ ਜਾਏਗਾ। ਕਿਉਂਕਿ ਵਚਨ ਦੇ ਵਿੱਚ ਲਿਖਿਆਗਾ, ਇੱਕ ਵਚਨ ਪੜ੍ਹੋ ਮੇਰੇ ਨਾਲ, ਪ੍ਰਕਾਸ਼ ਦੀ ਪੋਥੀ ਉਹਦਾ 20 ਅਧਿਆਇ ਉਹਦਾ 13-14। ਅਤੇ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹਦੇ ਵਿੱਚ ਸਨ ਮੋੜ ਦਿੱਤੇ, ਅਤੇ ਕਾਲ ਅਤੇ ਪਤਾਲ ਨੇ ਉਹ ਮੁਰਦੇ ਜਿਹੜੇ ਉਹਨਾਂ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਂ ਉਹਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ। ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਈ ਮੌਤ ਹੈ। ਦੇਖੋ, ਇਹ ਦੂਈ ਮੌਤ ਹੈ। ਇੱਕ ਤਾਂ ਇਹ ਸਰੀਰ ਇਨਸਾਨ ਦਾ ਮਿਟਣਾਗਾ, ਇੱਕ ਇਹ ਮੌਤ ਹੈ, ਇੱਕ ਦੂਜੀ ਮੌਤ ਹੈ। ਔਰ ਦੂਜੀ ਮੌਤ ਕਿਹੜੀ? ਜਿਹੜੀ ਝੀਲ ਨਰਕ ਦੀ, ਜਿਹੜੀ ਨਰਕ ਦੀ ਅੱਗ ਹੈ, ਉਹ ਕੀ ਹੈ? ਉਹ ਦੂਈ ਮੌਤ ਹੈ। ਔਰ ਜਿਹੜੇ ਲੋਕ ਪਰਮੇਸ਼ਰ ਦਾ ਭਵਨ ਬਣ ਕੇ ਰਹਿੰਦੇ ਨੇ, ਜਿਹੜੇ ਲੋਕ ਪਰਮੇਸ਼ਰ ਦਾ ਮੰਦਰ ਨੇ, ਉਹਨਾਂ ਦੇ ਉੱਪਰ ਉਸ ਮੌਤ ਦਾ ਕੋਈ ਵੀ ਵਸ ਨਹੀਂ ਚੱਲਣੇ ਵਾਲਾ। ਉਸ ਮੌਤ ਦਾ ਕੁਝ ਵੀ ਵਸ ਨਹੀਂ ਹੋਣਾ। ਕਿਉਂਕਿ ਲਿਖਿਆਗਾ ਇਹ ਪ੍ਰਕਾਸ਼ ਦੀ ਪੋਥੀ ਉਹਦਾ 20 ਅਧਿਆਇ ਉਹਦੇ ਨਾਲ ਪੜ੍ਹੋ, ਤੁਸੀਂ ਮੇਰਾ 6 ਵਚਨ ਪੜ੍ਹੋ। ਤਨ ਅਤੇ ਪਵਿੱਤਰ ਉਹ ਜਿਹੜਾ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੈ, ਇਹਨਾਂ ਉੱਤੇ ਦੂਈ ਮੌਤ ਦਾ ਕੁਝ ਵਸ ਨਹੀਂ, ਸਗੋਂ ਉਹ ਪਰਮੇਸ਼ਵਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹਦੇ ਨਾਲ 1000 ਵਰੇ ਰਾਜ ਕਰਨਗੇ। ਦੇਖੋ, ਬਾਈਬਲ ਵਿੱਚ ਲਿਖਿਆਗਾ ਕਿ ਧਨ ਅਤੇ ਪਵਿੱਤਰ ਉਹ ਜਿਹੜਾ ਪਹਿਲੀ ਕਿਆਮਤ ਵਿੱਚ ਹੈ। ਪਹਿਲੀ ਕਿਆਮਤ ਵਿੱਚ ਕੌਣ ਜਾਏਗਾ? ਕਿ ਜਿਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਹੈਗਾ, ਜਿਹੜਾ ਪਰਮੇਸ਼ਵਰ ਦਾ ਮੰਦਰ ਹੈ, ਜਿਹੜਾ ਪਰਮੇਸ਼ਵਰ ਦਾ ਭਵਨ ਹੈ, ਔਰ ਜਿਹੜੀ ਪਰਮੇਸ਼ਵਰ ਦੀ ਹੈਕਲ ਹੈ। ਉਹ ਕੀ ਹੈ? ਧਨ ਹੈ। ਉਹ ਕੀ ਹੈ? ਉਹ ਪਵਿੱਤਰ ਹੈ। ਔਰ ਉਹ ਕਿੱਥੇ ਜਾਏਗੀ? ਪਹਿਲੀ ਕਿਆਮਤ ਦੇ ਵਿੱਚ। ਤੇ ਉਹਦੇ ਉੱਪਰ ਕੀ ਹੈ? ਦੂਜੀ ਮੌਤ ਦਾ ਵਸ ਨਹੀਂ। ਉਹਦੇ ਉੱਪਰ ਦੂਜੀ ਮੌਤ ਨਹੀਂ ਹੈ, ਮਤਲਬ ਨਰਕ ਉਹਦੇ ਉੱਪਰ ਨਹੀਂ ਹੈ। ਲੇਕਿਨ ਜੋ ਸ਼ੈਤਾਨ ਹੈ ਉਹ ਖਾਂਦਾ ਕਿਉਂ ਮਿੱਟੀ ਨੂੰ? ਉਹ ਨਾਸ਼ ਕਿਉਂ ਕਰਦਾ ਲੋਕਾਂ ਨੂੰ? ਕਿਉਂਕਿ ਨਾਸ਼ ਵਿੱਚ ਲੈ ਕੇ ਜਾਏ, ਨਰਕ ਵਿੱਚ ਲੈ ਕੇ ਜਾਏ। ਹੁਣ ਜਿਹੜੇ ਲੋਕ ਇੱਥੇ ਬੈਠੇ ਨੇ, ਕਾਫੀ ਟਾਈਮ ਤੋਂ ਸੁਣਦੇ ਆ ਰਹੇ ਹੋ ਕਿ ਬਪਤਿਸਮਾ ਲੈਣਾ ਚਾਹੀਦਾ ਹੈਗਾ। ਬਪਤਿਸਮਾ ਕਾਹਦੇ ਲਈ ਹੈ? ਪਾਪਾਂ ਦੀ ਮਾਫੀ ਦੇ ਲਈ। ਪਵਿੱਤਰ ਆਤਮਾ ਕਾਹਦੇ ਲਈ ਹੈ? ਇੱਕ ਸਵਰਗ ਦਾ ਵਿੱਚ ਜਾਣ ਦੇ ਲਈ ਤੁਹਾਡੇ ਕੋਲ ਬਿਆਨਾ ਗਾ। ਜਦੋਂ ਇਹ ਚੀਜ਼ਾਂ ਤੁਹਾਡੇ ਕੋਲ ਹੈ ਹੀ ਨਹੀਂ, ਨਾ ਤਾਂ ਤੁਸੀਂ ਪਰਮੇਸ਼ਵਰ ਦਾ ਭਵਨ ਹੋ, ਨਾ ਤੁਸੀਂ ਪਰਮੇਸ਼ਵਰ ਦਾ ਮੰਦਰ ਹੋ, ਤੇ ਨਾ ਹੀ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਗਾ। ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਗਾ ਜਿਹਦੇ ਵਿੱਚ ਪਰਮੇਸ਼ਵਰ ਦਾ ਆਤਮਾ ਨਹੀਂ ਹੈ ਉਹ ਪਰਮੇਸ਼ਵਰ ਦਾ ਹੈ ਹੀ ਨਹੀਂ। ਜਿਹਦੇ ਅੰਦਰ ਪਰਮੇਸ਼ਵਰ ਦਾ ਆਤਮਾ ਰਹਿੰਦਾ ਹੀ ਨਹੀਂ ਹੈ ਉਹ ਪਰਮੇਸ਼ਵਰ ਦਾ ਮੰਦਰ ਹੀ ਨਹੀਂ ਹੈ। ਤੇ ਜਦ ਤੁਹਾਡੇ ਅੰਦਰ ਪਰਮੇਸ਼ਵਰ ਦਾ ਆਤਮਾ ਹੀ ਨਹੀਂ ਹੈ, ਤੁਹਾਡੇ ਅੰਦਰ ਪਰਮੇਸ਼ਵਰ ਦੀ ਮਤਲਬ
ਉਹ ਮੌਜੂਦਗੀ ਹੈ ਹੀ ਨਹੀਂ, ਤਾਂ ਫਿਰ ਪਰਮੇਸ਼ਰ ਤੁਸੀਂ ਭਵਨ ਹੀ ਨਹੀਂ ਹੋ। ਜਾਂ ਤੁਸੀਂ ਪਰਮੇਸ਼ਰ ਦਾ ਭਵਨ ਨਹੀਂ ਹੋ, ਜਾਂ ਤੁਸੀਂ ਪਰਮੇਸ਼ਰ ਦਾ ਮੰਦਿਰ ਨਹੀਂ ਹੋ, ਤਾਂ ਫਿਰ ਤੁਸੀਂ ਕੀ ਹੋ? ਤੁਸੀਂ ਮਿੱਟੀ ਹੋ। ਮਿੱਟੀ ਮਤਲਬ ਸੱਪ ਦੀ ਖੁਰਾਕ ਹੋ। ਸੱਪ ਤੁਹਾਨੂੰ ਅੱਜ ਖਤਮ ਕਰ ਦੇਵੇ, ਤੁਹਾਨੂੰ ਕੱਲ ਨੂੰ ਖਤਮ ਕਰ ਦੇਵੇ, ਜਾਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਖਤਮ ਕਰ ਦੇਵੇ। ਖਤਮ ਕਰਨ ਤੋਂ ਬਾਅਦ ਕਿੱਥੇ ਲੈ ਕੇ ਜਾਏਗਾ? ਉਹ ਤੁਹਾਨੂੰ ਨਰਕ ਵਿੱਚ ਲੈ ਕੇ ਜਾਏਗਾ। ਫੈਸਲਾ ਤੁਸੀਂ ਕਰਨਾਗਾ ਕਿ ਤੁਸੀਂ ਪਰਮੇਸ਼ਰ ਦਾ ਮੰਦਿਰ ਬਣ ਕੇ ਰਹਿਣਾਗਾ। ਅਗਰ ਪਰਮੇਸ਼ਰ ਦਾ ਮੰਦਿਰ ਬਣ ਕੇ ਰਹਿਣਾਗਾ ਤਾਂ ਜਿਹੜੀ ਗੱਲ ਪਰਮੇਸ਼ਰ ਨੇ ਨਿਕੋਦੇਮਸ ਨੂੰ ਕਹੀ ਸੀਗੀ ਕਿ ਜ਼ਰੂਰ ਹੈ ਕਿ ਇਨਸਾਨ ਜਲ ਤੋਂ ਔਰ ਆਤਮਾ ਤੋਂ ਪੈਦਾ ਹੋਵੇ, ਮਤਲਬ ਬਪਤਿਸਮਾ ਲਵੇ, ਪਵਿੱਤਰ ਆਤਮਾ ਨੂੰ ਲਵੇ। ਉਸ ਤੋਂ ਬਾਅਦ ਕੀ ਹੈ? ਉਹ ਮੇਰਾ ਮੰਦਿਰ ਬਣੇਗਾ, ਔਰ ਜਦੋਂ ਮੇਰਾ ਮੰਦਿਰ ਬਣ ਜਾਏਗਾ ਤਾਂ ਮੈਂ ਉਹਦੇ ਅੰਦਰ ਵਾਸ ਕਰਾਂਗਾ। ਅਗਰ ਤੁਸੀਂ ਉਹਦੇ ਲਈ ਤਿਆਰ ਨਹੀਂ ਹੋ ਰਹੇ ਤਾਂ ਫਿਰ ਤੁਸੀਂ ਕੀ ਹੋ? ਮਿੱਟੀ ਹੋ। ਔਰ ਮਿੱਟੀ ਵਾਲੇ ਕੀ ਕਿਹਾ ਪਰਮੇਸ਼ਰ ਨੇ? ਇੱਕ ਵਾਰ ਫਿਰ ਵਚਨ ਪੜਾਂਗੇ, ਉਤਪਤ ਉਹਦਾ 3 ਦੇ ਉਹਦਾ 14 ਵਚਨ। ਫਿਰ ਯਹੋਵਾ ਪਰਮੇਸ਼ਰ ਨੇ ਸੱਪ ਨੂੰ ਆਖਿਆ, ਭਾਈ ਇਸ ਲਈ ਕਿ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸ਼ਰਾਪੀ ਹੈ। ਤੂੰ ਆਪਣੇ ਢਿੱਡ ਭਰ ਤੁਰੇਂਗਾ ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਂਗਾ। ਹਾਲੇਲੂਇਆ। ਜੀਵਨ ਦੇ ਸਾਰੇ ਦਿਨ ਮਤਲਬ ਜਿੰਨਾ ਚਿਰ ਧਰਤੀ ਉੱਪਰ ਸ਼ੈਤਾਨ ਹੈ ਨਾ, ਉਹਨਾਂ ਚਿਰ ਕੀ ਹੈ? ਉਹ ਮਿੱਟੀ ਖਾਂਦਾ ਰਹੇਗਾ। ਇਹਦਾ ਮਤਲਬ ਪਰਮੇਸ਼ਰ ਨੇ ਉਹਦੇ ਲਈ ਸਮਾਂ ਠਹਿਰਾਇਆ ਹੋਇਆਗਾ। ਜਿੰਨਾ ਚਿਰ ਉਹਦਾ ਸਮਾਂ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਕੀ ਹੈ? ਉਹ ਇਨਸਾਨਾਂ ਦਾ ਨਾਸ਼ ਕਰ ਰਿਹਾਗਾ, ਉਹ ਲੋਕਾਂ ਨੂੰ ਖਤਮ ਕਰ ਰਿਹਾਗਾ। ਅੱਜ ਕਿੰਨੇ ਲੋਕ ਮਾਰੇ ਜਾ ਰਹੇ ਨੇ, ਕਿੰਨੇ ਲੋਕ ਮਤਲਬ ਗਲਤ ਕੰਮਾਂ ਵਿੱਚ ਫਸੇ ਹੋਏ ਨੇ। ਹੁਣ ਦੇਖੋ ਕਈ ਲੋਕ ਤੰਬਾਕੂ ਖਾਂਦੇ ਨੇ। ਤੰਬਾਕੂ ਜਦੋਂ ਇਨਸਾਨ ਖੂਹ ਵਿੱਚ ਖਾਂਦਾਗਾ ਜਾਂ ਕੋਈ ਸਿਗਰਟ ਪੀਂਦਾਗਾ ਤਾਂ ਬੜੇ ਸਟਾਈਲ ਨਾਲ ਖਾਂਦਾਗਾ ਤੰਬਾਕੂ, ਬੜੇ ਸਟਾਈਲ ਦੇ ਨਾਲ ਉਹ ਸਿਗਰਟ ਪੀਂਦਾਗਾ, ਉਸ ਨੂੰ ਆਨੰਦ ਆਉਂਦਾਗਾ। ਲੇਕਿਨ ਆਹਿਸਤਾ ਆਹਿਸਤਾ ਉਹ ਤੰਬਾਕੂ ਕੀ ਕਰਦਾਗਾ? ਉਹਦੇ ਅੰਦਰ ਕੈਂਸਰ ਬਣਾ ਦਿੰਦਾਗਾ। ਜਦੋਂ ਇਨਸਾਨ ਸ਼ਰਾਬ ਪੀਂਦਾਗਾ ਤਾਂ ਉਸ ਨੂੰ ਸ਼ੁਰੂਆਤ ਦੇ ਵਿੱਚ ਚੰਗਾ ਲੱਗਦਾਗਾ, ਬੜਾ ਆਨੰਦ ਆਉਂਦਾਗਾ। ਲੋਕ ਕਹਿੰਦੇ ਨੇ ਕਿ ਸ਼ਰਾਬ ਪੀਣ ਦੇ ਨਾਲ ਚੰਗੀ ਨੀਂਦ ਆ ਜਾਂਦੀ ਹੈ। ਲੇਕਿਨ ਜਦੋਂ ਉਹਦਾ ਆਦੀ ਹੋ ਜਾਏ, ਉਸ ਨੂੰ ਆਦਤ ਲੱਗ ਜਾਏ ਤਾਂ ਫਿਰ ਕੀ ਕਰਦਾਗਾ? ਉਹਦਾ ਲੀਵਰ ਖਤਮ, ਉਹਦੇ ਫੇਫੜੇ ਖਤਮ, ਉਹਦੀ ਕਿਡਨੀ ਖਰਾਬ। ਇਹ ਕੀ ਕਰਦਾਗਾ? ਉਹ ਕੰਮ ਤਾਂ ਕਰਦਾਗਾ, ਇਨਸਾਨ ਨੂੰ ਖਾਂਦਾ ਤਾਂ ਹੈ, ਮਿੱਟੀ ਖਤਮ ਤਾਂ ਕਰ ਰਿਹਾਗਾ ਨਾ, ਮਿੱਟੀ ਨੂੰ ਖਾ ਰਿਹਾਗਾ ਉਹ। ਲੇਕਿਨ ਕਦ ਤੱਕ ਖਾਣੀ ਹੈ ਮਿੱਟੀ ਉਸਨੇ? ਕਦ ਤੱਕ ਖਾਣੀ ਹੈ? ਜੀਵਨ ਭਰ। ਆਪਣੇ ਜੀਵਨ ਦੇ ਸਾਰੇ ਦਿਨ, ਜਦ ਤੱਕ ਉਹ ਜਿੰਦਾ ਹੈਗਾ, ਜਦ ਤੱਕ ਉਹ ਨਰਕ ਵਿੱਚ ਨਹੀਂ ਸੁੱਟਿਆ ਜਾਂਦਾ ਜਿਹੜੀ ਪਰਮੇਸ਼ਰ ਨੇ ਉਹਦੇ ਲਈ ਬਣਾਈ ਹੈ, ਤਦ ਤੱਕ ਉਹਨੇ ਕੀ ਮਿੱਟੀ ਖਾਣੀ ਹੈ। ਅਗਰ ਤੁਸੀਂ ਮਿੱਟੀ ਬਣ ਗਏ ਜਾਂ ਤੁਸੀਂ ਅੱਜ ਮਿੱਟੀ ਹੋ ਤਾਂ ਪਰਮੇਸ਼ਰ ਤੁਹਾਨੂੰ ਆਪਣਾ ਮੰਦਿਰ ਬਣਾਉਣਾ ਚਾਹੁੰਦੇ ਨੇ। ਅਗਰ ਤੁਸੀਂ ਅੱਜ ਮਤਲਬ ਪਰਮੇਸ਼ਰ ਦਾ ਮੰਦਿਰ ਨਹੀਂ ਹੋ ਤਾਂ ਪਰਮੇਸ਼ਰ ਤੁਹਾਨੂੰ ਇਹੀ ਕਹਿੰਦੇ ਨੇ ਕਿ ਮੇਰਾ ਮੰਦਿਰ ਬਣ ਜਾਓ, ਸ਼ੁੱਧ ਹੋ ਜਾਓ, ਔਰ ਮੇਰਾ ਆਤਮਾ ਆਪਣੇ ਅੰਦਰ ਲੈ ਲਓ ਤਾਂ ਕਿ ਤੁਸੀਂ ਜਿਉਂਦੇ ਹੋ ਜਾਓ। ਅਗਰ ਤੁਸੀਂ ਜਿਉਂਦੇ ਹੋ ਤਾਂ ਸ਼ੈਤਾਨ ਤੁਹਾਨੂੰ ਕਦੇ ਵੀ ਨਹੀਂ ਖਾ ਸਕਦਾ। ਲੇਕਿਨ ਖਾਏਗਾ ਕਿਹਨੂੰ? ਜਿਹੜਾ ਮੁਰਦਾ ਹੈਗਾ। ਔਰ ਪਰਮੇਸ਼ਰ ਨੇ ਕੀ ਕਿਹਾਗਾ? हे ਸੌਣ ਵਾਲੇ ਜਾਗ, ਮੁਰਦਿਆਂ ਵਿੱਚੋਂ ਜੀ ਉੱਠ। ਇਹਦਾ ਮਤਲਬ ਮੁਰਦਾ ਕਿਹਨੂੰ ਕਿਹਾ ਪਰਮੇਸ਼ਰ ਨੇ? ਕਿ ਜਿਹੜਾ ਆਪਣੇ ਅਪਰਾਧਾਂ ਦੇ ਵਿੱਚ, ਆਪਣੇ ਪਾਪਾਂ ਦੇ ਵਿੱਚ ਹੈ, ਉਹ ਕੀ ਹੈ? ਉਹ ਮਰਿਆ ਹੋਇਆ ਹੈਗਾ। ਉਹਨੂੰ ਜਿੰਦਾ ਕਰਨ ਦੇ ਲਈ ਪ੍ਰਭੂ ਯਿਸੂ ਮਸੀਹ ਕੀ ਕਹਿੰਦੇ ਨੇ? ਉੱਠ, ਤੋਬਾ ਕਰ, ਬਪਤਿਸਮਾ ਲੈ, ਪਾਪਾਂ ਦੀ ਮਾਫੀ ਨੂੰ ਪ੍ਰਾਪਤ ਕਰ ਤੇ ਕੀ ਕਰ? ਪਵਿੱਤਰ ਆਤਮਾ ਨੂੰ ਪਾ ਲੈ। ਤੂੰ ਕੀ ਹੋ ਜਾਏਗਾ? ਤੂੰ ਜਿੰਦਾ ਹੋ ਜਾਏਗਾ। ਤਾਂ ਹੀ ਤਾਂ ਪ੍ਰਭੂ ਯਿਸੂ ਮਸੀਹ ਨੇ ਮੁਰਦਿਆਂ ਵਿੱਚ ਜੀ ਉੱਠ ਕੇ ਫੂਕ ਮਾਰੀ ਚੇਲਿਆਂ ਦੇ ਉੱਪਰ। ਕੀ ਕਿਹਾ? ਕਿ ਪਵਿੱਤਰ ਆਤਮਾ ਨੂੰ ਲੈ ਲਓ। ਕਿਉਂਕਿ ਚੇਲੇ ਕੀ ਸੀਗੇ? ਉਹ ਵੀ ਤਾਂ ਚਾਹੇ ਪ੍ਰਭੂ ਯਿਸੂ ਮਸੀਹ ਦੇ ਨਾਲ ਚੱਲਦੇ ਸੀਗੇ, ਚਾਹੇ ਚਿੰਨ੍ਹ ਚਮਤਕਾਰ ਕਰਦੇ ਸੀਗੇ, ਚਾਹੇ ਸਭ ਕੁਝ ਕਰਦੇ ਸੀਗੇ, ਲੇਕਿਨ ਪਰਮੇਸ਼ਰ ਦਾ ਆਤਮਾ ਅੰਦਰ ਨਹੀਂ ਸੀਗਾ। ਜਦ ਪਰਮੇਸ਼ਰ ਦਾ ਆਤਮਾ ਹੀ ਅੰਦਰ ਨਹੀਂ ਸੀਗਾ ਤਾਂ ਉਹ ਪਰਮੇਸ਼ਰ ਦਾ ਮੰਦਿਰ ਨਹੀਂ ਸੀਗੇ, ਉਹ ਪਰਮੇਸ਼ਰ ਦਾ ਭਵਨ ਨਹੀਂ ਸੀਗੇ। ਲੇਕਿਨ ਦੇਖੋ ਪਰਮੇਸ਼ਰ ਨੇ ਆਪਣਾ ਭਵਨ ਬਣਾਉਣ ਦੇ ਲਈ ਉਹਨਾਂ ਨੂੰ ਪਵਿੱਤਰ ਆਤਮਾ ਦਿੱਤਾ। ਤੇ ਕੀ ਪਰਮੇਸ਼ਰ ਤੁਹਾਨੂੰ ਨਾਲ ਪੱਖਪਾਤ ਕਰ ਰਹੇ ਨੇ? ਕੀ ਪਰਮੇਸ਼ਰ ਤੁਹਾਨੂੰ ਪਵਿੱਤਰ ਆਤਮਾ ਨਹੀਂ ਦੇ ਸਕਦੇ? ਅਗਰ ਤੁਹਾਡੇ ਅੰਦਰ ਪਰਮੇਸ਼ਰ ਦਾ ਆਤਮਾ ਨਹੀਂ ਹੈ ਨਾ, ਤੁਸੀਂ ਮੁਰਦਾ ਹੋ। ਮੁਰਦਾ ਮਤਲਬ ਮਿੱਟੀ ਹੋ। ਇਹਦਾ ਮਤਲਬ ਕੀ? ਕਿ ਆਪਾਂ ਜਿੰਦਾ ਹੋਣਾਗਾ। ਤੁਸੀਂ ਲੋਕਾਂ ਨੇ ਜਿੰਦਾ ਹੋਣਾਗਾ। ਜਿੰਦਾ ਇਨਸਾਨ ਤਦੇ ਹੋਵੇਗਾ ਕਿ ਜਦ ਆਤਮਾ ਹੋਏਗਾ। ਇੱਕ ਆਤਮਾ ਤੁਹਾਡੇ ਅੰਦਰ ਹੈ, ਇਸ ਆਤਮਾ ਦੀ ਗੱਲ ਨਹੀਂ ਕਰਦੇ, ਲੇਕਿਨ ਜਿਹੜਾ ਆਤਮਾ ਪਰਮੇਸ਼ਰ ਦਿੰਦੇ ਨੇ ਉਸ ਆਤਮਾ ਦੀ ਗੱਲ ਕਰਦਾਂਗਾ। ਇੱਕ ਵਾਰ ਫਿਰ ਪੜੋ 3:14 ਉਤਪਤ। ਫਿਰ ਯਹੋਵਾ ਪਰਮੇਸ਼ਵਰ ਨੇ ਸੱਪ ਨੂੰ ਆਖਿਆ,
ਭਈ ਇਸ ਲਈ ਕਿ ਤੂੰ ਇਹ ਕੀਤਾ, ਤੂੰ ਸਾਰੇ ਡੰਗਰਾਂ ਨਾਲੋਂ ਅਤੇ ਸਾਰੇ ਜੰਗਲੀ ਜਾਨਵਰਾਂ ਨਾਲੋਂ ਸ਼ਰਾਬੀ ਹੈ ਅਤੇ ਤੂੰ ਆਪਣੇ ਢਿੱਡ ਭਾਰ ਤੁਰੇਗਾ ਅਤੇ ਆਪਣੇ ਜੀਵਨ ਦੇ ਸਾਰੇ ਦਿਨ ਤੂੰ ਮਿੱਟੀ ਖਾਇਆ ਕਰੇਗਾ। देखो, जीवन के सारे दिन तू मिट्टी खाया करेगा। अगर तुसी मिट्टी हो, मिट्टी मतलब अगर तुहाडे अंदर परमेश्वर दा आत्मा नहीं है तो तुसी मिट्टी हो ते तुहानू शैतान खाएगा, पक्का खाएगा, और खा के की है तुहानू खत्म करके तुहानू नरक में लेके चला जाएगा। अगर तुसी परमेश्वर दा भवन हो तो परमेश्वर दा आत्मा तुहाडे अंदर है। जो परमेश्वर दा आत्मा तुहाडे अंदर है, तुसी जिंदा हो, और जिंदा लोग कित्थे जाणगे? वो प्रभु यीशु मसीह दे कोल जाणगे। फिर 15 ही पढ़ दो। ਅਤੇ ਤੇਰੇ ਤੇ ਤੀਵੀਂ ਵਿੱਚ ਅਤੇ ਤੇਰੀ ਸੰਤਾਨ ਤੇ ਤੀਵੀਂ ਦੀ ਸੰਤਾਨ ਵਿੱਚ ਮੈਂ ਵੈਰ ਪਾਵਾਂਗਾ। ਉਹ ਤੇਰੇ ਸਿਰ ਨੂੰ ਫੇਵੇਗਾ ਅਤੇ ਤੂੰ ਉਹਦੀ ਅੱਡੀ ਨੂੰ ਡੰਗ ਮਾਰੇਗਾ। हाँ देखो, तेरे विच ते तीवीं दी संतान, परमेश्वर इजराइल नूं कहंदे ने तीवीं, मतलब ਜਿਹੜੇ ਲੋਕ ਇਜ਼ਰਾइल ਦੇ ਨੇ ਨਾ, ਉਹਨਾਂ ਨਾਲ ਦੁਸ਼ਮਣੀ ਹੈ ਉਹਦੀ। ਕਿਹਦੀ? ਸ਼ੈਤਾਨ ਦੀ। मतलब ਤੂੰ ਕੀ ਕਰੇਗਾ? ਉਹਦੇ ਸਿਰ ਨੂੰ ਫੇਵੇਂਗਾ, ਉਹਦੇ ਸਿਰ ਨੂੰ ਕੁਚਲ ਦੇਵੇਂਗਾ। ਅੱਜ ਲੋਕ ਸੱਪ ਨੂੰ ਮਾਰਦੇ ਨੇ, ਉਹਦੇ ਸੱਪ ਦੇ ਉੱਪਰ ਹਮਲਾ ਕਿੱਥੇ ਕਰਦੇ ਨੇ? ਉਹਦੇ ਸਿਰ ਦੇ ਉੱਪਰ ਹਮਲਾ ਕਰਦੇ ਨੇ। ਇਹਦੇ ਸਿਰ ਨੂੰ ਕੁੱਟ ਦੋ, ਇਹਦੇ ਸਿਰ ਨੂੰ ਤੋੜ ਦੋ, ਇਹ ਖਤਮ ਹੋ ਜਾਏਗਾ। ਲੇਕਿਨ ਪਰਮੇਸ਼ਰ ਕੀ ਕਹਿੰਦਾਗਾ ਕਿ ਜਿਹੜੇ ਮੇਰੇ ਲੋਕ ਨੇ ਉਹ ਕੀ ਕਰਨਗੇ? ਸੱਪ ਦਾ ਸਿਰ ਕੁਚਲਣਗੇ। ਤੇ ਉਹ ਕੀ ਕਰੇਗਾ? ਉਹਦੀ ਅੱਡੀ ਨੂੰ ਡੰਗ ਮਾਰੇਗਾ। ਮਤਲਬ ਜਿਹੜੇ ਲੋਕ ਆਗਿਆਕਾਰੀ ਕਰਨਾ ਚਾਹੁੰਦੇ ਨੇ, ਉਹਨਾਂ ਦੀ ਆਗਿਆਕਾਰੀ ਕਰਦੇ ਕਰਦੇ ਕੀ ਹੈ, ਉਹ ਉਹਨਾਂ ਦੇ ਪੈਰਾਂ ਦੇ ਵਿੱਚ ਰੁਕਾਵਟ ਲੈ ਕੇ ਆਏਗਾ, ਉਹਨਾਂ ਨੂੰ ਆਗਿਆਕਾਰੀ ਕਰਨ ਨਹੀਂ ਦੇਗਾ, ਮੁਸ਼ਕਲ ਲੈ ਕੇ ਆਏਗਾ ਆਗਿਆਕਾਰੀ ਕਰਨ ਦੇ ਵਿੱਚ, ਅੱਗੇ ਵਧਣ ਦੇ ਵਿੱਚ ਉਹਨਾਂ ਨੂੰ ਰੋਕੇਗਾ, ਕਿਸੇ ਵੀ ਤਰ੍ਹਾਂ ਰੋਕੇ, ਕੁਝ ਵੀ ਕਰੇ। ਉਹ ਕੀ ਹੈ? ਉਹ ਅੱਡੀ ਨੂੰ ਡੰਗ ਮਾਰਨਾ, ਮਤਲਬ ਉਹਨਾਂ ਨੂੰ ਆਗਿਆਕਾਰੀ ਕਰਨ ਤੋਂ ਰੋਕੇਗਾ ਉਹ। ਲੇਕਿਨ ਜਿਹੜੇ ਮੇਰੇ ਲੋਕ ਨੇ, ਜਿਹੜੀ ਤੀਵੀਂ ਦੀ ਸੰਤਾਨ ਹੈ, ਉਹ ਤਾਂ ਉਹਦੇ ਸਿਰ ਨੂੰ ਕੁਚਲ ਕੇ ਵੀ ਅੱਗੇ ਲੰਘਣਗੇ। ਉਹਦਾ ਸਿਰ ਕੀ ਹੈ? ਇਹਦਾ ਸਿਰ ਕੁੱਟ ਕੇ ਕੀ ਹੈ? ਉਹ ਅੱਗੇ ਲੰਘ ਜਾਣਗੇ। ਲੇਕਿਨ ਜਿਹੜੇ ਲੋਕ ਫਰਮਾਏ ਜਾਂਦੇ ਨੇ, ਉਹ ਉੱਥੇ ਰੁਕ ਜਾਂਦੇ ਨੇ, ਉੱਥੇ ਫਸ ਜਾਂਦੇ ਨੇ। ਔਰ ਕੀ ਹੈ? ਜੋ ਸੱਪ ਹੈ ਉਹਨਾਂ ਨੂੰ ਖਾ ਜਾਏਗਾ, ਉਹਨਾਂ ਨੂੰ ਕੀ ਹੈ? ਉਹ ਮਿੱਟੀ ਨੂੰ ਖਾ ਜਾਏਗਾ। ਇਸ ਲਈ ਫੈਸਲਾ ਤੁਸੀਂ ਕਰਨਾਗਾ ਕਿ ਤੁਸੀਂ ਸੱਪ ਦੀ ਖੁਰਾਕ ਬਣਨਾਗਾ ਜਾਂ ਫਿਰ ਪਰਮੇਸ਼ਰ ਦਾ ਮੰਦਰ ਬਣਨਾਗਾ। ਇਹ ਫੈਸਲਾ ਤੁਹਾਡਾਗਾ, ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਪਰਮੇਸ਼ਰ ਦਾ ਮੰਦਰ ਬਣਾ, ਤਾਂ ਸਹੀ ਦੇ ਵਿੱਚ ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਬਪਤਿਸਮਾ ਲਓ, ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਪਵਿੱਤਰ ਆਤਮਾ ਲਓ, ਕਿਉਂਕਿ ਜਿਹਦੇ ਅੰਦਰ ਪਵਿੱਤਰ ਆਤਮਾ ਨਹੀਂ ਹੈ ਨਾ, ਉਹ ਪਰਮੇਸ਼ਰ ਦਾ ਹੈ ਹੀ ਨਹੀਂ। ਪਰਮੇਸ਼ਰ ਦਾ ਵਚਨ ਸਾਫ਼ ਕਹਿੰਦਾਗਾ ਕਿ ਜਿਹਦੇ ਅੰਦਰ ਪਵਿੱਤਰ ਆਤਮਾ ਨਹੀਂ, ਉਹ ਮੇਰਾ ਨਹੀਂ ਹੈ। ਤੇ ਜਿਹੜਾ ਪਰਮੇਸ਼ਰ ਦਾ ਹੈ ਹੀ ਨਹੀਂ, ਤੇ ਪਰਮੇਸ਼ਰ ਉਹਦੀ ਰੱਖਿਆ ਕਿਵੇਂ ਕਰੇ? ਪਰਮੇਸ਼ਰ ਤੁਹਾਨੂੰ ਸਿਖਾ ਰਹੇ ਨੇ, ਪਰਮੇਸ਼ਰ ਤੁਹਾਨੂੰ ਵਚਨਾਂ ਰਾਹੀਂ ਦੱਸ ਰਹੇ ਨੇ ਕਿ ਮਿੱਟੀ ਨਾ ਬਣੋ। ਲੋਕ ਕਹਿੰਦੇ ਨੇ ਕਿ ਮੈਂ ਮਿੱਟੀ ਹਾਂ, ਮੈਂ ਰਾਖ ਹਾਂ, ਮੈਂ ਖਾਕ ਹਾਂ। ਲੇਕਿਨ ਮਿੱਟੀ ਨੂੰ ਖਾਣ ਵਾਲਾ ਕੌਣ ਹੈ? ਉਹ ਸ਼ੈਤਾਨ ਹੈ। ਦੇਖੋ, ਆਪਾਂ ਸਾਰੇ ਮਿੱਟੀ ਚੋਂ ਬਣੇ ਹੋਏ ਆ, ਲੇਕਿਨ ਪਰਮੇਸ਼ਰ ਨੇ ਮਿੱਟੀ ਤੋਂ ਬਣਾਉਣ ਤੋਂ ਬਾਅਦ ਇਨਸਾਨ ਦੇ ਅੰਦਰ ਆਪਣਾ ਆਤਮਾ ਪਾਇਆ ਸੀਗਾ। ਪਰਮੇਸ਼ਰ ਦੁਖੀ ਕਦੋਂ ਹੋਏ? ਕਿ ਉਸ ਆਦਮ ਤੋਂ, ਕਿ ਜਦੋਂ ਆਦਮ ਨੇ ਗਲਤੀ ਕੀਤੀ, ਪਰਮੇਸ਼ਰ ਨੇ ਕੀ ਕਿਹਾ ਕਿ ਤੂੰ ਕੀ ਹੈ? ਤੂੰ ਕੀ ਹੈ? ਤੂੰ ਮਿੱਟੀ ਹੈ। ਕਿਉਂ ਕਿਹਾ ਪਰਮੇਸ਼ਰ ਨੇ? ਕਿਉਂਕਿ ਪਰਮੇਸ਼ਰ ਉਸ ਤੋਂ ਦੁਖੀ ਹੋ ਚੁੱਕੇ ਸੀਗੇ। ਪਰਮੇਸ਼ਰ ਨੇ ਗੱਲ ਕਿਉਂ ਕਹੀ? ਕਿਉਂਕਿ ਪਰਮੇਸ਼ਰ ਨੇ ਕਿਹਾ ਕਿ ਆਦਮ, ਮੈਂ ਤੈਨੂੰ ਬਣਾਇਆ ਸੀਗਾ, ਲੇਕਿਨ ਤੂੰ ਮੇਰਾ ਮੰਦਰ ਨਹੀਂ ਬਣ ਕੇ ਰਿਹਾ, ਤੂੰ ਮੇਰਾ ਭਵਨ ਬਣ ਕੇ ਨਹੀਂ ਰਿਹਾ, ਤੂੰ ਮੇਰੀ ਹੈਕਲ ਬਣ ਕੇ ਨਹੀਂ ਰਿਹਾ, ਲੇਕਿਨ ਤੂੰ ਕੀ ਹੈ? ਤੂੰ ਤਾਂ ਮਿੱਟੀ ਹੈ। ਪਰਮੇਸ਼ਰ ਕਿੰਨੇ ਦੁਖੀ ਹੋਏ। ਵਚਨ ਪੜ੍ਹ ਦੋ ਮੇਰੇ ਨਾਲ, 3:19। ਤੂੰ ਆਪਣੇ ਮੂੰਹ ਦੇ ਮੁੜਕੇ ਨਾਲ ਰੋਟੀ ਖਾਵੇਂਗਾ, ਜਦ ਤੱਕ ਤੂੰ ਮਿੱਟੀ ਵਿੱਚ ਫੇਰ ਨਾ ਮੁੜੇ, ਕਿਉਂ ਜੋ ਤੂੰ ਉਸ ਤੋਂ ਕੱਢਿਆ ਗਿਆ ਸੀ। ਤੂੰ ਮਿੱਟੀ ਹੈ ਤੇ ਮਿੱਟੀ ਵਿੱਚ ਤੂੰ ਮੁੜ ਜਾਵੇਂਗਾ। ਦੇਖੋ ਪਰਮੇਸ਼ਰ ਕਿੰਨੇ ਦੁਖੀ ਹੋਏ ਥੇ। ਆਦਮ, ਤੈਨੂੰ ਮੈਂ ਮੇਰਾ ਮੰਦਰ ਬਣਾਇਆ ਸੀਗਾ। ਆਦਮ, ਤੈਨੂੰ ਮੈਂ ਮੇਰਾ ਭਵਨ ਬਣਾਇਆ ਸੀਗਾ। ਆਦਮ, ਤੇਰੇ ਅੰਦਰ ਮੈਂ ਮੇਰਾ ਆਤਮਾ ਰੱਖਿਆ ਸੀਗਾ। ਆਦਮ, ਮੈਂ ਤੈਨੂੰ ਪਿਆਰ ਕਰਦਾ ਸੀ। ਆਦਮ, ਤੈਨੂੰ ਮਿਲਣ ਦੇ ਲਈ ਮੈਂ ਆਪਣਾ ਸਵਰਗ ਸਿੰਘਾਸਨ ਛੱਡ ਕੇ ਆਉਂਦਾ ਸੀਗਾ। ਮੈਂ ਤੈਨੂੰ ਕਿੰਨਾ ਪਿਆਰ ਕਰਦਾ ਸੀਗਾ ਆਦਮ, ਲੇਕਿਨ ਤੂੰ ਮੇਰਾ ਮੰਦਰ ਨਹੀਂ ਬਣ ਕੇ ਰਿਹਾ, ਤੂੰ ਮੇਰਾ ਭਵਨ ਬਣ ਕੇ ਨਹੀਂ ਰਿਹਾ, ਲੇਕਿਨ ਤੂੰ ਕੀ ਬਣ ਗਿਆ? ਤੂੰ ਤਾਂ ਮਿੱਟੀ ਹੈ। ਪਰਮੇਸ਼ਰ ਕਿੰਨੇ ਦੁਖੀ ਹੋਏ। ਪਰਮੇਸ਼ਰ ਅੱਜ ਤੁਹਾਨੂੰ ਵੀ ਦੇਖਦੇ ਹੋਣਗੇ ਸਵਰਗ ਵਿੱਚੋਂ। ਦੇਖ, ਤੈਨੂੰ ਮੈਂ ਕਿੰਨੇ ਵਚਨ ਸਿਖਾਏ, ਦੇਖ ਤੇਰੇ ਜੀਵਨ ਦੇ ਵਿੱਚ ਮੈਂ ਕਿੰਨੇ ਕੰਮ ਕੀਤੇ, ਦੇਖ ਤੈਨੂੰ ਮੈਂ ਕਿੱਥੋਂ ਕੱਢਿਆ, ਤੇਰੇ ਜੀਵਨ ਦੇ ਵਿੱਚ ਮੈਂ ਸ਼ਾਂਤੀ ਲੈ ਕੇ ਆਇਆ, ਤੇਰੇ ਜੀਵਨ ਦੇ ਵਿੱਚ ਮੈਂ ਕੀ ਕੁਝ ਕੀਤਾ, ਲੇਕਿਨ ਤੂੰ ਮਿੱਟੀ ਹੈ। ਅਗਰ ਮਿੱਟੀ ਹੋ ਤਾਂ ਸੱਪ ਦੀ ਖੁਰਾਕ ਹੋ। ਅਗਰ ਸੱਪ ਦੀ ਖੁਰਾਕ ਹੋ ਤਾਂ ਉਹੀ ਸ਼ੈਤਾਨ, ਉਹੀ ਸੱਪ ਇੱਕ ਦਿਨ ਤੁਹਾਨੂੰ ਨਰਕ ਵਿੱਚ ਲੈ ਕੇ ਜਾਣ ਵਾਲਾ
ਲੇਕਿਨ ਜੇ ਪਰਮੇਸ਼ਵਰ ਦਾ ਮੰਦਰ ਹੋ, ਪਰਮੇਸ਼ਵਰ ਦਾ ਭਵਨ ਹੋ, ਪਰਮੇਸ਼ਵਰ ਦੀ ਹੈਕਲ ਹੋ, ਤਾਂ ਫਿਰ ਪਰਮੇਸ਼ਵਰ ਦਾ ਆਤਮਾ ਤੁਹਾਡੇ ਅੰਦਰ ਹੈ। ਫਿਰ ਪਰਮੇਸ਼ਵਰ ਤੁਹਾਡੇ ਵਿੱਚ ਰਹਿੰਦਾ ਹੈਗਾ। ਇਹ ਫੈਸਲਾ ਤੁਸੀਂ ਕਰਨਾਗਾ, ਕਿਉਂਕਿ ਜ਼ਿੰਦਗੀ ਤੁਹਾਡੀ ਹੈ। ਤੁਸੀਂ ਸੱਪ ਦੀ ਖੁਰਾਕ ਬਣ ਕੇ ਰਹਿਣਾਗਾ ਜਾਂ ਫਿਰ ਪਰਮੇਸ਼ਵਰ ਦਾ ਮੰਦਰ ਬਣਨਾਗਾ। ਆਓ ਸਾਰੇ ਆਪਣੀ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ, ਔਰ ਕੋਈ ਵੀ ਜਨ ਆਪਣੀ ਅੱਖ ਨਾ ਖੋਲੇ। ਹੁਣ ਸਾਰਿਆਂ ਦੇ ਲਈ ਪਰਮੇਸ਼ਵਰ ਦੀ ਆਵਾਜ਼ ਹੈ। ਬਾਈਬਲ ਨਾ ਬੰਦ ਕਰੋ, ਕੋਈ ਆਵਾਜ਼ ਨਾ ਕਰੋ, ਸਿਰਫ ਔਰ ਸਿਰਫ ਸ਼ਾਂਤ ਹੋ ਜਾਓ। ਔਰ ਕਿਸੇ ਦੇ ਵੱਲ ਦੇਖਣ ਦੀ ਜ਼ਰੂਰਤ ਨਹੀਂ, ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਕਿ ਮੈਂ ਪਰਮੇਸ਼ਵਰ ਦਾ ਮੰਦਰ ਹਾਂ ਜਾਂ ਫਿਰ ਮੈਂ ਸੱਪ ਦੀ ਖੁਰਾਕ ਹਾਂ। ਸੱਪ ਦੀ ਖੁਰਾਕ ਮਤਲਬ ਮਿੱਟੀ। ਪਰਮੇਸ਼ਵਰ ਦਾ ਮੰਦਰ ਅਗਰ ਪਰਮੇਸ਼ਵਰ ਦਾ ਆਤਮਾ ਅੰਦਰ ਹੈ। ਹੁਣ ਸਮਾਂਗਾ ਆਪਣੇ ਆਪ ਨੂੰ ਇੱਕ ਸਵਾਲ ਕਰਨ ਦਾ, ਆਪਣੇ ਆਪ ਨੂੰ ਪੁੱਛਣ ਦਾ, ਪਰਮੇਸ਼ਵਰ ਨੇ ਕਿੰਨੇ ਢੇਰ ਸਾਰੇ ਕੰਮ ਮੇਰੇ ਜੀਵਨ ਦੇ ਵਿੱਚ ਕੀਤੇ, ਕਿੰਨੇ ਚਮਤਕਾਰ ਮੇਰੇ ਜੀਵਨ ਦੇ ਵਿੱਚ ਕੀਤੇ। ਮੇਰੇ ਪਰਮੇਸ਼ਵਰ ਨੇ ਮੇਰੇ ਹਾਲਾਤ ਬਦਲ ਦਿੱਤੇ। ਮੇਰੇ ਪਰਮੇਸ਼ਵਰ ਨੇ ਕਿੰਨਾ ਕੁਝ ਮੇਰੇ ਜੀਵਨ ਦੇ ਵਿੱਚ ਕੀਤਾ। ਲੇਕਿਨ ਮੈਂ ਕੀ ਕਰ ਰਿਹਾਗਾ? ਪਰਮੇਸ਼ਵਰ ਨੇ ਕਿਹਾ, ਮੇਰੇ ਬੇਟੇ, ਮੇਰੀ ਬੇਟੀ, ਮੈਂ ਚਾਹੁੰਦਾਗਾ ਕਿ ਤੂੰ ਵਿਸ਼ਵਾਸ ਕਰ, ਤੋਬਾ ਕਰ, ਆਪਣੇ ਗੁਨਾਹਾਂ ਦੇ, ਆਪਣੇ ਪਾਪਾਂ ਦੀ ਮਾਫੀ ਦੇ ਲਈ ਬਪਤਿਸਮਾ ਲੈ। ਮੈਂ ਤੇਰੇ ਸਾਰੇ ਪਾਪ ਮਿਟਾ ਦਿਆਂਗਾ ਔਰ ਮੈਂ ਤੈਨੂੰ ਮੇਰਾ ਪਵਿੱਤਰ ਆਤਮਾ ਦੇਵਾਂਗਾ ਔਰ ਮੈਂ ਤੇਰੇ ਅੰਦਰ ਵਾਸ ਕਰਾਂਗਾ। ਲੇਕਿਨ ਜੇ ਮੇਰਾ ਆਤਮਾ ਤੇਰੇ ਅੰਦਰ ਹੈ, ਤੂੰ ਮੇਰਾ ਮੰਦਰ ਹੈ, ਤੂੰ ਮੇਰਾ ਭਵਨ ਹੈ। ਅਗਰ ਮੇਰਾ ਆਤਮਾ ਤੇਰੇ ਅੰਦਰ ਨਹੀਂ, ਤੂੰ ਮੇਰਾ ਮੰਦਰ ਵੀ ਨਹੀਂ ਹੈ। ਜਦ ਤੂੰ ਮੇਰਾ ਮੰਦਰ ਹੀ ਨਹੀਂ ਹੈ, ਫਿਰ ਤੂੰ ਮਿੱਟੀ ਹੈ, ਫਿਰ ਤੂੰ ਸੱਪ ਦੀ ਖੁਰਾਕ ਹੈ। ਅਗਰ ਤੂੰ ਸੱਪ ਦੀ ਖੁਰਾਕ ਹੈ ਤੇ ਉਹ ਸੱਪ, ਉਹ ਸ਼ੈਤਾਨ ਤੈਨੂੰ ਹਰ ਰੋਜ਼ ਖਾਂਦਾ ਰਹੇਗਾ। ਤੇਰੇ ਜੀਵਨ ਦੇ ਵਿੱਚ ਅਸ਼ਾਂਤੀ, ਤੇਰੇ ਜੀਵਨ ਦੇ ਵਿੱਚ ਲੜਾਈ ਝਗੜਾ, ਤੇਰੇ ਜੀਵਨ ਦੇ ਵਿੱਚ ਨਸ਼ਾ, ਤੇਰੇ ਜੀਵਨ ਦੇ ਵਿੱਚ ਝੂਠ, ਫਰੇਬ, ਹਰ ਤਰ੍ਹਾਂ ਦੀ ਉਹ ਬੁਰਾਈ ਲੈ ਕੇ ਆਏਗਾ। ਔਰ ਉਹ ਸੱਪ, ਉਹ ਸ਼ੈਤਾਨ ਤੈਨੂੰ ਹਰ ਰੋਜ਼ ਖਾਂਦਾ ਰਹੇਗਾ ਔਰ ਤੈਨੂੰ ਇੰਨਾ ਕਮਜ਼ੋਰ ਕਰ ਦੇਵੇਗਾ, ਇੰਨਾ ਕਮਜ਼ੋਰ ਕਰ ਦੇਵੇਗਾ ਕਿ ਤੈਨੂੰ ਇੱਕ ਦਿਨ ਉਹ ਨਰਕ ਵਿੱਚ ਲੈ ਕੇ ਚਲਾ ਜਾਏਗਾ। ਲੇਕਿਨ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ, ਮੇਰੇ ਬੇਟੇ, ਮੇਰੀ ਬੇਟੀ, ਤੂੰ ਮੇਰਾ ਮੰਦਰ ਹੈ, ਤੂੰ ਮੇਰਾ ਭਵਨ ਹੈ। ਮੈਂ ਤੇਰੇ ਅੰਦਰ ਆਉਣਾ ਚਾਹਾਂਗਾ। ਫੈਸਲਾ ਆਪਾਂ ਕਰਨਾਗਾ ਕਿ ਤੁਸੀਂ ਕੀ ਬਣਨਾਗਾ, ਸੱਪ ਦੀ ਖੁਰਾਕ ਜਾਂ ਮੰਦਰ। ਇਸ ਵਚਨ ਨੂੰ ਸਮਝ ਸਕੋ, ਇਸ ਨੂੰ ਮੰਨ ਸਕੋ, ਇਸ ਦੇ ਅਨੁਸਾਰ ਜੀਵਨ ਜੀ ਸਕੋ। ਇਸ ਵਚਨ ਦੀ ਆਸੀਸ ਨਾਲ ਪਰਮੇਸ਼ਵਰ ਤੁਹਾਨੂੰ ਸਭ ਨੂੰ ਭਰ ਦੇਣਾ। ਥੈਂਕ ਯੂ ਲਾਰਡ, ਥੈਂਕ ਯੂ ਜੀਸਸ, ਹਾਲੇਲੂਇਆ ਮੇਰੇ ਪਿਤਾ।